PSSSB ਦੇ ਪੇਪਰਾਂ ਲਈ ਇਸ ਵੀਡੀਓ ਤੋਂ ਬਾਹਰ ਇੰਡੀਅਨ ਹਿਸਟਰੀ ਪੜ੍ਹਨ ਦੀ ਜ਼ਰੂਰਤ ਨਹੀਂ। ਅੱਜ ਆਪਾਂ ਉਹ ਸਾਰਾ ਕੰਪਲੀਟ ਕਰਨ ਵਾਲੇ ਆਂਗੇ ਜੋ ਪੇਪਰਾਂ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਗਾ ਤੇ ਬਾਕੀ ਜੋ ਤੁਹਾਡੇ ਸਿਲੇਬਸ ਵਿੱਚ ਇਨਕਲੂਡ ਆ। ਠੀਕ ਆ ਜੀ, ਅੱਜ ਆਪਾਂ ਸਾਰਾ ਕੰਪਲੀਟ ਕਰਨ ਵਾਲੇ ਆਂਗੇ। ਵੀਡੀਓ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਗਾ। ਇਸ ਵੀਡੀਓ ਤੋਂ ਬਾਹਰ ਤੁਹਾਨੂੰ ਕੋਈ ਵੀ ਪ੍ਰਸ਼ਨ ਦੇਖਣ ਨੂੰ ਮਿਲੂਗਾ। ਅੱਜ ਆਪਾਂ ਸਾਰੇ ਟੌਪਿਕ ਕੰਪਲੀਟ ਕਰਾਂਗੇ ਤੇ ਇਹਨਾਂ ਵਿੱਚ ਵੀ ਆਪਾਂ ਉਹੀ ਪੜਾਂਗੇ ਜੋ ਪੇਪਰ ਵਿੱਚ ਆ ਸਕਦਾ ਜਾਂ ਜੋ ਪੇਪਰ ਵਿੱਚ ਬਾਰ-ਬਾਰ ਪੁੱਛਿਆ ਜਾਂਦਾ। ਠੀਕ ਆ ਜੀ, ਇਸ ਕਰਕੇ ਵੀਡੀਓ ਨੂੰ ਪੂਰਾ ਦੇਖ ਲਿਓ, ਧਿਆਨ ਨਾਲ ਸੁਣ ਲਿਓ। ਠੀਕ ਆ ਜੀ, ਇਸ ਵੀਡੀਓ ਤੋਂ ਬਾਹਰ ਤੁਹਾਨੂੰ ਕੋਈ ਵੀ ਪ੍ਰਸ਼ਨ ਦੇਖਣ ਨੂੰ ਨਹੀਂ ਮਿਲੂਗਾ। ਕਲੀਅਰ ਹੋ ਗਈ ਗੱਲ? ਤਾਂ ਚਲੋ ਜੀ ਫਿਰ ਆਪਾਂ ਸਟਾਰਟ ਕਰ ਦਿਆਂਗੇ। ਤਾਂ ਦੇਖੋ ਪ੍ਰਸ਼ਨ ਨੰਬਰ 1 ਦੇਖੋ, ਈਸਟ ਇੰਡੀਆ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ? ਤਾਂ ਦੇਖੋ ਜੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ? 1885 ਵਿੱਚ। ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਕਾਫੀ ਐਸੋਸੀਏਸ਼ਨ ਚੱਲ ਰਹੀਆਂ ਸੀਗੀਆਂ ਜੋ ਲੋਕਾਂ ਦੀ ਭਲਾਈ ਲਈ ਜਾਂ ਬਾਕੀ ਅੰਗਰੇਜ਼ਾਂ ਮੂਹਰੇ ਆਪਣੀਆਂ ਮੰਗਾਂ ਰੱਖਣ ਲਈ ਠੀਕ ਹੈ ਜੀ ਕੰਮ ਕਰਦੇ ਸੀਗੇ। ਸੋ ਇਹਦੀ ਜਿਹੜੀ ਈਸਟ ਇੰਡੀਆ ਐਸੋਸੀਏਸ਼ਨ ਸੀਗੀ ਇਹਦੀ ਸਥਾਪਨਾ ਕੀਤੀ ਸੀ ਦਾਦਾ ਭਾਈ ਨਰੋਜੀ ਨੇ। ਠੀਕ ਹੈ ਜੀ, ਕਦੋਂ ਕੀਤੀ ਸੀਗੀ? 1866 ਵਿੱਚ। ਕਦੋਂ ਕੀਤੀ? 1866 ਵਿੱਚ। ਕਿੱਥੇ ਕੀਤੀ ਸੀਗੀ? ਲੰਡਨ ਵਿੱਚ। ਠੀਕ ਹੈ ਜੀ, ਕਿੱਥੇ ਕੀਤੀ ਸੀਗੀ? ਲੰਡਨ ਵਿੱਚ ਕੀਤੀ ਸੀਗੀ। ਤੇ ਬਾਕੀ ਦਾਦਾ ਭਾਈ ਨਰੋਜੀ ਇੰਗਲੈਂਡ ਦੀ ਸੰਸਦ ਵਿੱਚ ਪਹੁੰਚਣ ਵਾਲੇ, ਲੰਡਨ ਦੀ ਸੰਸਦ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਕੌਣ ਬਣੇ ਸੀਗੇ? ਦਾਦਾ ਭਾਈ ਨਰੋਜੀ ਬਣੇ ਸੀ। ਠੀਕ ਹੈ ਜੀ, ਇੰਡੀਆ ਦਾ ਗ੍ਰੈਂਡ ਓਲਡ ਮੈਨ, ਇੰਡੀਆ ਦਾ ਗ੍ਰੈਂਡ ਓਲਡ ਮੈਨ ਕਿਸ ਨੂੰ ਕਿਹਾ ਜਾਂਦਾ ਗਾ? ਦਾਦਾ ਭਾਈ ਨਰੋਜੀ ਨੂੰ ਕਿਹਾ ਜਾਂਦਾ। ਠੀਕ ਹੈ ਜੀ, ਤੇ ਬਾਕੀ ਪਹਿਲੇ ਵਿਅਕਤੀ ਸੀਗੇ ਜਿਨ੍ਹਾਂ ਨੇ ਭਾਰਤ ਦੀ ਪਰ ਕੈਪੀਟਾ ਇਨਕਮ ਕੈਲਕੂਲੇਟ ਕੀਤੀ। ਠੀਕ ਹੈ ਜੀ, ਪਰ ਕੈਪੀਟਾ ਇਨਕਮ ਕਿਹਨਾਂ ਨੇ ਕੈਲਕੂਲੇਟ ਕੀਤੀ ਸੀਗੀ? ਦਾਦਾ ਭਾਈ ਨਰੋਜੀ ਨੇ। ਕਿੰਨੀ ਸੀਗੀ? 20 ਰੁਪਏ ਸੀਗੀ। ਠੀਕ ਹੈ, ਕਿੰਨੀ ਸੀਗੀ? 20 ਰੁਪਏ ਸੀਗੀ। ਤੇ ਬਾਕੀ ਇਹਨਾਂ ਦੀ ਇੱਕ ਬੁੱਕ ਸੀਗੀ, ਬੁੱਕ ਕਿਹੜੀ ਸੀਗੀ? ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ। ਕਿਹੜੀ ਸੀਗੀ? ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਆਫ ਇੰਡੀਆ। ਕਿਹਨਾਂ ਦੀ ਬੁੱਕ ਸੀਗੀ? ਦਾਦਾ ਭਾਈ ਨਰੋਜੀ। ਠੀਕ ਹੈ ਜੀ, ਸਾਰੀਆਂ ਗੱਲਾਂ ਕਲੀਅਰ ਹੋ ਗਈਆਂ। ਈਸਟ ਇੰਡੀਆ ਐਸੋਸੀਏਸ਼ਨ ਕਾਂਗਰਸ ਤੋਂ ਪਹਿਲਾਂ ਬਣੀ ਸੀ। ਠੀਕ ਹੈ ਜੀ, ਕਦੋਂ ਬਣੀ ਸੀਗੀ? 1866 ਵਿੱਚ। ਕਿੱਥੇ ਬਣੀ ਸੀਗੀ? ਲੰਡਨ ਵਿੱਚ ਬਣੀ ਸੀ। ਠੀਕ ਹੈ ਜੀ, ਕਿਹਨੇ ਬਣਾਈ ਸੀ? ਦਾਦਾ ਭਾਈ ਨਰੋਜੀ ਨੇ ਬਣਾਈ ਸੀ। ਠੀਕ ਹੈ ਜੀ, ਗ੍ਰੈਂਡ ਓਲਡ ਮੈਨ ਕਿਹਨਾਂ ਨੂੰ ਕਿਹਾ? ਦਾਦਾ ਭਾਈ ਨਰੋਜੀ ਨੂੰ ਕਿਹਾ ਜਾਂਦਾ ਗਾ। ਪਹਿਲੇ ਵਿਅਕਤੀ ਜਿਨ੍ਹਾਂ ਨੇ ਭਾਰਤ ਦੀ ਪਰ ਕੈਪੀਟਾ ਇਨਕਮ ਕੈਲਕੂਲੇਟ ਕੀਤੀ ਸੀ ਦਾਦਾ ਭਾਈ ਨਰੋਜੀ ਨੇ ਕੀਤੀ ਸੀ। ਕਿੰਨੀ ਸੀਗੀ? 20 ਰੁਪਏ ਸੀ। ਠੀਕ ਹੈ ਜੀ, ਤੇ ਬਾਕੀ ਇਹਨਾਂ ਦੀ ਇੱਕ ਬੁੱਕ ਸੀ ਕਿਹੜੀ? ਪੋਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ। ਠੀਕ ਹੈ ਜੀ, ਸਾਰੀਆਂ ਗੱਲਾਂ ਕਲੀਅਰ ਹੋ ਗਈਆਂ। ਤੇ ਇੱਕ ਇਹ ਕੌਣ ਸੀਗੇ? ਨਰਮ ਦਲ ਦੇ ਨੇਤਾ ਸੀਗੇ। ਕੌਣ ਸੀਗੇ? ਨਰਮ ਦਲ ਦੇ ਨੇਤਾ ਸੀ। ਠੀਕ ਹੈ ਜੀ, ਸਾਰੀਆਂ ਗੱਲਾਂ ਨੋਟ ਕਰ ਲੈਣਾ ਗਾ, ਇਸ ਤੋਂ ਬਾਹਰ ਕੁਝ ਵੀ ਨਹੀਂ ਆਉਂਦਾ। ਚਲੋ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 2 ਦੇਖੋ, ਦਾ ਇੰਡੀਅਨ ਨੈਸ਼ਨਲ ਐਸੋਸੀਏਸ਼ਨ 1876 ਦੀ ਸ਼ੁਰੂਆਤ ਕਿਹਨਾਂ ਨੇ ਕੀਤੀ ਸੀ? ਤਾਂ ਦੇਖੋ ਜੀ, ਇਹ ਵੀ ਕਾਂਗਰਸ ਤੋਂ ਪਹਿਲਾਂ ਦੀ ਇੱਕ ਐਸੋਸੀਏਸ਼ਨ ਸੀਗੀ ਪਰ 1886 ਵਿੱਚ ਇਹਨੂੰ ਕਾਂਗਰਸ ਵਿੱਚ ਹੀ ਮਰਜ ਕਰਤਾ ਸੀ। ਠੀਕ ਹੈ ਜੀ, ਇਹਨੂੰ ਕਾਂਗਰਸ ਵਿੱਚ ਹੀ ਮਿਲਾ ਦਿੱਤਾ ਗਿਆ ਸੀਗਾ। ਇਹ ਨੋਟ ਕਰੋ। ਸੋ ਦੋ ਜਣੇ ਨੇ ਕੀਤੀ ਸੀ ਸ਼ੁਰੂਆਤ। ਕਿਹਨੇ? ਆਨੰਦ ਮੋਹਨ ਘੋਸ਼ ਨੇ ਤੇ ਸੁਰਿੰਦਰ ਨਾਥ ਬੈਨਰਜੀ ਨੇ। ਠੀਕ ਹੈ ਜੀ, ਕਿਹਨੇ? ਆਨੰਦ ਮੋਹਨ ਘੋਸ਼ ਨੇ ਤੇ ਸੁਰਿੰਦਰ ਨਾਥ ਬੈਨਰਜੀ ਨੇ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ। ਠੀਕ ਹੈ ਜੀ, ਤੇ ਬਾਕੀ ਕਿਉਂ ਕੀਤੀ ਸੀਗੀ? ਇਹਨਾਂ ਦੀ ਕੁਝ ਮੰਗਾਂ ਸੀਗੀਆਂ। ਕਿਹੜੀਆਂ ਮੰਗਾਂ ਸੀਗੀਆਂ? ਇੱਕ ਤਾਂ ਮੰਗ ਸੀਗੀ ਵੀ ਜਿਹੜੀ ਆਪਣੀ ਸਿਵਲ ਸਰਵਿਸ ਦਾ ਐਗਜ਼ਾਮੀਨੇਸ਼ਨ ਹੁੰਦਾ ਸੀਗਾ ਉਹਦੇ ਵਿੱਚ ਏਜ ਘੱਟ ਕਰੋ। ਤੇ ਬਾਕੀ ਇਹਨਾਂ ਦੀ ਮੰਗ ਸੀਗੀ ਆਰਮਜ਼ ਐਕਟ। ਠੀਕ ਆ ਜੀ, ਆਰਮਜ਼ ਐਕਟ ਕੀ ਸੀਗਾ? ਸੋ ਇਹਦੇ ਵਿੱਚ ਕੀ ਸੀਗਾ ਵੀ ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਹਥਿਆਰ ਰੱਖਣ ਦੀ ਮਨਾਹੀ ਕਰਤੀ। ਠੀਕ ਆ ਜੀ, ਹਥਿਆਰ ਰੱਖਣ ਦੀ ਮਨਾਹੀ ਕਰਤੀ ਸੀ, ਪਰ ਇਹ ਰੂਲ ਅੰਗਰੇਜ਼ਾਂ ਉੱਪਰ ਲਾਗੂ ਨਹੀਂ ਹੁੰਦਾ ਸੀਗਾ। ਅੰਗਰੇਜ਼ ਹਥਿਆਰ ਰੱਖ ਸਕਦੇ ਸੀ। ਠੀਕ ਆ ਜੀ, ਜੇ ਭਾਰਤੀ ਹਥਿਆਰ ਰੱਖਦੇ ਸੀ ਤਾਂ ਉਹਨਾਂ ਉੱਪਰ ਕਾਰਵਾਈ ਹੁੰਦੀ ਸੀਗੀ ਬਿਨਾਂ ਲਾਇਸੈਂਸ ਤੋਂ, ਪਰ ਅੰਗਰੇਜ਼ਾਂ ਉੱਪਰ ਇਹ ਕਾਰਵਾਈ ਨਹੀਂ ਹੁੰਦੀ ਸੀ। ਠੀਕ ਆ ਜੀ, ਸੋ ਇਹਦਾ ਵਿਰੋਧ ਕੀਤਾ ਗਿਆ ਸੀ। ਕਿਹਨਾਂ ਨੇ ਕੀਤਾ ਸੀਗਾ? ਆਨੰਦ ਮੋਹਨ ਘੋਸ਼ ਨੇ, ਸੁਰਿੰਦਰ ਨਾਥ ਬੈਨਰਜੀ ਨੇ। ਠੀਕ ਆ ਜੀ, ਤੇ ਬਾਕੀ ਵਰਨੈਕੂਲਰ ਐਕਟ ਦਾ ਵਿਰੋਧ ਕੀਤਾ ਸੀ। ਵਰਨੈਕੂਲਰ ਪ੍ਰੈਸ ਐਕਟ ਇਹ ਕੀ ਸੀਗਾ? ਜਿਹੜੀ ਆਪਣੀ ਲੋਕਲ ਲੈਂਗੁਏਜ ਹੁੰਦੀ ਸੀ ਉਹਦੇ ਵਿੱਚ ਅਖਬਾਰ ਛਪਦਾ ਸੀਗਾ। ਸੋ ਉਹਦੇ ਵਿੱਚ ਅੰਗਰੇਜ਼ ਸਰਕਾਰ ਦੇ ਖਿਲਾਫ ਆਪਾਂ ਕੁਝ ਵੀ ਨਹੀਂ ਛਾਪ ਸਕਦੇ ਸੀ। ਜੇ ਛਾਪਣਾਗਾ ਤਾਂ ਉਹਨੂੰ ਇੱਕ ਵਾਰੀ ਅੰਗਰੇਜ਼ ਸਰਕਾਰ ਨੂੰ ਦਿਖਾਉਣਾ ਪਊਗਾ ਜਾਂ ਕੀ ਕਰਨਾ ਪਊਗਾ? ਇੰਗਲਿਸ਼ ਭਾਸ਼ਾ ਵਿੱਚ ਵੀ ਛਾਪਣਾ ਪਊਗਾ। ਸੋ ਇਸ ਕਾਰਨ ਕਈ ਪ੍ਰੈਸਾਂ ਬੰਦ ਹੋ ਗਈਆਂ ਸੀਗੀਆਂ ਜਾਂ ਕਈਆਂ ਨੇ ਆਪਣੇ ਅਖਬਾਰ ਸੀ ਜਿਹੜੇ ਉਹ ਜਿਹੜੀਆਂ ਵਰਨੈਕੂਲਰ ਲੈਂਗੁਏਜ ਹੈਗੀਆਂ ਸੀ, ਆਪਣੀਆਂ ਲੋਕਲ ਲੈਂਗੁਏਜ ਹੈਗੀਆਂ ਸੀਗੀਆਂ ਉਹਦੇ ਵਿੱਚੋਂ ਕੀ ਕਰਤਾ ਸੀਗਾ? ਉਹਦੇ ਵਿੱਚੋਂ ਇੰਗਲਿਸ਼ ਭਾਸ਼ਾ ਵਿੱਚ ਕਰਤੇ ਸੀ। ਠੀਕ ਆ ਜੀ, ਸੋ ਇਹ ਸੀਗਾ ਆਪਣਾ ਵਰਨੈਕੂਲਰ ਪ੍ਰੈਸ ਐਕਟ। ਕਲੀਅਰ ਹੋ ਗਈ ਗੱਲ? ਸੋ ਇਹਨਾਂ ਦੇ ਕੁਝ ਮੰਗਾਂ ਸੀਗੀਆਂ। ਇੱਕ ਤਾਂ ਕਿਹੜੀ ਮੰਗ ਸੀ? ਸਿਵਲ ਸਰਵਿਸ ਐਗਜ਼ਾਮੀਨੇਸ਼ਨ ਦੀ ਕੀ ਕਰਨਾ ਸੀਗਾ? ਏਜ ਘੱਟ ਕਰਨੀ ਸੀ। ਇੱਕ ਆਰਮਜ਼ ਐਕਟ ਵਿਰੋਧ ਕਰਨਾ ਸੀ। ਠੀਕ ਆ ਜੀ, ਤੇ ਬਾਕੀ ਇਹਨਾਂ ਦੀ ਮੰਗ ਸੀਗੀ ਵਰਨੈਕੂਲਰ ਪ੍ਰੈਸ ਐਕਟ ਦਾ ਵਿਰੋਧ ਕਰਨਾ। ਠੀਕ ਆ ਜੀ, ਕਲੀਅਰ ਹੋ ਗਈ ਗੱਲ? ਇਹ ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾਗਾ? ਨੋਟ ਕਰ ਲੈਣਾਗਾ। ਤੇ ਆਹ ਗੱਲ ਯਾਦ ਰੱਖ ਲਿਓ, 1886 ਵਿੱਚ ਕੀ ਕਰਤਾ ਸੀ? ਇਹਨੂੰ ਕਾਂਗਰਸ ਵਿੱਚ ਹੀ ਮਿਲਾ ਦਿੱਤਾ ਗਿਆ ਸੀ। ਕਲੀਅਰ ਹੋ ਗਈ ਗੱਲ? ਚਲੋ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 3 ਦੇਖੋ, ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਸਭ ਨੂੰ ਪਤਾ ਹੋਣਾ ਚਾਹੀਦਾ ਕਿਸ ਨੇ ਕੀਤੀ। A.O. ਹਿਊਮ ਨੇ ਕੀਤੀ। ਠੀਕ ਆ ਜੀ, ਸਿਮਲਾ ਦੇ ਸੰਨਿਆਸੀ ਕਿਹਨਾਂ ਨੂੰ ਕਿਹਾ ਜਾਂਦਾ ਗਾ? A.O. ਹਿਊਮ ਨੂੰ ਕਿਹਾ ਜਾਂਦਾ। ਪ੍ਰਸ਼ਨ ਆ ਜੇ ਤੇ ਬਾਕੀ ਇਹ ਇੱਕ ਅੰਗਰੇਜ਼ ਅਧਿਕਾਰੀ ਸੀਗੇ। ਠੀਕ ਆ ਜੀ, ਰਿਟਾਇਰ ਅੰਗਰੇਜ਼ ਅਧਿਕਾਰੀ ਸੀਗੇ, ਪਰ ਭਾਰਤ ਦੇ ਲੋਕਾਂ ਦੇ ਕੀ ਕਰਦੇ ਸੀਗੇ? ਹੱਕ ਵਿੱਚ ਸੋਚਦੇ ਸੀਗੇ। ਠੀਕ ਆ ਜੀ, ਸੋ ਇਹਨਾਂ ਨੇ ਕਾਂਗਰਸ ਦੀ ਸਥਾਪਨਾ ਕੀਤੀ ਸੀ ਕਦੋਂ? 28 ਦਸੰਬਰ
डेट याद रख लो 28 ਦਸੰਬਰ 1885 ठीक है जी 28 ਦਸੰਬਰ 1885 ਵਿੱਚ ਕੀਤੀ ठीक है जी। पर ਜਿਹੜਾ ਪਹਿਲਾ ਸੈਸ਼ਨ ਹੋਇਆ ਸੀਗਾ ਉਹਦੇ ਅਧਿਆਕਸ਼ ਕੌਣ ਬਣੇ ਸੀਗੇ WC ਬੈਨਰਜੀ। ਕੌਣ ਬਣੇ ਸੀਗੇ WC ਬੈਨਰਜੀ। ਤੇ ਕਿੱਥੇ ਹੋਇਆ ਸੀਗਾ ਪਹਿਲਾ ਸੈਸ਼ਨ ਕਿੱਥੇ ਹੋਇਆ ਸੀਗਾ ਇੰਪੋਰਟੈਂਟ ਪ੍ਰਸ਼ਨ ਹੈਗਾ। ਤਾਂ ਦੇਖੋ ਪਹਿਲਾਂ ਇਹ ਹੋਣਾ ਸੀਗਾ ਪੂਨੇ ਵਿੱਚ। ਇਹ ਵੀ ਪ੍ਰਸ਼ਨ ਆਇਆ ਹੋਗਾ ਵੀ ਪਹਿਲਾਂ ਕਿੱਥੇ ਹੋਣਾ ਸੀਗਾ। ਪਹਿਲਾਂ ਇਹ ਪੂਨੇ ਵਿੱਚ ਹੋਣਾ ਸੀਗਾ ਪਰ ਪੂਨੇ ਵਿੱਚ ਕੀ ਹੋ ਗਿਆ ਸੀਗਾ ਪਲੇਗ ਫੈਲ ਗਿਆ ਸੀਗਾ। ਪਲੇਗ ਦੀ ਬਿਮਾਰੀ ਫੈਲ ਗਈ ਸੀਗੀ। ਸੋ ਪੂਨੇ ਵਿੱਚੋਂ ਕਿੱਥੇ ਕਰਤਾ ਸੀਗਾ ਬੰਬੇ ਵਿੱਚ ਕਰਤਾ ਸੀ ਠੀਕ ਆ ਜੀ। ਕਿੱਥੇ ਕਰਤਾ ਸੀਗਾ ਬੰਬੇ ਵਿੱਚ। ਬੰਬੇ ਵਿੱਚ ਵੀ ਇੱਕ ਕਾਲਜ ਹੈਗਾ ਕਿਹੜਾ ਕਾਲਜ ਗੋਕੁਲਦਾਸ ਬੰਬੇ ਤੇਜਪਾਲ ਕਾਲਜ ਠੀਕ ਆ ਜੀ। ਗੋਕੁਲਦਾਸ ਬੰਬੇ ਤੇਜਪਾਲ ਸੰਸਕ੍ਰਿਤ ਕਾਲਜ ਸੀਗਾ। ਸੋ ਉੱਥੇ ਪਹਿਲਾ ਸੈਸ਼ਨ ਹੋਇਆ ਸੀ। ਕਲੀਅਰ ਹੋ ਗਈ ਗੱਲ। ਤੇ ਬਾਕੀ ਇਹ ਵੀ ਪ੍ਰਸ਼ਨ ਆ ਸਕਦਾ ਗਾ ਵੀ ਉਸ ਵਕਤ ਜਿਹੜਾ ਭਾਰਤ ਦਾ ਵਾਇਸਰਾਏ ਸੀ ਉਹ ਕੌਣ ਸੀਗਾ ਲਾਰਡ ਡਫਰਿਨ। ਕੌਣ ਸੀਗਾ ਲਾਰਡ ਡਫਰਿਨ ਠੀਕ ਆ ਜੀ। ਕੌਣ ਸੀਗਾ ਲਾਰਡ ਡਫਰਿਨ ਠੀਕ ਆ ਜੀ। ਇਹ ਵੀ ਨੋਟ ਕਰਿਓ। ਤੇ ਬਾਕੀ ਹੋਰ ਕਿਹੜੀ ਗੱਲਾਂ ਆਪਾਂ ਨੋਟ ਕੀਤੀਆਂ। ਕਾਂਗਰਸ ਦੀ ਸਥਾਪਨਾ ਕਦੋਂ ਹੋਈ 28 ਦਸੰਬਰ 1885 ਕਿਹਨੇ ਕੀਤੀ ਸੀ ਏ.ਓ. ਹਿਊਮ ਨੇ ਕੀਤੀ ਸੀ। ਸਿਮਲਾ ਸੰਨਿਆਸੀ ਕਿਹਨਾਂ ਨੂੰ ਕਿਹਾ ਜਾਂਦਾ ਏ.ਓ. ਹਿਊਮ ਨੂੰ ਕਿਹਾ ਜਾਂਦਾ। WC ਬੈਨਰਜੀ ਕਾਂਗਰਸ ਦੇ ਪਹਿਲੇ ਸੈਸ਼ਨ ਵਿੱਚ ਕੀ ਬਣੇ ਸੀ ਪ੍ਰੈਜ਼ੀਡੈਂਟ ਬਣੇ ਸੀ ਠੀਕ ਆ ਜੀ। ਪਹਿਲਾ ਸੈਸ਼ਨ ਕਿੱਥੇ ਹੋਇਆ ਪੂਨੇ ਵਿੱਚ ਹੋਣਾ ਸੀ। ਪੂਨੇ ਵਿੱਚ ਪਲੇਗ ਫੈਲ ਗਿਆ ਬੰਬੇ ਵਿੱਚ ਹੋਇਆ ਠੀਕ ਆ ਜੀ। ਗੋਕੁਲਦਾਸ ਤੇਜਪਾਲ ਸੰਸਕ੍ਰਿਤ ਸਕੂਲ ਸੀ ਜਾਂ ਕਾਲਜ ਸੀਗਾ ਉੱਥੇ ਹੋਇਆ ਠੀਕ ਆ ਜੀ। ਤੇ ਜਿਹੜਾ ਭਾਰਤ ਦਾ ਵਾਇਸਰਾਏ ਸੀ ਕੌਣ ਸੀ ਉਸ ਵਕਤ ਲਾਰਡ ਡਫਰਿਨ ਸੀ ਠੀਕ ਆ ਜੀ। ਇਹ ਸਾਰੀਆਂ ਗੱਲਾਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ। ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਹੈਗਾ ਨੋਟ ਕਰ ਲੈਣਾ ਠੀਕ ਆ ਜੀ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 4 ਦੇਖੋ ਕਾਂਗਰਸ ਦੇ ਪਹਿਲੇ ਸੈਸ਼ਨ ਵਿੱਚ ਕੁੱਲ ਕਿੰਨੇ ਮੈਂਬਰਾਂ ਨੇ ਹਿੱਸਾ ਲਿਆ। ਇੰਪੋਰਟੈਂਟ ਪ੍ਰਸ਼ਨ ਆ ਕਿੰਨੇ ਮੈਂਬਰਾਂ ਨੇ ਹਿੱਸਾ ਲਿਆ 72 ਮੈਂਬਰਾਂ ਨੇ ਹਿੱਸਾ ਲਿਆ ਠੀਕ ਆ ਜੀ। ਕਿੰਨੇ ਮੈਂਬਰਾਂ ਨੇ ਹਿੱਸਾ ਲਿਆ 72 ਮੈਂਬਰਾਂ ਨੇ ਹਿੱਸਾ ਲਿਆ ਸੀਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 5 ਦੇਖੋ ਕੰਦਾਮਨੀ ਗਾਂਗੁਲੀ ਨੇ ਕਾਂਗਰਸ ਦੇ ਕਿਹੜੇ ਸੈਸ਼ਨ ਵਿੱਚ ਭਾਸ਼ਣ ਦਿੱਤਾ ਸੀ। ਇੰਪੋਰਟੈਂਟ ਪ੍ਰਸ਼ਨ ਹੈਗਾ ਕੌਣ ਸੀ ਜੀ ਕੰਦਾਮਨੀ ਗਾਂਗੁਲੀ। ਕਲਕੱਤਾ ਯੂਨੀਵਰਸਿਟੀ ਦੀ ਪਹਿਲੀ ਗ੍ਰੈਜੂਏਟ ਮਹਿਲਾ ਸੀ। ਕੌਣ ਸੀਗੀ ਕਲਕੱਤਾ ਯੂਨੀਵਰਸਿਟੀ ਦੀ ਪਹਿਲੀ ਗ੍ਰੈਜੂਏਟ ਮਹਿਲਾ ਸੀਗੀ ਕੌਣ ਕੰਦਾਮਨੀ ਗਾਂਗੁਲੀ। ਤਾਂ ਦੇਖੋ ਕਾਂਗਰਸ ਦਾ ਸੈਸ਼ਨ ਸਹੀ ਤਰ੍ਹਾਂ ਚੱਲ ਰਹੇ ਸੀਗੇ ਪਰ ਕੀ ਸੀਗਾ ਕਾਂਗਰਸ ਵਿੱਚ ਕੋਈ ਮਹਿਲਾ ਨਹੀਂ ਸੀਗੀ। ਸੋ ਕਾਂਗਰਸ ਨੇ ਕੀ ਕੀਤਾ ਮਹਿਲਾਵਾਂ ਨੂੰ ਜੋੜਨ ਲਈ ਕੰਦਾਮਨੀ ਗਾਂਗੁਲੀ ਕਲਕੱਤਾ ਯੂਨੀਵਰਸਿਟੀ ਦੀ ਪਹਿਲੀ ਕਿਸੇ ਵੂਮਨ ਗ੍ਰੈਜੂਏਟ ਸੀਗੀ। ਸੋ ਇਹ ਤੋਂ ਭਾਸ਼ਣ ਦਵਾਇਆ ਸੀ ਕਿਹੜੇ ਸੈਸ਼ਨ ਵਿੱਚ 1890 ਦੇ ਸੈਸ਼ਨ ਵਿੱਚ। ਕਿਹੜੇ ਸੈਸ਼ਨ ਵਿੱਚ 1890 ਦੇ ਸੈਸ਼ਨ ਵਿੱਚ। ਇਸ ਵਕਤ ਪ੍ਰੈਜ਼ੀਡੈਂਟ ਕੌਣ ਸੀਗਾ ਫਿਰੋਜ਼ ਸ਼ਾਹ ਮਹਿਤਾ ਸੀ। ਕੌਣ ਸੀਗਾ ਫਿਰੋਜ਼ ਸ਼ਾਹ ਮਹਿਤਾ ਸੀ ਠੀਕ ਆ ਜੀ। ਸੋ ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਗਾ ਨੋਟ ਕਰ ਲੈਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀਆਂ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 6 ਦੇਖੋ ਕਾਂਗਰਸ ਦੀ ਸਥਾਪਨਾ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ। ਤਾਂ ਉੱਪਰ ਹੀ ਆਪਾਂ ਗੱਲ ਕਰਕੇ ਕੌਣ ਸੀਗੇ ਲਾਰਡ ਡਫਰਿਨ ਸੀ। ਲਾਰਡ ਡਫਰਿਨ ਸੀ ਠੀਕ ਆ ਜੀ। ਤੁਸੀਂ ਯਾਦ ਰੱਖ ਸਕਦੇ ਹੋ ਵੀ ਡੱਫਰ ਸੀਗਾ। ਕੌਣ ਸੀ ਇਹ ਡੱਫਰ ਸੀਗਾ। ਕਿਉਂ ਡੱਫਰ ਸੀਗਾ ਕਿਉਂਕਿ ਕਾਂਗਰਸ ਦੀ ਸਥਾਪਨਾ ਕਰਵਾਤੀ। ਕਾਂਗਰਸ ਇੱਕ ਮੁੱਖ ਪਾਰਟੀ ਸੀ। ਆਪਾਂ ਕਹਿ ਸਕਦੇ ਹਾਂ ਵੀ ਕਾਂਗਰਸ ਨੇ ਹੀ ਮੇਨ ਰੋਲ ਕੀਤਾ ਭਾਰਤ ਦੀ ਆਜ਼ਾਦੀ ਵਿੱਚ ਠੀਕ ਆ ਜੀ। ਕਾਂਗਰਸ ਨੇ ਹੀ ਮੇਨ ਰੋਲ ਕੀਤਾ। ਜਿੰਨੇ ਵੀ ਕਾਂਗਰਸ ਦੇ ਨੇਤਾ ਸੀਗੇ ਉਹ ਬਾਕੀ ਗੱਲ ਆ ਵੀ ਇਹਨਾਂ ਵਿੱਚ ਲੜਾਈਆਂ ਹੁੰਦੀ ਰਹੀਆਂ ਵੱਖਰੀ ਗੱਲ ਹੁੰਦੀ ਰਹੀ ਪਰ ਕਾਂਗਰਸ ਇੱਕ ਬਹੁਤ ਜ਼ਿਆਦਾ ਵੱਡਾ ਰੋਲ ਸੀਗਾ ਕੀ ਸੀਗਾ ਭਾਰਤ ਦੀ ਆਜ਼ਾਦੀ ਵਿੱਚ। ਸੋ ਡੱਫਰ ਹੀ ਹੋਊਗਾ ਜਿਹਨੇ ਕਾਂਗਰਸ ਦੀ ਸਥਾਪਨਾ ਕਰਨ ਦਿੱਤੀ ਠੀਕ ਆ ਜੀ। ਜੇ ਨਾ ਕਰਨ ਦਾ ਸ਼ਾਇਦ ਅੱਜ ਆਪਣਾ ਦੇਸ਼ ਆਜ਼ਾਦ ਵੀ ਨਾ ਹੁੰਦਾ ਸ਼ਾਇਦ ਠੀਕ ਆ ਜੀ। ਸੋ ਲਾਰਡ ਆਪਾਂ ਡੱਫਰ ਤੋਂ ਯਾਦ ਰੱਖ ਸਕਦੇ ਹਾਂ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 7 ਦੇਖੋ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ। ਤਾਂ ਦੇਖੋ ਜੇ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਪੁੱਛ ਲੈਣ ਐਨੀ ਬਸੈਂਟ ਸੀ ਠੀਕ ਆ ਜੀ। ਕਦੋਂ ਬਣੀ ਸੀਗੀ 1917 ਵਿੱਚ ਬਣੀ ਸੀ। ਕਿਹੜੇ ਸੈਸ਼ਨ ਵਿੱਚ ਬਣੀ ਸੀ ਕਲਕੱਤਾ ਦੇ ਸੈਸ਼ਨ ਵਿੱਚ ਬਣੀ ਸੀ ਠੀਕ ਆ ਜੀ। ਜੇ ਕਾਂਗਰਸ ਦੀ ਇਹ ਆਇਰਲੈਂਡ ਤੁਸੀਂ ਪਹਿਲਾਂ ਯਾਦ ਰੱਖ ਲਓ ਇਹ ਆਇਰਲੈਂਡ ਤੋਂ ਸੀਗੀ। ਜੇ ਕਾਂਗਰਸ ਦੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ ਪੁੱਛ ਲੈਣ ਕੌਣ ਸੀ ਸਰੋਜਨੀ ਨਾਇਡੂ ਸੀ ਠੀਕ ਆ ਜੀ। ਕੌਣ ਸੀ ਸਰੋਜਨੀ ਨਾਇਡੂ ਸੀ। ਇਹ ਕਦੋਂ ਬਣੀ ਸੀਗੀ 1925 ਵਿੱਚ ਬਣੀ ਸੀ। ਕਦੋਂ ਬਣੀ ਸੀਗੀ 1925 ਵਿੱਚ ਬਣੀ ਸੀ। ਕਿਹੜੇ ਸੈਸ਼ਨ ਵਿੱਚ ਕਾਨਪੁਰ ਦੇ ਸੈਸ਼ਨ ਵਿੱਚ। ਕਿਹੜੇ ਸੈਸ਼ਨ ਵਿੱਚ ਕਾਨਪੁਰ ਦੇ ਸੈਸ਼ਨ ਵਿੱਚ ਠੀਕ ਆ ਜੀ। ਭਾਰਤ ਦੀ ਪਹਿਲੀ ਮਹਿਲਾ ਗਵਰਨਰ ਪੁੱਛ ਲੈਣ ਕੌਣ ਬਣੀ ਸੀ ਸਰੋਜਨੀ ਨਾਇਡੂ ਬਣੀ ਸੀ। ਯੂਪੀ ਦੀ ਗਵਰਨਰ ਬਣੀ ਸੀ ਠੀਕ ਆ ਜੀ। ਭਾਰਤ ਦੀ ਪਹਿਲੀ ਮਹਿਲਾ ਗਵਰਨਰ ਕੌਣ ਬਣੀ ਸੀ ਸਰੋਜਨੀ ਨਾਇਡੂ ਬਣੀ ਸੀ 1900 ਵੰਡ ਤੋਂ ਬਾਅਦ ਠੀਕ ਆ ਜੀ। ਦੇਸ਼ ਦੀ ਵੰਡ ਤੋਂ ਬਾਅਦ 1947 ਵਿੱਚ ਸਰੋਜਨੀ ਨਾਇਡੂ ਬਣੀ ਸੀ ਠੀਕ ਆ ਜੀ। ਤੇ ਬਾਕੀ ਭਾਰਤ ਦੀ ਨਾਈਟਿੰਗੇਲ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਗਾ ਸਰੋਜਨੀ ਨਾਇਡੂ ਨੂੰ ਕਿਹਾ ਜਾਂਦਾ ਠੀਕ ਆ ਜੀ। ਸੋ ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਗਾ ਯਾਦ ਕਰ ਲੈਣਾ ਗਾ। ਇੱਕ ਵਾਰੀ ਹੋਰ ਦੇਖੋ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਐਨੀ ਬਸੈਂਟ ਠੀਕ ਆ ਜੀ। ਕਦੋਂ ਬਣੀ ਸੀ 1917 ਵਿੱਚ ਬਣੀ ਸੀ। ਕਲਕੱਤਾ ਦੇ ਸੈਸ਼ਨ ਵਿੱਚ ਬਣੀ ਸੀ। ਜੇ ਭਾਰਤੀ ਮਹਿਲਾ ਪ੍ਰਧਾਨ ਪੁੱਛ ਲੈਣ ਸਰੋਜਨੀ ਨਾਇਡੂ ਠੀਕ ਆ ਜੀ। ਕਦੋਂ ਬਣੀ ਸੀ 1925 ਵਿੱਚ ਬਣੀ ਸੀ। ਕਾਨਪੁਰ ਦੇ ਸੈਸ਼ਨ ਵਿੱਚ ਬਣੀ ਸੀ ਠੀਕ ਆ ਜੀ। ਭਾਰਤ ਦੀ ਪਹਿਲੀ ਮਹਿਲਾ ਗਵਰਨਰ ਪੁੱਛ ਲੈਣ ਸਰੋਜਨੀ ਨਾਇਡੂ। ਨਾਈਟਿੰਗੇਲ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਗਾ ਸਰੋਜਨੀ ਨਾਇਡੂ ਨੂੰ ਕਿਹਾ ਜਾਂਦਾ। ਕਲੀਅਰ ਹੋ ਗਿਆ। ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਗਾ ਨੋਟ ਕਰ ਲੈਣਾ ਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 8 ਦੇਖੋ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀ। ਹਾਂਜੀ ਕੌਣ ਸੀ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਂਸਰ ਆ ਜਾਊਗਾ ਬਦਰੁਦੀਨ ਤੈयब ਜੀ। ਬਦਰੁਦੀਨ ਤੈयब ਜੀ ਇੰਨੇ ਯਾਦ ਰੱਖ ਲਓ ਹੋਰ ਕੁਝ ਨਹੀਂ ਯਾਦ ਰੱਖਣਾ ਇਹਨਾਂ ਨਾਲ ਸੰਬੰਧਿਤ। ਪ੍ਰਸ਼ਨ ਨੰਬਰ 9 ਦੇਖੋ ਕਾਂਗਰਸ ਦਾ ਪਹਿਲਾ ਅੰਗਰੇਜ਼ ਪ੍ਰੈਜ਼ੀਡੈਂਟ ਕੌਣ ਸੀ। ਹਾਂਜੀ ਅੰਗਰੇਜ਼ ਪ੍ਰੈਜ਼ੀਡੈਂਟ ਕੌਣ ਸੀ ਰਾਈਟ ਆਪਸ਼ਨ ਕੀ ਆ ਜਾਊਗਾ ਆਪਸ਼ਨ ਨੰਬਰ ਆਪਣਾ ਡੀ ਬਿਲਕੁਲ ਰਾਈਟ ਆਂਸਰ ਆ ਜਾਊਗਾ ਜਾਰਜ ਜੂਲੇ। ਕੌਣ ਸੀ ਜਾਰਜ ਜੂਲੇ। ਦੇਖੋ ਇੱਥੇ ਯਾਦ ਰੱਖ ਲਿਓ ਬਹੁਤੇ ਵਿਦਿਆਰਥੀ ਗਲਤੀ ਕਰ ਦਿੰਦੇ ਹੁੰਦੇ ਹੈਗੇ। ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਇਹ ਵੀ ਇੱਕ ਅੰਗਰੇਜ਼ ਅਧਿਕਾਰੀ ਸੀ ਏ.ਓ. ਹਿਊਮ ਸੀ ਠੀਕ ਆ ਜੀ। ਏ.ਓ. ਹਿਊਮ ਸੀਗੇ। ਪਰ ਜੇ ਅੰਗਰੇਜ਼ ਪ੍ਰੈਜ਼ੀਡੈਂਟ ਪੁੱਛ ਲੈਣ ਉਹ ਕੌਣ ਸੀ ਜਾਰਜ ਜੂਲੇ। ਉਹ ਕੌਣ ਸੀ ਜਾਰਜ ਜੂਲੇ ਠੀਕ ਆ ਜੀ। ਇਹ ਯਾਦ ਰੱਖੋ ਡਿਫਰੈਂਸ ਇਹਨਾਂ ਵਿੱਚ। ਚਲੋ ਅਗਲਾ ਪ੍ਰਸ਼ਨ ਦੇਖੋ।
प्रश्न नंबर 10 देखो गांधी कांग्रेस के किहड़े सैशन में प्रेजिडेंट बने हैं, किहड़े सैशन में प्रेजिडेंट बने सन। राइट ऑप्शन क्या आ जाऊगा, ऑप्शन नंबर सी बिल्कुल राइट आंसर आ जाऊगा 1924 के सैशन में। किहड़े सैशन में 1924 सैशन में कित्थे होया सीगा, बेलगांव विच होया सीगा, कित्थे होया सीगा, बेलगांव विच होया सी। ठीक है जी, ये भी तुसीं की कर लेना गा, याद कर लेना। क्लीयर होगी गल, 1924 के बेलगांव के सैशन में। चलो अगला प्रश्न देखो, प्रश्न नंबर 11 देखो कांग्रेस का 1929 का सैशन कित्थे होया। हाँ जी कित्थे होया, अक्सर पूछा जाता प्रश्न, लाहौर विखे होया। ठीक है जी, प्रेजिडेंट कौन बने सीगे, जवाहर लाल नेहरू बने सीगे। कौन बने सीगे, जवाहर लाल नेहरू बने सी। ठीक है जी, क्यों इंपॉर्टेंट हैगा, अक्सर प्रश्न पूछा जाता है कांग्रेस के किहड़े सैशन में पहली बार पूर्ण स्वराज की मंग की गई सी, लाहौर सैशन में। ठीक है जी, कदों होया सी 1929 में पूर्ण स्वराज। ठीक है जी, याद रख लो इंपॉर्टेंट हैगा, पूर्ण स्वराज की मंग, पूर्ण स्वराज की मंग कांग्रेस के किहड़े सैशन में की गई सी, लाहौर सैशन में की गई सी। कदों होया सीगा 1929 में होया सी। ठीक है जी, तो बाकी ये भी प्रश्न आता हुंदा गा, जवाहर लाल नेहरू ने 1929 के सैशन में झंडा कित्थे फहराया सीगा, रावी दरिया के कंढे ते, रावी दरिया। ठीक है जी, रावी दरिया के कंढे ते झंडा फहराया सीगा। ते बाकी घोषणा की सी, की घोषणा की सी भी 1930 26 जनवरी तो आपां की करिया करांगे, हरेक साल गणतंत्र दिवस मनाया करांगे। ठीक है जी, 26 जनवरी तो आपां की करिया करांगे, गणतंत्र दिवस मनाया करांगे। ठीक है जी, हरेक साल किन्हां ने घोषणा की सी, जवाहर लाल नेहरू ने। क्लीयर हो गई सारी गल्लां। चलो अगला प्रश्न देखो, प्रश्न नंबर 12 देखो, सुभाष चंद्र बोस कितनी बार कांग्रेस के प्रेजिडेंट बने, कितनी बार बने, 2 बार बने। ठीक है जी, इंपॉर्टेंट प्रश्न हैगा, एक बार बने सी 1938 में। ठीक है जी, किहड़े सैशन में, हरीपुरा, हरीपुरा सैशन में। ठीक है जी, एक बार बने 1939 में, किहड़े सैशन में, त्रिपुरी, किहड़े सैशन में, त्रिपुरी सैशन में। ठीक है जी, 1939 वाला अपने इंपॉर्टेंट है, क्यों इंपॉर्टेंट है, क्योंकि इत्थे एक तो सुभाष चंद्र बोस खड़े हुए सीगे ते एक गांधी का बंदा खड़ा हुआ सी, किहड़ा होया सीगा, पत्ता बाई। ठीक है जी, क्योंकि उस वक्त जिहड़े महात्मा गांधी सीगे ते सुभाष चंद्र बोस काफ़ी मतभेद पाए जाते सीगे। सो महात्मा गांधी ने अपना एक बंदा खड़ा किया सी, पत्ता बाई। ठीक है जी, पर ते कौन जित गए सीगे, सुभाष चंद्र बोस जित गए सी। सो इहदे नाल होर दूरियां वध गईयां गांधी ते सुभाष चंद्र बोस विच। सो अखीर विच 1939 विच सुभाष चंद्र बोस ने कांग्रेस नूं की करता सीगा, छड्ड दित्ता सी। ठीक है जी, कांग्रेस नूं छड्ड दित्ता सीगा ते अपनी एक नवीं पार्टी बना सी, कदों 1939 विच। किहड़ी पार्टी, फॉरवर्ड ब्लॉक। अक्सर पूछा जाता प्रश्न, किहड़ी पार्टी, फॉरवर्ड ब्लॉक। ठीक है जी, फॉरवर्ड ब्लॉक, किहड़ी पार्टी, फॉरवर्ड ब्लॉक। ठीक है जी, क्लीयर होगी सारी, एक बार होमवर्क करो। सुभाष चंद्र बोस कितनी बार प्रेजिडेंट बने, 2 बार बने। पहली बार कदों बने सी 1938 में हरीपुरा सैशन में, दूजी बार कदों बने सी 1939 में त्रिपुरी सैशन में। ठीक है जी, त्रिपुरी सैशन में एक गांधी का बंदा भी खड़ा सी, कौन, पत्ता बाई। ठीक है जी, सो ये कौन जिते, सुभाष चंद्र बोस जिते ते बाकी दूरियां वधदियां गईयां। सो 1939 में की होया सीगा, सुभाष चंद्र बोस ने कांग्रेस नूं छड्ड दित्ता ते अपनी एक नवीं पार्टी बनाती 1939 में, किहड़ी, फॉरवर्ड ब्लॉक। ठीक है जी, फॉरवर्ड ब्लॉक। क्लीयर होगी गल सारी गल्लां। चलो अगला प्रश्न देखो, प्रश्न नंबर 13 देखो, हेठ लिखियां विचों किहड़ा एक गर्म दल नेता नहीं है। हाँ जी, किहड़ा एक गर्म दल नेता नहीं, तो देखो कांग्रेस के सैशन अगे अगे बढ़ते गए। ठीक है जी, सो की होया, कांग्रेस में 2 धड़े बन गए, एक तो गर्म दल बन गया। ठीक है जी, एक नरम दल। गर्म दल वाले कहते भी आपां इन्ने ठंडे पै के ना चलो। ठीक है जी, थोड़ा जिहा आपां जोर अजमाइश करो, गर्म दल वाले कहते। सो नरम दल वाले कहते भी आपां एक सहजे तरीके नाल चलना गा, नहीं तो ਜਿਹੜੇ भी आपां नूं अधिकार अंग्रेज सरकार दे रही है ये भी खोलूगी जे आपां गर्म तरीका अपनाया। सो ये 2 धड़े बन गए सीगे। सो देखो कुछ नेता अपने गर्म दल दे सीगे, कुछ नेता अपने किहड़े सीगे, नरम दल दे सीगे। सो इन्हां की प्रश्न हेठ लिखियां विचों किहड़ा एक गर्म दल नेता नहीं है, किहड़ा नहीं है। देखो राइट ऑप्शन क्या आ जाऊगा, ऑप्शन नंबर अपना डी बिल्कुल राइट आंसर आ जाऊगा, गोपाल कृष्ण गोखले। गोपाल कृष्ण गोखले एक नरम दल के नेता सी। ठीक है जी, एक मतलब सहजे तरीके नाल चलण वाले सीगे, ठंडे सुभाव के बंदे सीगे। पर जिहड़े आ तिन्ने सीगे, लाल बाल पाल, याद रख लिओ, लाल बाल पाल। ठीक है जी, ये की सीगे, एक गर्म दल के नेता सी। एक होर याद रख लिओ, अरविंदो घोष। कौन सीगे, अरविंदो घोष, ये भी गर्म दल के नेता सीगे। ये 4 याद रख लो बस, होर कुछ नहीं याद करना, अरविंदो घोष। ठीक है जी, सो ये भी गर्म दल के नेता सीगे। आ 4 हो गए। तो बाकी नरम दल की गल करिए, गोपाल कृष्ण गोखले, वो अपने MG रनाडे। ठीक है जी, दादा भाई नरौजी, होर किहड़ी, बदरुद्दीन तैयब जी। इस तो इलावा होर किहड़े सीगे, रास बिहारी घोष। ठीक है जी, WC बैनर्जी। ये सारे की सीगे, ये सीगे अपने नरम दल के नेता। इन्हां बारे आपां अगे भी पढ़ांगे, एक बार होर देख लो। गर्म दल के किहड़े-किहड़े सी, लाला लाजपत राय, विपिन चंद्र पाल, बाल गंगाधर तिलक, लाल बाल पाल। ठीक है जी, एक होर याद रख लो, 4 सीगे, अरविंदो घोष। जे आप नरम दल की गल करिए, गोपाल कृष्ण गोखले, MG रनाडे। ठीक है जी, दादा भाई नरौजी, तो बाकी बदरुद्दीन तैयब जी, WC बैनर्जी, रास बिहारी घोष। ये सारे की सीगे, ये नरम दल के नेता सी। क्लीयर होगी गल। चलो अगला प्रश्न देखो। हाँ जी, प्रश्न नंबर 14 देखो, बंगाल की वंड कदों हुई। तो देखो जी, बंगाल की वंड जुलाई 1905, जुलाई 1905
ਜੁਲਾਈ 1905 ਵਿੱਚ ਅੰਗਰੇਜ਼ ਸਰਕਾਰ ਨੇ ਘੋਸ਼ਣਾ ਕਰਤੀ ਵੀ ਅਸੀਂ ਬੰਗਾਲ ਨੂੰ ਦੋ ਭਾਗਾਂ ਵਿੱਚ ਵੰਡਾਂਗੇ। ਕਿਹੜੇ ਇੱਕ ਤਾਂ ਵੈਸਟ ਬੰਗਾਲ, ਇੱਕ ਈਸਟ ਬੰਗਾਲ। ਵੈਸਟ ਬੰਗਾਲ ਵਿੱਚ ਹਿੰਦੂ ਮੈਜੋਰਟੀ ਜ਼ਿਆਦਾ ਹੋਊਗੀ, ਠੀਕ ਆ ਜੀ, ਤੇ ਆਪਣੇ ਈਸਟ ਬੰਗਾਲ ਵਿੱਚ ਮੁਸਲਿਮ ਮੈਜੋਰਟੀ ਹੋਊਗੀ। ਜਿਹੜਾ ਵੈਸਟ ਬੰਗਾਲ ਸੀ ਇਹਦੀ ਰਾਜਧਾਨੀ ਕਿਹਨੂੰ ਬਣਾਇਆ ਗਿਆ? ਕਲਕੱਤਾ ਨੂੰ ਬਣਾਇਆ ਗਿਆ। ਕਿਹਨੂੰ ਬਣਾਇਆ ਗਿਆ? ਕਲਕੱਤਾ ਨੂੰ। ਵੈਸੇ ਵੀ ਸਾਂਝੇ ਦੀ ਵੀ ਕਲਕੱਤਾ ਹੀ ਸੀਗੀ ਤੇ ਵੈਸਟ ਬੰਗਾਲ ਦੀ ਰਾਜਧਾਨੀ ਕਲਕੱਤਾ ਰਹਿਣੀ ਸੀਗੀ, ਤੇ ਬਾਕੀ ਈਸਟ ਬੰਗਾਲ ਦੀ ਰਾਜਧਾਨੀ ਡੈਕਾ। ਕਿਹੜੀ ਰਾਜਧਾਨੀ ਬਣਾਇਆ ਗਿਆ? ਡੈਕਾ, ਠੀਕ ਆ ਜੀ। ਅੱਜ ਕੱਲ੍ਹ ਕੀ ਆ? ਢਾਕਾ। ਤਾਂ ਦੇਖੋ ਜੁਲਾਈ 1905 ਵਿੱਚ ਘੋਸ਼ਣਾ ਕੀਤੀ। ਐਗਜ਼ੈਕਟ ਡੇਟ ਦੀ ਗੱਲ ਕਰੀਏ 16 ਅਕਤੂਬਰ 1905। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਆ ਜਾਊਗਾ। 16 ਅਕਤੂਬਰ 1905 ਨੂੰ ਬੰਗਾਲ ਦੀ ਵੰਡ ਹੋਈ, ਠੀਕ ਆ ਜੀ। ਕਿਹਨੇ ਕੀਤੀ? ਲਾਰਡ ਕਰਜ਼ਨ ਨੇ ਕੀਤੀ। ਕਿਹਨੇ ਕੀਤੀ? ਲਾਰਡ ਕਰਜ਼ਨ ਨੇ ਕੀਤੀ, ਠੀਕ ਆ ਜੀ। ਲਾਰਡ ਕਰਜ਼ਨ, ਠੀਕ ਆ ਜੀ। ਲਾਰਡ ਕਰਜ਼ਨ ਨੇ ਕੀਤੀ। ਵਾਇਸ ਰਹਿ ਸੀ ਇੰਡੀਆ ਦਾ। ਕਲੀਅਰ ਹੋ ਗਈ ਗੱਲ? ਸਾਰੀ ਗੱਲਾਂ ਨੂੰ ਕੀ ਕਰ ਲੈਣਾ ਗਾ? ਨੋਟ ਕਰ ਲੈਣਾ ਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ 15 ਦੇਖੋ, ਬੰਗਾਲ ਵੰਡ ਦੇ ਸੰਬੰਧ ਵਿੱਚ ਕਲਕੱਤਾ ਦੇ ਟਾਊਨ ਹਾਲ ਵਿੱਚ ਕਿਹੜੇ ਅੰਦੋਲਨ ਚਲਾਉਣ ਦੇ ਸੰਬੰਧ ਵਿੱਚ ਮਤਾ ਪਾਸ ਹੋਇਆ? ਤਾਂ ਦੇਖੋ ਜੀ, ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਜੁਲਾਈ 1905 ਵਿੱਚ ਅੰਗਰੇਜ਼ ਸਰਕਾਰ ਨੇ ਘੋਸ਼ਿਤ ਕਰਤਾ ਸੀ ਵੀ ਅਸੀਂ ਬੰਗਾਲ ਨੂੰ ਦੋ ਭਾਗਾਂ ਵਿੱਚ ਵੰਡਾਂਗੇ, ਠੀਕ ਆ ਜੀ। ਸੋ ਇਸ ਤੋਂ ਬਾਅਦ ਕਾਫੀ ਲੋਕਾਂ ਨੇ ਕੀ ਕੀਤਾ ਸੀ? ਵਿਦਰੋਹ ਵੀ ਕੀਤਾ ਸੀਗਾ। ਸੋ ਕਾਫੀ ਲੋਕਾਂ ਨੇ ਵਿਦਰੋਹ ਕਰਨਾ ਸ਼ੁਰੂ ਕਰਤਾ ਸੀਗਾ। ਸੋ ਅਗਸਤ 1905 ਵਿੱਚ ਇੱਕ ਕਲਕੱਤਾ ਦੇ ਟਾਊਨ ਹਾਲ ਵਿੱਚ ਇੱਕ ਮੀਟਿੰਗ ਬੁਲਾਈ ਗਈ, ਠੀਕ ਆ ਜੀ, ਜਿੱਥੇ ਇਹ ਮਤਾ ਪਾਸ ਕੀਤਾ ਗਿਆ ਵੀ ਅਸੀਂ ਸਵਦੇਸੀ ਅੰਦੋਲਨ ਚਲਾਵਾਂਗੇ। ਕੀ ਚਲਾਵਾਂਗੇ? ਸਵਦੇਸੀ ਅੰਦੋਲਨ ਚਲਾਵਾਂਗੇ, ਜਿਹਦੇ ਤਹਿਤ ਅਸੀਂ ਫੋਰਨ ਗੁਡਸ, ਜਿਹੜੇ ਅੰਗਰੇਜ਼ ਵਸਤੂਆਂ ਨੇ, ਅੰਗਰੇਜ਼ਾਂ ਦੁਆਰਾ ਬਣਾਈਆਂ ਵਸਤੂਆਂ ਨੇ ਗੀਆਂ, ਉਹਨਾਂ ਦਾ ਕੀ ਕਰਾਂਗੇ? ਬਹਿਸ਼ਕਾਰ ਕਰਾਂਗੇ, ਠੀਕ ਆ ਜੀ। ਕੀ ਕਰਾਂਗੇ? ਬਹਿਸ਼ਕਾਰ ਕਰਾਂਗੇ, ਸਵਦੇਸੀ ਅੰਦੋਲਨ ਚਲਾਵਾਂਗੇ। ਸੋ ਇਹ ਮਤਾ ਪਾਸ ਕੀਤਾ ਗਿਆ ਸੀਗਾ। ਇੰਪੋਰਟੈਂਟ ਆ, ਯਾਦ ਰੱਖ ਲਿਓ, ਠੀਕ ਆ ਜੀ। ਅਕਸਰ ਪ੍ਰਸ਼ਨ ਪੁੱਛਿਆ ਜਾਂਦਾ ਪੇਪਰਾਂ ਵਿੱਚ, ਕਿਹੜਾ ਮਤਾ ਪਾਸ ਕੀਤਾ? ਸਵਦੇਸੀ ਅੰਦੋਲਨ ਚਲਾਇਆ ਗਿਆ, ਠੀਕ ਆ ਜੀ। ਬੰਗਾਲ ਦੀ ਵੰਡ ਤੋਂ ਬਾਅਦ ਕਿਹੜਾ ਅੰਦੋਲਨ ਚਲਾਇਆ ਗਿਆ ਸੀਗਾ? ਇਹ ਪ੍ਰਸ਼ਨ ਆਉਂਦਾ ਹੁੰਦਾ। ਸਵਦੇਸੀ ਅੰਦੋਲਨ ਚਲਾਇਆ ਗਿਆ ਸੀ। ਕਲੀਅਰ ਹੋ ਗਈ ਗੱਲ? ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 16 ਦੇਖੋ, ਬੰਗਾਲ ਵੰਡ ਤੋਂ ਬਾਅਦ ਪੱਛਮੀ ਬੰਗਾਲ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ? ਹਾਂਜੀ, ਕਿਸ ਨੂੰ ਬਣਾਇਆ ਗਿਆ? ਆਪਾਂ ਪੂਰੀ ਗੱਲ ਕਰਕੇ ਹਟੇ ਹਾਂ। ਪਹਿਲਾਂ ਵੀ ਕਲਕੱਤਾ ਸੀ ਤੇ ਪੱਛਮੀ ਬੰਗਾਲ ਦੀ ਰਾਜਧਾਨੀ ਵੀ ਕਿਹੜੀ ਰਹੀ? ਕਲਕੱਤਾ ਹੀ ਰਹੀ। ਪਰ ਪੂਰਬੀ ਬੰਗਾਲ ਦੀ ਰਾਜਧਾਨੀ ਕਿਹੜੀ ਬਣ ਗਈ? ਡੈਕਾ, ਠੀਕ ਆ ਜੀ। ਅੱਜ ਕੱਲ੍ਹ ਕੀ ਆ? ਢਾਕਾ ਬੰਗਲਾਦੇਸ਼ ਦੀ ਰਾਜਧਾਨੀ ਹੈ। ਕਲੀਅਰ ਹੋ ਗਈ ਗੱਲ? ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 17 ਦੇਖੋ, ਅਮਾਰ ਸੁਨਾਰ ਬਾਂਗਲਾ ਗੀਤ ਕਿਹਦੇ ਦੁਆਰਾ ਲਿਖਦਾ ਹੈ? ਤਾਂ ਦੇਖੋ ਜੀ, ਇਹ ਜਿਹੜਾ ਗੀਤ ਹੈਗਾ ਇਹ ਬੰਗਾਲ ਦੀ ਵੰਡ ਸਮੇਂ ਕਾਫੀ ਪ੍ਰਚਲਿਤ ਹੋਇਆ ਸੀਗਾ। ਉਸ ਸਮੇਂ ਲੋਕ ਕਾਫੀ ਇਹ ਗੀਤ ਗਾਉਣ ਲੱਗ ਗਏ ਸੀਗੇ। ਸੋ ਇਹ ਜਿਹੜਾ ਲਿਖਤ ਹੈਗਾ ਇਹ ਕਿਹਦਾ ਗਾ? ਰਵਿੰਦਰਨਾਥ ਟੈਗੋਰ ਦਾ। ਕਿਹਦਾ ਗਾ? ਰਵਿੰਦਰਨਾਥ ਟੈਗੋਰ ਦਾ। 1971 ਵਿੱਚ ਪਾਕਿਸਤਾਨ ਇੰਡੀਆ ਦੀ ਜੰਗ ਵੇਲੇ ਜਦੋਂ ਬੰਗਲਾਦੇਸ਼ ਬਣਿਆ ਗਾ, ਸੋ ਉਸ ਤੋਂ ਬਾਅਦ ਬੰਗਲਾਦੇਸ਼ ਦਾ ਕੀ ਬਣ ਗਿਆ? ਇਹ ਨੈਸ਼ਨਲ ਐਂਥਮ ਬਣ ਗਿਆ। ਬੰਗਲਾਦੇਸ਼ ਦਾ ਕੀ ਬਣ ਗਿਆ? ਅਮਾਰ ਸੁਨਾਰ ਬਾਂਗਲਾ ਨੈਸ਼ਨਲ ਐਂਥਮ ਬਣ ਗਿਆ। ਕਲੀਅਰ ਹੋ ਗਈ ਗੱਲ? ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ 18 ਦੇਖੋ, ਕਾਂਗਰਸ ਦਾ 1905 ਦਾ ਸੈਸ਼ਨ ਕਿੱਥੇ ਹੋਇਆ? ਤਾਂ ਦੇਖੋ ਜੀ, ਬੰਗਾਲ ਦੀ ਵੰਡ ਹੋ ਗਈ, ਭਾਵੇਂ ਮੁਸਲਿਮ ਲੀਗ ਬਣ ਗਈ, ਭਾਵੇਂ ਹੋਰ ਵੀ ਆਪਣੀ ਚੀਜ਼ਾਂ ਹੋਣਗੀਆਂ, ਕਾਂਗਰਸ ਦੇ ਸੈਸ਼ਨ ਤਾਂ ਉਸ ਤਰ੍ਹਾਂ ਹੀ ਚੱਲਦੇ ਰਹਿਣਗੇ, ਠੀਕ ਆ ਜੀ, ਹਰ ਸਾਲ। ਤੇ ਬਾਕੀ ਕਾਂਗਰਸ ਨੇ ਇੱਕ ਆਪਣੀ ਗੱਲ ਕਹੀ ਸੀਗੀ ਜਦੋਂ ਕਾਂਗਰਸ ਪਾਰਟੀ ਬਣੀ ਸੀਗੀ, ਇੱਕ ਹੀ ਗੱਲ ਕਹੀ ਸੀਗੀ ਵੀ ਜਿੱਥੇ ਵੀ ਕਾਂਗਰਸ ਦਾ ਸੈਸ਼ਨ ਹੋਇਆ ਕਰੂਗਾ, ਜਿੱਥੇ ਵੀ ਕਾਂਗਰਸ ਦਾ ਸੈਸ਼ਨ ਹੋਇਆ ਕਰੂਗਾ, ਉੱਥੇ ਦੇ ਜਿਹੜਾ ਨੇਤਾ ਗਾ ਉਹ ਕੀ ਨਹੀਂ ਬਣ ਸਕਦਾ? ਉਹ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਕੀ ਨਹੀਂ ਬਣ ਸਕਦਾ? ਪ੍ਰਧਾਨ ਨਹੀਂ ਬਣ ਸਕਦਾ, ਠੀਕ ਆ ਜੀ। ਮੰਨ ਲਓ ਬਨਾਰਸ ਵਿੱਚ ਕਾਂਗਰਸ ਦਾ ਸੈਸ਼ਨ ਆ, ਠੀਕ ਆ ਜੀ। ਸੋ ਬਨਾਰਸ ਦਾ ਜੇ ਕੋਈ ਨੇਤਾ ਪ੍ਰਧਾਨ ਬਣਨਾ ਚਾਹੁੰਦਾ ਉਹ ਬਣ ਨਹੀਂ ਸਕਦਾ ਜੇ ਬਨਾਰਸ ਵਿੱਚ ਸੈਸ਼ਨ ਹੋਵੇ। ਸੋ ਇਹ ਯਾਦ ਕਰ ਲਓ, ਇਹ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ ਗਾ, ਠੀਕ ਆ ਜੀ। ਜਿਹੜਾ 1905 ਦਾ ਸੈਸ਼ਨ ਸੀਗਾ ਇਹ ਕਿੱਥੇ ਹੋਇਆ ਸੀ? ਇਹ ਬਨਾਰਸ ਵਿਖੇ ਹੋਇਆ ਸੀ, ਠੀਕ ਆ ਜੀ। ਕਿੱਥੇ ਹੋਇਆ ਸੀ? ਬਨਾਰਸ ਵਿਖੇ ਹੋਇਆ ਸੀਗਾ। ਗੋਪਾਲ ਕ੍ਰਿਸ਼ਨ ਗੋਖਲੇ, ਠੀਕ ਆ ਜੀ। ਇਹ ਕੀ ਸੀਗੇ? ਇੱਕ ਨਰਮ ਦਲ ਨੇਤਾ ਸੀਗੇ। ਇਹ ਬਣੇ ਸੀ ਪ੍ਰੈਜ਼ੀਡੈਂਟ। ਨਰਮ ਦਲ ਨੇਤਾ ਦੱਸਣ ਦੀ ਕਿਉਂ ਲੋੜ ਪਈ? ਇਹ ਅੱਗੇ ਆ ਕੇ ਆਪਣੇ ਕੰਮ ਆਊਗਾ, ਠੀਕ ਆ ਜੀ। ਕਿਉਂਕਿ ਅੱਗੇ ਆ ਕੇ ਕੀ ਹੋਊਗਾ? ਸੂਰਤ ਸਪਲਿੱਟ ਹੋਊਗਾ, ਜਿਹਦੇ ਵਿੱਚ ਨਰਮ ਦਲ ਤੇ ਗਰਮ ਦਲ ਅੱਡ ਹੋ ਜਾਣਗੇ, ਠੀਕ ਆ ਜੀ। ਸੋ ਇਹ ਕੀ ਸੀਗੇ? ਇੱਕ ਨਰਮ ਦਲ ਦੇ ਨੇਤਾ ਸੀ, ਠੀਕ ਆ ਜੀ। ਬਨਾਰਸ ਵਿੱਚ ਹੋਇਆ ਸੀਗਾ। ਸੋ ਇਹਨਾਂ ਨੇ ਕਿਹਾ ਸੀ ਅਸੀਂ ਸਵਦੇਸੀ ਮੂਵਮੈਂਟ ਦਾ ਕੀ ਕਰਦੇ ਹਾਂ? ਸਪੋਰਟ ਕਰ ਦਿਆਂਗੇ। ਜਿਹੜੀ ਬੰਗਾਲ ਦੀ ਵੰਡ ਹੋਈ ਹੈਗੀ ਉਹਨੂੰ ਕੀ ਕਰਦੇ ਹਾਂ? ਅਸੀਂ ਅਪੋਜ਼ ਕਰਦੇ ਹਾਂ, ਉਹਦਾ ਵਿਰੋਧ ਕਰਦੇ ਹਾਂ, ਠੀਕ ਆ ਜੀ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਪ੍ਰਸ਼ਨ ਨੰਬਰ 19 ਦੇਖੋ, ਕਾਂਗਰਸ ਨੇ ਆਪਣੇ ਕਿਹੜੇ ਸੈਸ਼ਨ ਵਿੱਚ ਪਹਿਲੀ ਵਾਰ ਸਵਰਾਜ ਦੀ ਮੰਗ ਕੀਤੀ? ਇੰਪੋਰਟੈਂਟ ਪ੍ਰਸ਼ਨ ਆ, ਸਵਰਾਜ ਦੀ ਮੰਗ। ਜੇ ਸਵਰਾਜ ਦੀ ਮੰਗ ਆ ਜੇ ਕਿਹੜੇ ਸੈਸ਼ਨ ਵਿੱਚ? 1906 ਦੇ ਸੈਸ਼ਨ ਵਿੱਚ। ਜੇ ਪੂਰਨ ਸਵਰਾਜ ਦੀ ਮੰਗ ਆ ਜੇ ਉਹ ਕਿਹੜੇ ਸੈਸ਼ਨ ਵਿੱਚ? 1929 ਦੇ ਸੈਸ਼ਨ ਵਿੱਚ, ਠੀਕ ਹੈ ਜੀ, ਲਾਹੌਰ ਦੇ ਸੈਸ਼ਨ ਵਿੱਚ। ਜੇ ਇਕੱਲੇ ਸਵਰਾਜ ਦੀ ਮੰਗ ਹੈ ਜੇ ਡੋਮੀਨੀਅਨ ਸਟੇਟਸ ਕੀ ਹੁੰਦਾ ਗਾ? ਮਤਲਬ ਇੱਕ ਮੁੱਖ ਵਿਅਕਤੀ, ਇੱਕ ਉੱਚ ਅਧਿਕਾਰੀ ਬੈਠਾ ਹੋਊਗਾ, ਠੀਕ ਹੈ ਜੀ, ਕੋਈ ਉੱਚ ਤਖ਼ਤ ਉੱਪਰ ਬੈਠਾ ਹੋਊਗਾ। ਜਿਵੇਂ ਆਪਣੇ ਕਿੱਥੇ ਹੈਗਾ? ਇੰਗਲੈਂਡ ਵਿੱਚ ਹੈਗਾ, ਜਿਵੇਂ ਉੱਥੇ ਮਹਾਰਾਣੀ ਬਹਿੰਦੀ ਹੈ, ਠੀਕ ਹੈ ਜੀ। ਬਾਕੀ ਜਿਹੜਾ ਥੱਲੇ ਦਾ ਸੈਲਫ ਰੂਲ ਹੋਊਗਾ ਸਾਰਿਆਂ ਦਾ, ਜਿਵੇਂ ਪ੍ਰਧਾਨ ਮੰਤਰੀ ਚੁਣ ਕੇ ਆਊਗਾ, ਠੀਕ ਹੈ ਜੀ। ਪਰ ਇੱਕ ਉੱਚ ਅਧਿਕਾਰੀ ਜਿਹੜਾ ਦੇਸ਼ ਉੱਪਰ ਬੈਠਾ ਹੋਊਗਾ, ਠੀਕ ਹੈ ਜੀ। ਸੋ ਕੀ ਕਹਿੰਦੇ ਵੀ ਇੱਕ ਉੱਚ ਅਧਿਕਾਰੀ ਅੰਗਰੇਜ਼ਾਂ ਦਾ ਹੋਵੇ ਭਾਵੇਂ, ਪਰ ਸਾਡੇ ਜਿਹੜਾ ਅੰਦਰ ਜਿਹੜਾ ਸਾਰਾ ਕਾਰਜਕਾਰ ਹੈਗਾ ਉਹ ਸਾਡੇ ਸਾਡਾ ਸੈਲਫ ਰੂਲ ਹੋਵੇ, ਉਹ ਸਾਡੇ ਦੁਆਰਾ ਹੀ ਚਲਾਇਆ ਜਾਵੇ, ਠੀਕ ਆ ਜੀ। ਸੋ ਪਹਿਲੀ ਵਾਰ ਮੰਗ ਕੀਤੀ ਗਈ ਸੀ ਸਵਰਾਜ ਦੀ। ਕਿਹੜੇ ਸੈਸ਼ਨ ਵਿੱਚ? 1906 ਦੇ ਸੈਸ਼ਨ ਵਿੱਚ, ਕਲਕੱਤਾ ਦੇ ਸੈਸ਼ਨ ਵਿੱਚ, ਠੀਕ ਆ ਜੀ। ਕਿੱਥੇ ਹੋਇਆ ਸੀਗਾ ਇਹ? ਕਲਕੱਤਾ ਵਿਖੇ ਹੋਇਆ ਸੀਗਾ। ਪ੍ਰੈਜ਼ੀਡੈਂਟ ਕੌਣ ਬਣੇ ਸੀਗੇ? ਦਾਦਾ ਭਾਈ ਨਰੋਜੀ। ਕੌਣ ਬਣੇ ਸੀਗੇ? ਦਾਦਾ ਭਾਈ ਨਰੋਜੀ, ਠੀਕ ਆ ਜੀ। ਇੱਕ ਕੌਣ ਸੀਗੇ? ਇੱਕ ਨਰਮ ਦਲ ਦੇ ਨੇਤਾ ਸੀ। ਕੌਣ ਸੀਗੇ? ਇੱਕ ਨਰਮ ਦਲ ਦੇ ਨੇਤਾ ਸੀ, ਠੀਕ ਆ ਜੀ। ਯਾਦ ਰੱਖ ਲਓ, ਸਾਰੀਆਂ ਗੱਲਾਂ ਇੰਪੋਰਟੈਂਟ ਨੇਗੀਆਂ। ਚਲੋ ਅਗਲਾ ਪ੍ਰਸ਼ਨ ਦੇਖੋ।
जी प्रश्न नंबर 20 देखो, रास बिहारी घोष कांग्रेस के किहड़े सैशन के प्रधान बने? तो देखो जी ये बने सी 1907 के सैशन, ठीक है जी। किहड़े सैशन के? 1907 के सैशन में सूरत विच मोस्ट इंपोर्टेंट आ किहड़ा सैशन? सूरत का सैशन, ठीक है जी। तो देखो 1905 में कौन बनया सी? गोपाल कृष्ण गोखले, एक नरम दल के नेता सी, ठीक है जी। 1906 में कौन बनया सी? दादा भाई नौरोजी, एक नरम दल के नेता सी। 1907 में कौन बनया? रास बिहारी घोष, ये भी एक नरम दल के नेता सी, ठीक है जी। सो ये की हो गए? ये गरम दल जो नेता सी भड़क गए भी सानू तुसीं प्रेजिडेंट बनाउंदे नहीं हैगे, ते बाकी जे तुसीं अंग्रेज़ां नाल कोई गरम तरीके नाल गल करदे नहीं हैगे, जे स्वदेशी मूवमेंट तुसीं चलाउणा ही हैगा तां अंग्रेज़ दे कल्ले जिहड़ियां वस्तुआं ने उन्हां दा विरोध ना करो, बल्कि अंग्रेज़ स्कूल बनाए जिहड़े अंग्रेज़ पुलिस होगी, जुडिशरी होगी, सारियां पोस्टां छड्ड दो, ठीक है। सारे कासे दा की कर दो? बहिष्कार कर दो। ये की कहंदे सीगे? गरम दल दे कहंदे सीगे। सो इन्हां विच काफ़ी तलखी वध गई सी। सो सूरत विच की होया? इन्हां दा विभाजन हो गया, ठीक है जी। सूरत स्प्लिट 1907 विच की होया? इन्हां दा विभाजन हो गया। गरम दल दे नेता अलग हो गए ते नरम दल दे नेता अलग हो गए, ठीक है जी। इहदे बाद की हो गया? तुसीं कह सकदे हो भी कांग्रेस टुट गई। कांग्रेस की हो गया? टुट गई, ठीक है जी। सो अपना की आ जाऊगा? ऑप्शन नंबर डी बिल्कुल राइट आंसर आ जाऊगा। चलो अगला प्रश्न देखो, प्रश्न नंबर 21 देखो, कांग्रेस के किहड़े सैशन में कांग्रेस दो भागों में वंडी गई? उपर ही गल करके हटिया, किहड़े सैशन में? 1907 सूरत के सैशन में, ठीक है जी। किहड़े सैशन में? 1907 सूरत के सैशन में, ठीक है जी। अक्सर प्रश्न पूछा जाता है। चलो अगला प्रश्न देखो, प्रश्न नंबर 22 देखो, अंग्रेज सरकार ने बाल गंगाधर तिलक नूं कित्थे भेजता? तो देखो जी कांग्रेस टुट गई, ठीक है जी। बाल गंगाधर तिलक ये जो की होया सीगा, तो देखो एक दो व्यक्ति सीगे, दो व्यक्ति कौन सी? प्रफुल्ला चक्की ते खुदीराम बोस, ठीक है जी। कौन कौन? प्रफुल्ला चक्की ते खुदीराम बोस, ठीक है जी। इन्होंने की सोचा मुजफ्फरपुर विच? इन्होंने सोचा भी असीं एक अंग्रेज अधिकारी नूं बंब नाल उडाउणा गा। ये रोज़ उन्हां दी रेकी करदे सी भी उत्थों दी लंघदा गा, बग्गी विच दी इहनूं सी उडाउणा गा। पर जदों उन्होंने बंब नाल उडाउण दा प्लान बनाया तो उन्होंने पता नहीं सी बग्गी विच दो की सीगे अंग्रेज औरतां बैठियां सीगां। सो उन्होंने गलती नाल दो औरतां नूं बंब नाल उडाता। सो उन्हां नाल उहनूं काफ़ी धक्का लग्गिया। उन्हां विचों एक ने की कीता सीगा? अपने आप नूं गोली मारती सी, एक नूं की करता सीगा? फांसी दे दित्ती गई, ठीक है जी। ये प्रश्न भी पूछा जाता हुंदा गा, एक नूं फांसी दे दित्ती गई सी। सो इहदे नाल की होया? अंग्रेज सरकार भड़क गई। पर जिहड़ा कौन सीगा? बाल गंगाधर तिलक, एक अखबार चलाउंदा सी, किहड़ा? केसरी। किहड़ा अखबार चलाउंदा सी? केसरी, ठीक है जी। सो इहने केसरी अखबार विच की लिखिया? इहने केसरी अखबार विच लिखिया, मराठी विच चलाउंदा सी। इह की लिखिया भी जो भी होया सी ਉਹਨੂੰ सही नहीं ਮੰਨਦੇ ਹੈਗੇ, पर एक सहण की भी हद ਹੁੰਦੀ ਆ। ਕੀ ਹੁੰਦੀ ਆ? ਇੱਕ सहण की भी हद ਹੁੰਦੀ ਆ। ਜਦੋਂ ਸਾਰੀਆਂ ਹੱਦਾਂ ਟੱਪ ਜਾਣਗੀਆਂ ਸੋ ਇਹੋ ਜਿਹੇ ਇੰਸੀਡੈਂਟ ਵੀ ਹੁੰਦੇ ਰਹਿਣਗੇ। ਇਹਨੇ ਕੀ ਲਿਖਿਆ ਵੀ ਇਹੋ ਜਿਹੇ ਇੰਸੀਡੈਂਟ ਵੀ ਹੁੰਦੇ ਰਹਿਣਗੇ, ਠੀਕ ਆ ਜੀ। ਸੋ ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਇਹਨੂੰ ਫੜ ਕੇ ਕੀ ਕੀਤਾ? 1908 ਵਿੱਚ ਇਹਨੂੰ ਫੜ ਲਿਆ, ਠੀਕ ਆ ਜੀ। ਇਹਨੂੰ ਕਿੱਥੇ ਭੇਜਤਾ? ਬਰਮਾ ਭੇਜਤਾ। ਬਰਮਾ ਦੀ ਮੈਂਡਲੇ ਜੇਲ੍ਹ ਵਿੱਚ। ਕਿੱਥੇ? ਮੈਂਡਲੇ ਜੇਲ੍ਹ ਵਿੱਚ, ਠੀਕ ਹੈ ਜੀ। ਬਰਮਾ ਦੀ ਮੈਂਡਲੇ ਜੇਲ੍ਹ ਵਿੱਚ ਭੇਜਤਾ। ਕਦੋਂ ਤੱਕ? 1914 ਤੱਕ, ਠੀਕ ਹੈ ਜੀ। 1914 ਤੱਕ ਬਰਮਾ ਦੀ ਮੈਂਡਲੇ ਜੇਲ੍ਹ ਤੱਕ, ਯਾਦ ਰੱਖ ਲਓ ਨਾਮ, ਪ੍ਰਸ਼ਨ ਪੁੱਛਿਆ ਹੈਗਾ ਮੈਂਡਲੇ ਜੇਲ੍ਹ ਤੱਕ, ਠੀਕ ਹੈ ਜੀ। ਮੈਂਡਲੇ ਜੇਲ੍ਹ ਭੇਜਤਾ 1914 ਤੱਕ। ਸੋ ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਗਾ? ਨੋਟ ਕਰ ਲੈਣਾ ਗਾ। ਚਲੋ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 23 ਦੇਖੋ, ਬਾਲ ਗੰਗਾਧਰ ਤਿਲਕ ਹੇਠ ਲਿਖਿਆਂ ਵਿੱਚੋਂ ਕਿਹੜਾ ਅਖਬਾਰ ਚਲਾਉਂਦਾ? ਸਾਨੂੰ ਉੱਪਰ ਹੀ ਗੱਲ ਕਰਕੇ ਹਟਿਆ, ਕੇਸਰੀ ਅਖਬਾਰ, ਠੀਕ ਹੈ ਜੀ। ਇੱਕ ਕੇਸਰੀ ਅਖਬਾਰ ਚਲਾਉਂਦੇ ਸੀਗੇ, ਕਿਹੜੀ ਭਾਸ਼ਾ ਵਿੱਚ ਸੀਗੇ ਇਹ? ਮਰਾਠੀ ਭਾਸ਼ਾ ਵਿੱਚ ਸੀਗਾ, ਠੀਕ ਹੈ ਜੀ। ਕਿਹੜੀ ਭਾਸ਼ਾ ਵਿੱਚ ਸੀਗਾ ਇਹ? मराठी भाषा ਵਿੱਚ ਸੀਗਾ। ਚਲੋ ਅਗਲਾ ਪ੍ਰਸ਼ਨ ਦੇਖੋ, ਹਾਂਜੀ ਪ੍ਰਸ਼ਨ ਨੰਬਰ 24 ਦੇਖੋ, ਪ੍ਰਫੁੱਲਾ ਚੱਕੀ ਅਤੇ ਖੁਦੀਰਾਮ ਬੋਸ ਦੁਆਰਾ ਕਿੱਥੇ ਗਲਤੀ ਨਾਲ ਦੋ ਅੰਗਰੇਜ਼ ਮਹਿਲਾਵਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ? ਤਾਂ ਦੇਖੋ ਜੀ ਉੱਪਰ ਹੀ ਆਪਾਂ ਗੱਲ ਕਰ ਰਹੇ ਹਾਂ ਕਿੱਥੇ? ਮੁਜ਼ੱਫਰਪੁਰ ਵਿੱਚ, ਮੁਜ਼ੱਫਰਪੁਰ ਵਿੱਚ, ਠੀਕ ਹੈ ਜੀ। ਉਸ ਵਕਤ ਵੈਸਟ ਬੰਗਾਲ ਵਿੱਚ ਸੀਗਾ, ਠੀਕ ਹੈ ਜੀ। ਸੋ ਕੀ ਕਰਤਾ ਸੀ? ਦੋ ਮਹਿਲਾਵਾਂ ਨੂੰ ਗਲਤੀ ਨਾਲ ਉਡਾ ਦਿੱਤਾ ਗਿਆ ਸੀਗਾ। ਉਡਾਉਣਾ ਇੱਕ ਅੰਗਰੇਜ਼ ਅਫਸਰ ਸੀਗਾ, ਉਹਨੂੰ ਸੀਗਾ। ਸੋ ਇਹਨੂੰ ਪਤਾ ਨਹੀਂ ਲੱਗਿਆ ਬੱਗੀ ਵਿੱਚ ਕੀ ਸੀਗਾ? ਦੋ ਮਹਿਲਾਵਾਂ ਸੀਗੀਆਂ। ਸੋ ਇਹਨਾਂ ਵਿੱਚੋਂ ਇਹਨਾਂ ਨੂੰ ਬਹੁਤ ਧੱਕਾ ਲੱਗਿਆ। ਇੱਕ ਨੇ ਤਾਂ ਆਪਣੇ ਆਪ ਨੂੰ ਗੋਲੀ ਮਾਰਤੀ। ਸੋ ਇੱਕ ਨੂੰ ਕੀ ਹੋ ਗਈ ਸੀਗੀ? ਫਾਂਸੀ ਦੀ ਸਜ਼ਾ ਹੋ ਗਈ, ਠੀਕ ਆ ਜੀ। ਸੋ ਇੰਪੋਰਟੈਂਟ ਹੈ, ਵੀ ਯਾਦ ਰੱਖ ਲਿਓ। ਇਹਦੇ ਬਾਰੇ ਕਿਹਨੇ ਲਿਖਿਆ ਸੀਗਾ? ਆਪਣੇ ਕੇਸਰੀ ਅਖਬਾਰ ਵਿੱਚ ਬਾਲ ਗੰਗਾਧਰ ਤਿਲਕ ਨੇ ਲਿਖਿਆ ਸੀਗਾ। ਸੋ ਉਹਨੂੰ ਜੇਲ੍ਹ ਭੇਜ ਦਿੱਤਾ, ਕਿੱਥੇ? ਬਰਮਾ ਵਿੱਚ, ਮੈਂਡਲੇ ਜੇਲ੍ਹ ਵਿੱਚ 1914 ਤੱਕ, ਠੀਕ ਆ ਜੀ। ਸੋ ਸਾਰੀਆਂ ਗੱਲਾਂ ਨੂੰ ਆਪਣੇ ਦਿਮਾਗ ਵਿੱਚ ਪਾ ਲਿਓ। ਚਲੋ ਅਗਲਾ ਪ੍ਰਸ਼ਨ ਦੇਖੋ ਜੀ, ਪ੍ਰਸ਼ਨ 25 ਦੇਖੋ, ਸੁਵਦੇਸੀ ਅੰਦੋਲਨ ਕਿਹੜੇ ਸਾਲ ਵਿੱਚ ਬੰਦ ਹੋ ਗਿਆ? ਆਪਾਂ ਉੱਪਰ ਪੜ੍ਹ ਕੇ ਹਟਾਂਗੇ। 1907 ਵਿੱਚ ਕਾਂਗਰਸ ਵੰਡੀ ਗਈ ਸੀ, ਠੀਕ ਆ ਜੀ। ਜਿਹੜੇ ਗਰਮ ਦਲ ਦੇ ਨੇਤਾ ਸੀਗੇ ਉਹ ਕੀ ਹੋ ਗਏ ਸੀ? ਕਾਂਗਰਸ ਨੂੰ ਛੱਡ ਕੇ ਵਗ ਗਏ ਸੀ। ਸੋ ਆਪਾਂ ਕਹਿ ਨਹੀਂ ਦਿੰਦੇ ਵੀ ਜੇ ਇੱਕ ਸੰਸਥਾ ਵੰਡੀ ਜਾਵੇ, ਠੀਕ ਆ ਜੀ, ਜੇ ਉਹਦੇ ਕੁਝ ਇੰਪੋਰਟੈਂਟ ਬੰਦੇ ਉਹਨੂੰ ਛੱਡ ਕੇ ਵਗ ਜਾਣ ਸੋ ਉਹਦੀ ਉਨੀ ਆਵਾਜ਼ ਨਹੀਂ ਰਹਿੰਦੀ। ਸੋ ਕਾਂਗਰਸ ਦੀ ਇੰਨੀ ਆਵਾਜ਼ ਰਹੀ ਨਹੀਂ ਸੀ ਵੀ ਉਹ ਸਵਦੇਸੀ ਅੰਦੋਲਨ ਚਲਾ ਸਕੇ। ਸੋ 1908 ਵਿੱਚ ਜਿਹੜਾ ਬੰਗਾਲ ਦੀ ਵੰਡ ਤੋਂ ਬਾਅਦ ਚਲਾਇਆ ਗਿਆ ਸਵਦੇਸੀ ਅੰਦੋਲਨ ਸੀਗਾ, ਉਹ ਕੀ ਹੋ ਗਿਆ? ਬੰਦ ਹੋ ਗਿਆ, ਠੀਕ ਆ ਜੀ। ਸੋ ਇਸ ਤੋਂ ਬਾਅਦ ਦੇਖੋ ਜਿਹੜਾ ਬਾਲ ਗੰਗਾਧਰ ਤਿਲਕ ਸੀਗਾ, ਠੀਕ ਆ ਜੀ, ਉਹਨੂੰ ਕੀ ਕਰਤਾ? ਜੇਲ੍ਹ ਵਿੱਚ ਭੇਜਤਾ ਸੀ, ਬਰਮਾ ਜੇਲ੍ਹ ਵਿੱਚ। ਤੇ ਬਾਕੀ ਦਾਦਾ ਭਾਈ ਨੌਰੋਜੀ ਇਹ ਬਾਹਰ ਵਾਗੇ ਸੀਗੇ, ਠੀਕ ਹੈ, ਅਬਰੋਡ ਵਾਗੇ ਸੀਗੇ। ਤੇ ਬਿਪਨ ਚੰਦਰ ਪਾਲ ਤੇ ਕੋਈ ਅਰਵਿੰਦੋ ਘੋਸ਼ ਇਹ ਕੀ ਹੋ ਗਏ ਸੀ? ਇਹਨਾਂ ਨੇ ਰਿਟਾਇਰਮੈਂਟ ਲੈ ਲਈ ਸੀਗੀ ਰਾਜਨੀਤੀ ਤੋਂ, ਠੀਕ ਆ ਜੀ। ਸੋ ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਗਾ? ਨੋਟ ਕਰ ਲੈਣਾ ਗਾ। ਚਲੋ ਅਗਲਾ ਪ੍ਰਸ਼ਨ ਦੇਖੋ, ਹਾਂਜੀ ਪ੍ਰਸ਼ਨ 26 ਦੇਖੋ, ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਤਾਂ ਦੇਖੋ ਜੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਰਾਈਟ ਆਪਸ਼ਨ ਕੀ ਆ ਜਾਊਗਾ? ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਆ ਜਾਊਗਾ 1906 ਵਿੱਚ। ਐਗਜ਼ੈਕਟ ਡੇਟ ਦੀ ਗੱਲ ਕਰੀਏ 30 ਦਸੰਬਰ 1906 ਵਿੱਚ, ਠੀਕ ਆ ਜੀ। 30 ਦਸੰਬਰ 1906 ਕਿਹਨੇ ਕੀਤੀ? ਆਗਾ ਖਾਨ, ਠੀਕ ਆ ਜੀ। ਤੇ ਬਾਕੀ ਹੋਰ ਕੌਣ ਸੀਗਾ? ਸਲੀਮੁੱਲਾ ਖਾਨ। ਹੋਰ ਕੌਣ ਸੀਗਾ? ਸਲੀਮੁੱਲਾ ਖਾਨ, ਸਲੀਮੁੱਲਾ ਖਾਨ ਨਵਾਬ ਆਫ ਢਾਕਾ, ਠੀਕ ਆ ਜੀ।
ਨਵਾਬ ਉਹ ਢਾਕਾ ਦਾ ਨਵਾਬ ਸੀਗਾ। ਸੋ ਇਹਨਾਂ ਨੇ ਕੀਤੀ ਸੀ 1906 ਵਿੱਚ ਕਾਹਦੀ ਮੁਸਲਿਮ ਲੀਗ ਦੀ ਸਥਾਪਨਾ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ 27 ਦੇਖੋ, ਮੁਸਲਿਮ ਲੀਗ ਦੀ ਮੁੱਖ ਮੰਗ ਕੀ ਸੀ? ਰਾਈਟ ਆਪਸ਼ਨ ਕੀ ਆ ਜਾਊਗਾ? ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ ਮੁਸਲਿਮ ਮਤਦਾਵਾਂ ਦੀ ਵੱਖਰੀ ਵੋਟ, ਸੈਪਰੇਟ ਇਲੈਕਟੋਰੇਟ। ਮਤਲਬ ਕੀ ਹੁੰਦਾ ਗਾ? ਮਤਲਬ ਮੰਨ ਲਓ ਵੀ ਆਪਣੇ ਇੱਕ ਕੌਣ ਖੜਾ ਗਾ? ਮੁਸਲਿਮ ਮਤਦਾਤਾ ਦਾ ਖੜਾ, ਠੀਕ ਆ ਜੀ। ਜਿਹਨੂੰ ਵੋਟ ਪਾਉਣੀ ਹੈ ਉਹ ਕੌਣ ਪਾਉਣਗੇ? ਕੇਵਲ ਮੁਸਲਿਮ ਹੀ ਪਾਉਣਗੇ, ਠੀਕ ਆ ਜੀ। ਕੌਣ ਪਾਉਣਗੇ? ਮੁਸਲਿਮ ਹੀ ਪਾਉਣਗੇ। ਸੋ ਇਹਦੀ ਮੰਗ ਕਿਹਨੇ ਕੀਤੀ ਸੀਗੀ? ਇਹਨਾਂ ਦੀ ਮੁੱਖ ਮੰਗ ਸੀਗੀ ਜਿਹਦੇ ਤਹਿਤ ਮੁਸਲਿਮ ਲੀਗ ਬਣੀ ਸੀ, ਠੀਕ ਆ ਜੀ। ਇਹ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੁੰਦਾ, ਮੁਸਲਿਮ ਮਤਦਾਤਾਂ ਦੀ ਵੱਖਰੀ ਵੋਟ। ਉਦੋਂ ਇਹਨਾਂ ਦੀ ਕੋਈ ਮੰਗ ਨਹੀਂ ਸੀ ਵੀ ਇੱਕ ਮੁਸਲਿਮ ਅਲੱਗ ਦੇਸ਼ ਹੋਣਾ ਚਾਹੀਦਾ, ਪਾਕਿਸਤਾਨ ਹੋਣਾ ਚਾਹੀਦਾ, ਉਦੋਂ ਕੋਈ ਮੰਗ ਨਹੀਂ ਸੀ। ਸ਼ੁਰੂਆਤ ਵਿੱਚ ਇਹਨਾਂ ਦੀ ਕੇਵਲ ਮੰਗ ਸੀ ਵੀ ਮੁਸਲਿਮ ਜਿਹੜੇ ਮਤਦਾਤਾ ਨੇ ਉਹਨਾਂ ਦੀ ਇੱਕ ਵੱਖਰੀ ਵੋਟ ਹੋਵੇ, ਠੀਕ ਹੈ ਜੀ, ਸੈਪਰੇਟ ਇਲੈਕਟੋਰੇਟ ਹੋਵੇ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਹਾਂਜੀ ਪ੍ਰਸ਼ਨ 28 ਦੇਖੋ, ਇੰਡੀਅਨ ਕਾਊਂਸਲ ਐਕਟ 1909 ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਹਾਂਜੀ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਰਾਈਟ ਆਪਸ਼ਨ ਕੀ ਆ ਜਾਊਗਾ? ਮੌਰਲੇ ਮਿੰਟੋ ਰਿਫਾਰਮ ਜਾਂ ਮਿੰਟੋ ਮੌਰਲੇ ਰਿਫਾਰਮ, ਠੀਕ ਹੈ ਜੀ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ। ਜਿਹੜੇ ਮੌਰਲੇ ਸੀਗੇ ਉਹ ਕੌਣ ਸੀਗੇ? ਸੈਕਟਰੀ ਆਫ ਸਟੇਟ ਸੀਗੇ। ਸੈਕਟਰੀ ਆਫ ਸਟੇਟ ਕੀ ਹੁੰਦਾ ਗਾ? ਸੈਕਟਰੀ ਆਫ ਸਟੇਟ ਕੀ ਹੁੰਦਾ ਗਾ? ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ, ਠੀਕ ਆ ਜੀ। ਇਹ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਹੋਇਆ, ਜਿਹੜੀ ਆਪਾਂ ਰਿਵੋਲਟ 1857 ਪੜ੍ਹੀ ਸੀ, ਠੀਕ ਆ ਜੀ। ਉਹਦੇ ਬਾਰੇ ਜੇ ਤੁਸੀਂ ਵੀਡੀਓ ਨਹੀਂ ਲੱਭਦੀ ਤੁਹਾਨੂੰ ਮੈਂ ਕੀ ਕਰੂੰਗਾ, ਇਸ ਵੀਡੀਓ ਦੇ ਨਾਲ ਉਹ ਜੋੜ ਦੂੰਗਾ, ਠੀਕ ਹੈ ਜੀ। ਸਾਰਾ ਰਿਵੋਲਟ ਪੜ੍ਹ ਲਿਓ, ਸਾਰਾ ਕਲੀਅਰ ਹੋ ਜਾਊਗਾ। ਉਸ ਤੋਂ ਬਾਅਦ 1857 ਦਾ ਰਿਵੋਲਟ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਕੇਵਲ ਉਹ ਪੜ੍ਹ ਲਿਓ, ਠੀਕ ਆ ਜੀ। ਇਸ ਵੀਡੀਓ ਦੇ ਐਂਡ ਤੇ ਮੈਂ ਉਹ ਵੀਡੀਓ ਜੋੜ ਦੂੰਗਾ। ਕਲੀਅਰ ਹੋ ਗਈ ਗੱਲ? ਜਿਹੜੇ ਮੌਰਲੇ ਸੀਗੇ ਕੌਣ ਸੀਗੇ? ਸੈਕਟਰੀ ਆਫ ਸਟੇਟ ਸੀਗੇ। ਮਿੰਟੂ ਕੌਣ ਸੀਗੇ? ਵਾਇਸਰॉय, ਠੀਕ ਆ ਜੀ, ਇੰਡੀਆ ਦੇ ਵਾਇਸਰॉय ਸੀਗੇ। ਸੋ ਅਕਸਰ ਜਿਹੜੇ ਆਪਣੇ ਐਕਟ ਆਉਂਦੇ ਸੀਗੇ ਉਹ ਇਸ ਤਰ੍ਹਾਂ ਦੇ ਨਾਮ ਤੇ ਆਧਾਰਿਤ ਹੁੰਦੇ, ਜਾਂ ਜਿਨ੍ਹਾਂ ਨੇ ਲਿਆਂਦਾ ਗਾ, ਜਾਂ ਕੋਈ ਜਿਹੜਾ ਵਾਇਸਰॉय ਸੀਗਾ, ਜਾਂ ਜਿਹੜਾ ਸੈਕਟਰੀ ਆਫ ਸਟੇਟ ਸੀਗਾ, ਠੀਕ ਆ ਜੀ। ਸੋ ਇਹਨਾਂ ਦੇ ਨਾਮ ਤੇ ਕੀ ਹੋ ਜਾਂਦਾ ਸੀਗਾ? ਜਿਹੜੇ ਐਕਟ ਆਉਂਦੇ ਸੀ ਉਹਨਾਂ ਦਾ ਨਾਮ ਪੈ ਜਾਂਦਾ ਸੀਗਾ। ਸੋ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਸੀਗਾ? ਮੌਰਲੇ ਮਿੰਟੋ ਰਿਫਾਰਮ ਦੇ ਨਾਂ ਨਾਲ, ਠੀਕ ਹੈ ਜੀ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 29 ਦੇਖੋ, ਮੌਰਲੇ ਮਿੰਟੋ ਰਿਫਾਰਮ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? ਤਾਂ ਰਾਈਟ ਆਪਸ਼ਨ ਕੀ ਆ ਜਾਊਗਾ? ਆਪਸ਼ਨ ਨੰਬਰ ਡੀ ਉਪਰੋਕਤ ਸਾਰੇ। ਇਸ ਵਿੱਚ ਮੁਸਲਮਾਨਾਂ ਨੂੰ ਵੱਖਰਾ ਮਤ ਅਧਿਕਾਰ ਦੇ ਦਿੱਤਾ ਗਿਆ। ਆਪਸ਼ਨ ਨੰਬਰ ਏ ਦੇਖੋ। ਤਾਂ ਦੇਖੋ ਜੀ, ਮੁਸਲਿਮ ਲੀਗ ਦੀ ਜਿਹੜੀ ਮੁੱਖ ਮੰਗ ਕੀ ਸੀਗੀ? ਮੁੱਖ ਮੰਗ ਮੁਸਲਮਾਨਾਂ ਦੀ ਕੀ ਸੀਗੀ? ਵੀ ਕੀ ਮਿਲੇ ਸਾਨੂੰ ਇੱਕ ਵੱਖਰਾ ਮਤ ਅਧਿਕਾਰ ਮਿਲੇ, ਠੀਕ ਆ ਜੀ। ਮੁਸਲਿਮ ਲੀਗ ਦੀ ਮੁੱਖ ਮੰਗ ਕੀ ਸੀ? ਮੁਸਲਮਾਨਾਂ ਨੂੰ ਸੈਪਰੇਟ ਇਲੈਕਟੋਰੇਟ ਮਿਲੇ। ਸੋ ਕਦੋਂ ਪੂਰਾ ਕਰਤਾ ਉਹ? 1909 ਦੇ ਮੌਰਲੇ ਮਿੰਟੋ ਰਿਫਾਰਮ ਵਿੱਚ ਉਹ ਅੰਗਰੇਜ਼ਾਂ ਨੇ ਪੂਰਾ ਕਰਤਾ ਵੀ ਅਸੀਂ ਮੁਸਲਮਾਨਾਂ ਨੂੰ ਕੀ ਦਿੰਦੇ ਆਗੇ? ਸੈਪਰੇਟ ਇਲੈਕਟੋਰੇਟ ਦਿੰਦੇ ਆਗੇ। ਇਹ ਵੀ ਪ੍ਰਸ਼ਨ ਕਈ ਵਾਰੀ ਪੁੱਛਿਆ ਗਿਆ। ਆਪਸ਼ਨ ਨੰਬਰ ਬੀ ਦੇਖੋ, ਵਾਇਸਰਾय ਦੀ ਐਗਜ਼ੀਕਿਊਟਿਵ ਕਾਊਂਸਲ ਵਿੱਚ ਇੱਕ ਭਾਰਤੀ ਨੂੰ ਵੀ ਜਗ੍ਹਾ ਦੇ ਦਿੱਤੀ। ਤਾਂ ਦੇਖੋ ਜੀ, ਵਾਇਸਰਾय ਜਿਹੜੀ ਐਗਜ਼ੀਕਿਊਟਿਵ ਕਾਊਂਸਲ ਆ ਗਈ, ਜਿਵੇਂ ਅੱਜ ਕੱਲ੍ਹ ਕੈਬਨਿਟ ਹੁੰਦੀ ਹੈਗੀ ਪ੍ਰਧਾਨ ਮੰਤਰੀ, ਉਸ ਤਰ੍ਹਾਂ ਹੀ ਕੀ ਹੁੰਦਾ ਸੀ ਉਸ ਵਕਤ? ਵਾਇਸਰਾय ਦੀ ਐਗਜ਼ੀਕਿਊਟਿਵ ਕਾਊਂਸਲ ਹੁੰਦੀ ਸੀ, ਠੀਕ ਆ ਜੀ, 8 ਮੈਂਬਰਾਂ ਦੀ। ਸੋ 8 ਮੈਂਬਰਾਂ ਵਿੱਚੋਂ ਪਹਿਲੀ ਵਾਰ ਇੱਕ ਭਾਰਤੀ ਨੂੰ ਜਗ੍ਹਾ ਦਿੱਤੀ ਸੀ, ਤਾਂ ਨਾਮ ਕੀ ਸੀਗਾ? ਸਤਿੰਦਰ ਸਿਨਹਾ। ਕੀ ਨਾਮ ਸੀ ਉਹਦਾ? ਸਤਿੰਦਰ ਸਿਨਹਾ, ਠੀਕ ਆ ਜੀ। ਸੋ ਇਹਨੂੰ ਵੀ ਜਗ੍ਹਾ ਮਿਲੀ ਸੀਗੀ ਵਾਇਸਰਾय ਦੀ ਐਗਜ਼ੀਕਿਊਟਿਵ ਕਾਊਂਸਲ ਵਿੱਚ, ਠੀਕ ਆ ਜੀ। ਆਪਸ਼ਨ ਨੰਬਰ ਆਪਣਾ ਬੀ ਵੀ ਕਲੀਅਰ ਹੋ ਗਿਆ। ਆਪਸ਼ਨ ਨੰਬਰ ਸੀ ਦੇਖੋ, ਇਹ ਐਕਟ 1909 ਵਿੱਚ ਆਇਆ, ਬਿਲਕੁਲ ਸਹੀ ਹੈ, ਠੀਕ ਹੈ ਜੀ, ਪਤਾ ਹੀ ਆਪਾਂ ਨੂੰ। ਆਪਸ਼ਨ ਨੰਬਰ ਇਸ ਕਰਕੇ ਡੀ ਬਿਲਕੁਲ ਰਾਈਟ ਆਂਸਰ ਆ ਜਾਊਗਾ। ਆਪਸ਼ਨ ਨੰਬਰ ਉਪਰੋਕਤ ਸਾਰੇ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 30 ਦੇਖੋ, ਵਾਇਸਰਾय ਦੀ ਐਗਜ਼ੀਕਿਊਟਿਵ ਕਾਊਂਸਲ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ? ਉੱਪਰ ਹੀ ਆਪਾਂ ਗੱਲ ਕਰਦੇ ਹਾਂ ਕੌਣ ਬਣਿਆਗਾ। ਇਹਦਾ ਆਂਸਰ ਕੀ ਕਰ ਦਿਓ? ਕਮੈਂਟ ਕਰ ਦਿਓ, ਠੀਕ ਹੈ ਜੀ। ਕੀ ਕਰ ਦਿਓ? ਕਮੈਂਟ ਕਰ ਦਿਓ ਸਾਰੇ ਜਾਣੇ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 31 ਦੇਖੋ, ਪੱਛਮੀ ਬੰਗਾਲ ਅਤੇ ਪੂਰਬੀ ਬੰਗਾਲ ਨੂੰ ਮੁੜ ਫਿਰ ਕਦੋਂ ਮਿਲਾਇਆ ਗਿਆ? ਤਾਂ ਬੰਗਾਲ ਦੀ ਵੰਡ ਹੋ ਗਈ ਸੀ, ਠੀਕ ਆ ਜੀ। ਸੋ ਇਹਦੇ ਵਿੱਚੋਂ ਕੁਝ ਤਾਂ ਲੋਕ ਤਾਂ ਜਿਹੜੇ ਖਾਸ ਕਰ ਮੁਸਲਮਾਨ ਸੀ ਉਹ ਤਾਂ ਖੁਸ਼ ਸੀਗੇ ਵੀ ਸਾਨੂੰ ਇੱਕ ਵਧੀਆ ਅਲੱਗ ਸਟੇਟ ਮਿਲ ਗਿਆ, ਪਰ ਜਿਹੜੇ ਕੁਝ ਲੋਕ ਸੀਗੇ ਉਹ ਕੀ ਕਰਦੇ ਤਾਂ ਵਿਰੋਧ ਕਰੀ ਜਾਂਦੇ ਸੀ, ਠੀਕ ਆ ਜੀ। ਸੋ 1911 ਦੇ ਦਿੱਲੀ ਦਰਬਾਰ ਵਿੱਚ ਲਾਰਡ ਹਾਰਡਿੰਗ, ਠੀਕ ਆ ਜੀ, ਲਾਰਡ ਹਾਰਡਿੰਗ 2 ਨੇ ਕੀ ਕਰਤਾ? ਬੰਗਾਲ ਨੂੰ ਮੁੜ ਇੱਕ ਕਰਤਾ। ਬੰਗਾਲ ਦਾ ਫਿਰ ਕੀ ਕਰਤਾ? ਬੰਗਾਲ ਨੂੰ ਮੁੜ ਜੋੜਤਾ, ਠੀਕ ਹੈ ਜੀ, ਮਰਜ ਕਰਤਾ ਬੰਗਾਲ ਨੂੰ, ਦੋਨਾਂ ਨੂੰ, ਪੂਰਬੀ ਬੰਗਾਲ ਅਤੇ ਪੱਛਮੀ ਬੰਗਾਲ ਨੂੰ। 1911 ਵਿੱਚ ਇਹ ਪ੍ਰਸ਼ਨ ਕਈ ਵਾਰੀ ਪੁੱਛਿਆ ਗਿਆ। ਇੱਕ ਤਾਂ 1911 ਵਿੱਚ ਬੰਗਾਲ ਨੂੰ ਮੁੜ ਜੋੜਿਆ ਗਿਆ। ਇੱਕ ਆਪਣੇ ਪੰਜਾਬ ਹਿਸਟਰੀ ਦੀ ਗੱਲ ਕਰੀਏ, ਪੰਜਾਬ ਨੂੰ ਵੀ ਤੋੜਿਆ ਗਿਆ, ਠੀਕ ਹੈ ਜੀ। ਦਿੱਲੀ ਵੱਖ ਕਰਤੀ। ਦਿੱਲੀ ਪੰਜਾਬ ਨਾਲ ਕਦੋਂ ਵੱਖ ਕੀਤੀ? 1911 ਵਿੱਚ, ਠੀਕ ਹੈ ਜੀ। ਕਦੋਂ ਵੱਖ ਕੀਤੀ ਗਈ? 1911 ਵਿੱਚ। ਅਤੇ ਬਾਕੀ ਪੱਛਮੀ ਬੰਗਾਲ, ਬਾਕੀ ਕਲਕੱਤਾ ਤੋਂ ਜਿਹੜੀ ਰਾਜਧਾਨੀ ਭਾਰਤ ਦੀ ਕਿੱਥੇ ਲਿਆਂਦੀ ਗਈ? ਦਿੱਲੀ ਲਿਆਂਦੀ ਗਈ, ਠੀਕ ਹੈ ਜੀ। ਕਿੱਥੇ ਲਿਆਂਦੀ ਗਈ? ਦਿੱਲੀ। ਸਾਰੀਆਂ ਗੱਲਾਂ ਇੱਕ ਵਾਰੀ ਹੋਰ ਨੋਟ ਕਰੋ। ਪੱਛਮੀ ਬੰਗਾਲ ਅਤੇ ਪੂਰਬੀ ਬੰਗਾਲ ਨੂੰ ਮੁੜ ਫਿਰ ਕਦੋਂ ਮਿਲਾਇਆ ਗਿਆ? 1911 ਵਿੱਚ। ਕਿਹਨੇ ਮਿਲਾਇਆ? ਲਾਰਡ ਹਾਰਡਿੰਗ 2 ਨੇ, ਠੀਕ ਆ ਜੀ। ਜੋ ਆਪਰੇਸ਼ਨ ਆਉਂਦਾ ਆਪਾਂ ਉਹੀ ਪੜ੍ਹਾਂਗੇ, ਕਿਹੜੇ? ਦਿੱਲੀ ਦਰਬਾਰ ਵਿੱਚ, ਠੀਕ ਆ ਜੀ। ਅਤੇ ਬਾਕੀ ਜਿਹੜੀ ਦਿੱਲੀ ਰਾਜਧਾਨੀ ਕਦੋਂ ਬਣਾਈ ਗਈ? 1911 ਵਿੱਚ ਬਣਾਈ ਗਈ। ਪਹਿਲਾਂ ਕਿਹੜੀ ਹੁੰਦੀ ਸੀ? ਕਲਕੱਤਾ ਹੁੰਦੀ ਸੀ, ਠੀਕ ਆ ਜੀ। ਅਤੇ ਦਿੱਲੀ ਨੂੰ ਪੰਜਾਬ ਨਾਲ ਕਦੋਂ ਵੱਖ ਕੀਤਾ ਗਿਆ? 1911 ਵਿੱਚ ਕੀਤਾ ਗਿਆ। ਕਿਹਨੇ ਕੀਤਾ? ਲਾਰਡ ਹਾਰਡਿੰਗ 2 ਨੇ ਕੀਤਾ, ਠੀਕ ਆ ਜੀ। ਸੋ ਸਾਰੀਆਂ ਗੱਲਾਂ ਨੂੰ ਕੀ ਕਰ ਲੈਣਾ ਗਾ? ਨੋਟ ਕਰ ਲੈਣਾ ਗਾ। ਚਲੋ ਅਗਲਾ ਪ੍ਰਸ਼ਨ ਦੇਖੋ। ਪ੍ਰਸ਼ਨ ਨੰਬਰ 32 ਦੇਖੋ, ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਨੂੰ ਕਲਕੱਤਾ ਤੋਂ ਦਿੱਲੀ ਵਿੱਚ ਕਦੋਂ ਲਿਆ ਗਿਆ? ਆਪਾਂ ਉੱਪਰ ਹੀ ਗੱਲ ਕਰਕੇ ਹਟਾਂਗੇ। ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਠੀਕ ਆ ਜੀ। ਚਲੋ ਅਗਲਾ ਪ੍ਰਸ਼ਨ ਦੇਖੋ, ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਦੇਖੋ ਜੀ, ਇਹ ਕੀ ਹੈ? ਗਦਰ ਪਾਰਟੀ ਇੱਕ ਤਰ੍ਹਾਂ ਦੀ, ਠੀਕ ਆ ਜੀ। ਗਦਰ ਪਾਰਟੀ ਦਾ ਆਪਾਂ ਕਹਿ ਸਕਦੇ ਹਾਂ ਪਹਿਲਾਂ ਵਾਲਾ ਨਾਮ ਸੀ, ਕਿਹਨੇ ਕੀਤੀ? ਲਾਲਾ ਹਰਦਿਆਲ ਨੇ, ਠੀਕ ਆ ਜੀ। ਸੋ ਬਾਅਦ ਵਿੱਚ ਇਹਨੂੰ ਗਦਰ ਪਾਰਟੀ ਕਹਿਣ ਲੱਗੇ। ਲਾਲਾ ਹਰਦਿਆਲ ਨੇ ਕੀਤੀ ਕਿਹਦੇ ਨਾਲ ਮਿਲ ਕੇ? ਸੋਹਣ ਸਿੰਘ ਭਕਨਾ ਨਾਲ। ਪਰ ਆਪਾਂ ਕਿਤੇ ਰਾਈਟ ਟਿਕ ਲਾ ਕੇ ਆਉਣਾ ਗਾ? ਲਾਲਾ ਹਰਦਿਆਲ 'ਤੇ ਹੀ ਲਾ ਕੇ ਆਉਣਾ, ਠੀਕ ਆ ਜੀ। ਸੋ ਆਪਸ਼ਨ ਨੰਬਰ ਆਪਣਾ ਕੀ ਆ ਜਾਊਗਾ?
ए बिल्कुल राइट आंसर आ जाऊगा। कित्थे कीती गई? सन फ्रांसिस्को। कित्थे? सन फ्रांसिस्को। ठीक है जी, ये याद करना तुसीं। चलो अगला प्रश्न देखो। हाँ जी, प्रश्न 34 देखो, गदर पार्टी का सचिव कौन सी? हाँ जी, जे सचिव पुछ लैण कौन सी? लाला हरदयाल सी। जे प्रेजिडेंट पुछ लैण कौन सी? सोहण सिंह भकना सी। ठीक है जी, सचिव कौन सीगे? लाला हरदयाल सी। ठीक है जी, जिन्होंने पार्टी बनाई सी। ते सोहण सिंह भकना की सीगे? प्रेजिडेंट सी। ठीक है जी, तो बाकी इन्हें हैडकुआटर कित्थे सीगा? सन फ्रांसिस्को विच। ठीक है जी, ये भी सारी चीज़ां की कर लेना गा तुसीं नोट कर लेना गा। चलो अगला प्रश्न देखो जी, प्रश्न 35 देखो, हेठ लिखियां विचों किहड़े आश्रम गदर पार्टी द्वारा चलाए गए? हाँ जी, किहड़े आश्रम चलाए गए? राइट ऑप्शन क्या आ जाऊगा? ऑप्शन नंबर अपना सी बिल्कुल राइट आंसर आ जाऊगा। स्वदेश सेवक होम ये कित्थे चलाया गया सीगा? वैनकूवर। कित्थे चलाया गया सीगा? वैनकूवर विच। ठीक है जी, यूनाइटेड इंडिया होम ये कित्थे चलाया गया सीगा? ये सैटल विच। ठीक है जी, अमरीका विच ये सैटल विच चलाया गया सीगा। सो ये भी प्रश्न आया होगा, इनू भी तुसीं की कर लेना गा? नोट कर लेना गा। चलो अगला प्रश्न देखो। हाँ जी, प्रश्न नंबर 37 देखो, गदर अखबार हेठ लिखियां विचों किहड़ी भाषा विच नहीं आउंदा सी? तो देखो जी, पंजाबी विच आउंदा सी, उर्दू विच आउंदा सी, गुजराती विच आउंदा सी, संस्कृत विच नहीं आउंदा सी। ठीक है जी, संस्कृत विच जिहड़ा अपना अखबार हैगा ये नहीं आउंदा सीगा। ते की सीगा? एक अपना वीकली न्यूज़पेपर सीगा। ठीक है जी, एक सप्ताहिक न्यूज़पेपर सी। ठीक है जी, ऑप्शन नंबर अपना की आ जाऊगा? सी बिल्कुल राइट आंसर आ जाऊगा। संस्कृत विच जिहड़ा अपना गदर अखबार सीगा ये नहीं आउंदा सी। ठीक है जी, चलो अगला प्रश्न देखो। 37 देखो, भाई परमानंद, विष्णु गणेश पिंगले, तारकनाथ दास किस पार्टी ने संबंधित हैं? किस पार्टी ने संबंधित? राइट ऑप्शन क्या आ जाऊगा? ऑप्शन नंबर बी गदर पार्टी ने संबंधित। ठीक है जी, ਜਿਹੜੇ ਤਾਰਕਨਾਥ ਦਾਸ ਸੀਗੇ ਇਹਨਾਂ ਦਾ ਵੀ ਯੋਗਦਾਨ ਸੀ ਗਦਰ ਪਾਰਟੀ ਨੂੰ ਬਣਾਉਣ ਵਿੱਚ। ਜੇ ਤੁਹਾਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਕਿਤੇ ਵੀ ਆਪਸ਼ਨ ਵਿੱਚ ਨਾ ਦਿਖਣ, ਤਾਰਕਨਾਥ ਦਾਸ ਦਿਖੇ, ਤੁਸੀਂ ਤਾਰਕਨਾਥ ਦਾਸ ਤੇ ਵੀ ਕੀ ਕਰਨਾ? ਰਾਈਟ ਟਿਕ ਲਾ ਕੇ ਆਉਣਾ। ਠੀਕ ਹੈ ਜੀ, ਸੋ ਇਹਨਾਂ ਦਾ ਵੀ ਯੋਗਦਾਨ ਸੀਗਾ ਗਦਰ ਪਾਰਟੀ ਨੂੰ ਬਣਾਉਣ ਵਿੱਚ। ਠੀਕ ਹੈ ਜੀ, ਸੋ ਕੀ ਆ ਜਾਊਗਾ? ਭਾਈ ਪਰਮਾਨੰਦ, ਵਿਸ਼ਨੂੰ ਗਣੇਸ਼ ਪਿੰਗਲੇ ਤੇ ਤਾਰਕਨਾਥ ਗਦਰ ਪਾਰਟੀ ਨਾਲ ਸੰਬੰਧਿਤ ਹਨ। ਠੀਕ ਹੈ ਜੀ, ਚਲੋ ਅਗਲਾ ਪ੍ਰਸ਼ਨ ਦੇਖੋ। हाँ जी, प्रश्न 38 देखो, एनी बेसेंट ने होम रूल लीग मूवमेंट की शुरुआत कदों की? कदों की? राइट ऑप्शन क्या आ जाऊगा अपना? ऑप्शन नंबर अपना बी बिल्कुल राइट आंसर आ जाऊगा, सितंबर 1916 में। ठीक है जी, जे एनी बेसेंट पुछ लैन तो सितंबर 1916 में। ठीक है जी, कितों की? मद्रास तो की। ठीक है जी, कितों की? मद्रास तो की। जे पुछ लैन अपना बाल गंगाधर तिलक ने कदों की? वो की सी अप्रैल 1916 में। जे तुहानूं प्रश्न आ जाए होम रूल लीग मूवमेंट की शुरुआत सब तो पहला किसने की? सब तो पहला तो किसी ने की? बाल गंगाधर तिलक ने की। ठीक है जी, कदों की? 16 अप्रैल 1916 में। ठीक है जी, कितों की? पुणे तो। कितों की? पुणे तो। ठीक है जी, एनी बेसेंट ने कितों की? मद्रास तो। ठीक है जी, सारी गल्लां की कर लेना तुसीं नोट कर लेना गा। चलो अगला प्रश्न देखो। प्रश्न 39 देखो, होम रूल लीग मूवमेंट का हेठ लिखियां विचों की मकसद सी? स्वै सरकार की मंग, होम रूल की मंग। बिल्कुल ठीक है जी, आम आदमी नूं स्वै सरकार जां स्वै राज का मकसद समझाउणा। ऑप्शन नंबर बी मोस्ट इंपोर्टेंट। ठीक है जी, तो देखो 90.9% जो लोग सीगे उन्होंने पता ही नहीं सीगा, की नहीं पता सीगा भी ਰਾਜ ਦਾ ਮਤਲਬ ਕੀ ਆ, ਸਵੈ ਰਾਜ ਦਾ ਮਤਲਬ ਕੀ ਆ, ਤੇ ਆਪਾਂ ਸਵੈ ਰਾਜ ਕਿਵੇਂ ਲੈਣਾ ਗਾ, ਤੇ ਆਪਾਂ ਸਵੈ ਰਾਜ ਲੈ ਕੇ ਕੀ ਕਰ ਸਕਦੇ ਆ, ਫਿਰ ਸਮਝਾਉਣਾ ਸੀ ਲੋਕਾਂ ਨੂੰ। ਠੀਕ ਆ ਜੀ, ਖਾਸ ਕਰ ਪਿੰਡਾਂ ਦੇ ਲੋਕਾਂ ਨੂੰ ਵੀ ਪਤਾ ਹੀ ਨਹੀਂ ਸੀਗਾ। ਅੱਜ ਕੱਲ੍ਹ ਵੀ ਜਿੱਥੇ ਡੈਮੋਕ੍ਰੇਸੀ ਉੱਪਰ ਖਤਰਾ ਆਉਂਦਾ ਹੈ ਲੋਕ ਬੋਲਦੇ ਨਹੀਂ ਹੈਗੇ। ਇਸ ਤਰ੍ਹਾਂ ਸਰਕਾਰਾਂ ਕੀ ਕਰਦੀਆਂ ਨੇਗੀਆਂ, ਹੌਲੀ ਹੌਲੀ ਅੱਗੇ ਵਧੀ ਜਾਂਦੀਆਂ ਨੇਗੀਆਂ ਤੇ ਡੈਮੋਕ੍ਰੇਸੀ ਦਾ ਖਾਤਮਾ ਹੁੰਦਾ। ਠੀਕ ਆ ਜੀ, ਇਸ ਕਰਕੇ ਆਪਾਂ ਕੀ ਕਰਦੇ ਆਂਗੇ, ਆਪਣੇ ਜਿਹੜੇ ਸੁਤੰਤਰਤਾ ਸੈਨਾਨੀ ਸੀਗੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਿਉਂਕਿ ਬਹੁਤ ਘੱਟ ਲੋਕ ਸੀਗੇ ਉਹਨਾਂ ਵਿੱਚ ਦਮ ਸੀਗਾ, ਉਹ ਖੜੇ ਹੋਏ ਸੀਗੇ, ਕੋਈ ਨਹੀਂ ਖੜਾ ਹੋ ਸਕਿਆ। ਜਿਵੇਂ ਉਹਦੀ ਆਈ ਚਲਾਈ ਚੱਲਦੀ ਹੈਗੀ ਉਵੇਂ ਚਲਾਈ ਜਾਂਦੇ ਸੀ। ਜਿਵੇਂ ਅੱਜ ਕੱਲ੍ਹ ਵੀ ਲੋਕ ਜਿੱਥੇ ਕੋਈ ਮਤਲਬ ਡੈਮੋਕ੍ਰੇਸੀ ਉੱਪਰ ਹਮਲਾ ਹੁੰਦਾ ਬਹੁਤ ਘੱਟ ਲੋਕ ਬੋਲਦੇ ਆ ਕਿ ਕਿਸੇ 'ਚ ਦਮ ਨਹੀਂ ਹੈਗਾ ਬੋਲਣ ਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਉੱਪਰ ਗੱਲ ਆ ਜੂ ਸਾਡੇ ਤੇ ਸਾਨੂੰ ਨੁਕਸਾਨ ਹੋਊਗਾ। ਠੀਕ ਆ ਜੀ, ਸੋ ਇਸ ਕਰਕੇ ਆਪਾਂ ਕੀ ਕਰਦੇ ਹਾਂਗੇ, ਸੁਤੰਤਰਤਾ ਸੈਨਾਨੀ ਦਾ ਸਤਿਕਾਰ ਕਰਦੇ ਹਾਂ ਵੀ ਉਹ ਆਪਣੇ ਲਈ ਖੜੇ ਹੋਏ ਸੀ। ਠੀਕ ਆ ਜੀ, ਸੋ ਆਪਸ਼ਨ ਨੰਬਰ ਆਪਣਾ ਬੀ ਵੀ ਆ ਜਾਊਗਾ। ਆਪਸ਼ਨ ਨੰਬਰ ਸੀ ਦੇਖੋ, ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਵੰਡ ਤੇ ਮਾਤ ਭਾਸ਼ਾਵਾਂ ਵਿੱਚ ਪੜ੍ਹਾਈ, ਇਹ ਵੀ ਇਹਨਾਂ ਦਾ ਕੀ ਸੀਗਾ, ਮਕਸਦ ਸੀਗਾ। ਆਪਸ਼ਨ ਨੰਬਰ ਆਪਣਾ ਡੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਉਪਰੋਕਤ ਸਾਰੇ। ਠੀਕ ਆ ਜੀ, ਉਪਰੋਕਤ ਸਾਰੇ। ਚਲੋ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 40 ਦੇਖੋ, ਲੋਕਮਾਨ ਦਾ ਖਿਤਾਬ ਕਿਸ ਨੂੰ ਦਿੱਤਾ ਗਿਆ? ਹਾਂਜੀ, ਇਹ ਖਿਤਾਬ ਦਿੱਤਾ ਗਿਆ ਸੀਗਾ ਬਾਲ ਗੰਗਾਧਰ ਤਿਲਕ ਨੂੰ। ਠੀਕ ਹੈ ਜੀ, ਆਪਸ਼ਨ ਨੰਬਰ ਆਪਣਾ ਡੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਬਾਲ ਗੰਗਾਧਰ ਤਿਲਕ ਨੂੰ ਦਿੱਤਾ ਗਿਆ ਸੀਗਾ ਜਦੋਂ ਆਪਣਾ ਹੋਮ ਰੂਲ ਮੂਵਮੈਂਟ ਚੱਲਦੀ ਸੀਗੀ। ਸੋ ਲੋਕਾਂ ਵਿੱਚ ਜਾਂਦੇ ਸੀਗੇ, ਸੋ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਗਏ ਸੀਗੇ। ਫਿਰ ਉਹਨੂੰ ਕਿਹੜਾ ਖਿਤਾਬ ਦਿੱਤਾ ਗਿਆ ਸੀਗਾ? ਲੋਕਮਾਨ ਦਾ ਖਿਤਾਬ ਦਿੱਤਾ ਗਿਆ ਸੀ। ਠੀਕ ਆ ਜੀ, ਪ੍ਰਸ਼ਨ 41 ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜਾ ਹੋਮ ਰੂਲ ਲੀਗ ਮੂਵਮੈਂਟ ਨਾਲ ਨਹੀਂ ਜੁੜਿਆ ਸੀ? ਤਾਂ ਦੇਖੋ ਸੁਬਰਮਨਿਆ ਅਈਅਰ ਜੁੜੇ ਸੀ। ਠੀਕ ਹੈ ਜੀ, ਐਨੀ ਪਰਸੈਂਟ ਤਾਂ ਸਭ ਨੂੰ ਪਤਾ, ਬਾਲ ਗੰਗਾਧਰ ਤਿਲਕ ਵੀ ਜੁੜੇ ਸੀ। ਸੀ ਆਰ ਦਾਸ ਇੱਕ ਪੋਲੀਟੀਕਲ ਲੀਡਰ ਸੀ। ਠੀਕ ਹੈ ਜੀ, ਇਹ ਜੁੜੇ ਨਹੀਂ ਸੀਗੇ। ਇਹਨਾਂ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਗਾ? ਦੇਸ਼ ਬੰਧੂ। ਇਹ ਵੀ ਪ੍ਰਸ਼ਨ ਆਇਆ ਹੋਗਾ, ਦੇਸ਼ ਬੰਧੂ ਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ ਗਾ? ਸੀ ਆਰ ਦਾਸ ਨੂੰ ਜਾਣਿਆ ਜਾਂਦਾ। ਠੀਕ ਹੈ ਜੀ, ਚਲੋ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ 42 ਦੇਖੋ, ਐਨੀ ਬਸੈਂਟ ਕਾਂਗਰਸ ਦੀ ਪ੍ਰਧਾਨ ਕਦੋਂ ਬਣੀ? ਇੰਪੋਰਟੈਂਟ ਪ੍ਰਸ਼ਨ ਹੈਗਾ, ਕਦੋਂ ਬਣੀ? 1917 ਵਿੱਚ। ਠੀਕ ਹੈ ਜੀ, ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਐਨੀ ਬਸੈਂਟ। ਠੀਕ ਹੈ ਜੀ, ਕਦੋਂ? 1917 ਵਿੱਚ। ਉੱਪਰ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿਹੜੇ ਸੈਸ਼ਨ ਵਿੱਚ? ਕਲਕੱਤਾ ਦੇ ਸੈਸ਼ਨ ਵਿੱਚ। ਠੀਕ ਹੈ ਜੀ, ਕਿਹੜੇ ਸੈਸ਼ਨ ਵਿੱਚ? ਕਲਕੱਤਾ ਦੇ ਸੈਸ਼ਨ ਵਿੱਚ। ਆਪਸ਼ਨ ਨੰਬਰ ਆਪਣਾ ਬੀ ਬਿਲਕੁਲ ਰਾਈਟ ਆਂਸਰ ਆ ਜਾਊਗਾ। ਚਲੋ ਅਗਲਾ ਪ੍ਰਸ਼ਨ ਦੇਖੋ,
हाँ जी, प्रश्न 43 देखो, लखनऊ समझौता कदों होया? हाँ जी, कदों होया? राइट ऑप्शन क्या आ जाऊगा? ऑप्शन नंबर ए बिल्कुल राइट आंसर आ जाऊगा 1916। ठीक है जी। किहदे विचकार? कांग्रेस अते मुस्लिम लीग, कांग्रेस अते मुस्लिम लीग। ठीक है जी। तो बाकी 1916 सैशन के प्रधान कौन सीगे? ए सी मजूमदार। ये भी प्रश्न आया होगा, ए सी मजूमदार। ठीक है जी। तो बाकी एक प्रश्न आता होंगे कांग्रेस के किहड़े सैशन में कांग्रेस के नरम दल के नेता ते गरम दल के नेता मुड़ इकट्ठे हो गए सीगे लखनऊ के सैशन में? किहड़े सैशन में? लखनऊ के सैशन में। ठीक है जी। क्योंकि कांग्रेस को पता लग गया सीगा भी अलग अलग होकर आप अंग्रेजों का मुकाबला कर नहीं सकते, सो इस करके इकट्ठे होकर लड़ो। ठीक है जी। सो 1916 सैशन में कांग्रेस के नरम दल के नेता ते गरम दल के नेता मुड़े इकट्ठे हो गए। ठीक है जी। सो ऑप्शन नंबर अपना ए बिल्कुल राइट आंसर आ जाऊगा। तो कांग्रेस ते मुस्लिम लीग में जिहड़ा की समझौता होया सीगा, तो देखो जिहड़ी कांग्रेस सीगी वो मन गई सी सैपरेट इलैक्टोरेट लई। काहदे लई मन गई सीगी? मुसलमानां लई सैपरेट इलैक्टोरेट मन गई सी। ते मुस्लिम ने भी कहा सीगा भी असीं कांग्रेस का साथ देवांगे आज़ादी के संघर्ष में। ठीक है जी। अंग्रेज़ों विरुद्ध असीं भी कांग्रेस का साथ देवांगे। ठीक है जी। सो इन्हां विचकार समझौता होया सीगा। हुण इह सारियां गल्लां की कर लेना गा? नोट कर लेना गा। चलो अगला प्रश्न देखो, प्रश्न 44 देखो, कांग्रेस के किहड़े सैशन में गरम दल और नरम दल मुड़ इकट्ठे हो गए? इंपॉर्टेंट प्रश्न उपर आप गल करके हटे किहड़े सैशन में? ऑप्शन नंबर अपना डी बिल्कुल राइट आंसर आ जाऊगा 1916 लखनऊ के सैशन में। प्रश्न 45 देखो, लखनऊ समझौते संबंध में हेठ लिखियां विचों सही है? भारत में स्वै सरकार होगी? हाँ जी, ये इन्हां दा मंग की गई। ठीक है। समझौते में केंद्र सरकार में मुस्लिम प्रतिनिधि का 1/3 हिस्सा होगा। ठीक है जी। सो ये भी सीगा हर कम्यूनिटी लिए एक वक्रे मत की सुविधा होगी ਜਦੋਂ तक कि वो सांझी मत की मंग नहीं करते। सो ये भी कहा गया सीगा लखनऊ पैक्ट में। ठीक है जी। सो सारी गल्लां कित्थे होईयां सीगा? लखनऊ पैक्ट में होईयां सीगा। ऑप्शन में अपना की आ जाऊगा? डी बिल्कुल राइट आंसर आ जाऊगा। चलो अगला प्रश्न देखो, प्रश्न 46 देखो, मुहम्मद अली जिन्ना नूं अंबैसडर ऑफ हिंदू मुस्लिम का खिताब किसने दिता? हाँ जी, सरोजिनी नायडू ने दिता सी। ठीक है जी। क्यों दिता सीगा? क्योंकि जिहड़ा अपना लखनऊ पैक्ट होया सीगा उहनूं कराउण विच जिहड़ा मुੱਖ हੱਥ मन्निया जांदा सी, ओह किहदा मन्निया जांदा सी? मुहम्मद अली जिन्ना दा। क्योंकि जिहड़े मुसलमान असीं थोड़े तत्ते सुभाਅ नाल चलदे सीगे, इह कहंदे असीं कांग्रेस दे साथ नहीं आउणा, असीं बस अपनी मंगां मनवाउणीਆਂ नेगੀਆਂ अंग्रेਜ਼ਾं कोलों। ठीक है जी। पर मुहम्मद अली जिन्ना कहंदे भी नहीं जी, ना जे आपां अलग-अलग रहे ना तां अपनी सुणनीए ना उन्हां दी सुणनीए, सो आपां इकट्ठे होकर माड़ी गल कर दिआंगे, की पता अंग्रेज अपनी सुण लैण। ठीक है जी। सो इन्हां ने की किहा सी? इन्हां ने हामी भरी सी कदे लई? लखनऊ पैक्ट लई। ठीक है जी। इस करके सरोजिनी नायडू ने इहनूं अंबैसडर ऑफ हिंदू मुस्लिम का खिताब दिता सी। ठीक है जी। ऑप्शन में अपना बी बिल्कुल राइट आंसर आ जाऊगा। चलो अगला प्रश्न देखो, प्रश्न 47 देखो, गवर्नमेंट ऑफ इंडिया एक्ट 1919 नूं होर किस नाम नाल जाणिया जांदा है? किस नाम नाल जाणिया जांदा है? राइट ऑप्शन क्या आ जाऊगा? मोंटेगू चेंज फॉर रिफॉर्म। मोंटेगू चेंज फॉर रिफॉर्म। ऑप्शन नंबर अपना ए बिल्कुल राइट आंसर आ जाऊ। ठीक है जी। जिहड़े मोंटेगू सीगे कौन सीगे? सैकटरी ऑफ स्टेट सीगे। चेम्सफोर्ड कौन सीगे? वाइसराय सी। ठीक है जी। मोंटेगू उस वक्त सैकटरी ऑफ स्टेट सीगे इंडिया के, ते चेम्सफोर्ड कौन सीगे? वाइसराय सीगे इंडिया। ठीक है जी। इंपॉर्टेंट है, प्रश्न अक्सर पूछा जाता होंगे। ठीक है जी। क्लियर होगी गल? चलो अगला प्रश्न देखो, प्रश्न 48 देखो, 1919 के भारत शासन अधिनियम की हेठ लिखियां विचों किहड़ी विशेषता है? सो अपना राइट ऑप्शन क्या आ जाऊगा? ऑप्शन नंबर पहला ए देखो, प्रांतां विच डियारकी सिस्टम लिआंदा गया। इंपॉर्टेंट आ, डियारकी की हुंदा जी? डियारकी की हुंदा है? डियारकी का मतलब होंदा ड्यूअल। डियारकी का मतलब की होंदा? ड्यूअल। तो देखो जी, डियारकी सिस्टम लिआंदा सी प्रांतां विच। अजकल स्टेट ठीक कहने आगे आपां, उस बाद प्रोविजन हुंदे सीगे, प्रांत हुंदे। ठीक है जी। सो प्रांतां विच डियारकी सिस्टम लिआंदा गया सी। इहदे विच दो सब्जैक्ट लिआंदे गए सीगे, एक रिजर्वड ते एक ट्रांसफर। जिहड़े रिजर्वड सब्जैक्ट सीगे इहदे विच मेन आ गए सी रिवैन्यू हो गया। ठीक है जी। जुडिशरी हो गया। ये सारियां चीज़ां किहदे लई रिजर्व होणगीਆਂ? गवर्नर कोल। किहदे लई रिजर्व होणगीਆਂ? गवर्नर कोल। ठीक है जी। इहदे विच भारतीयों का कोई हिस्सा नहीं होगा। ਜਿਹੜੇ ट्रांसफर सब्जैक्ट सीगे एजुकेशन हैल्थ, ठीक है, एजुकेशन हैल्थ, ये सारी चीज़ां कित्थे गईयां सीगियां? एक काउंसल कोल वग गईयां सी, मतलब प्रांतां कोल वग गईयां सीगियां भारतीयों कोल। ठीक है जी। इन्हां विच भी मान लो जे कोई बिल विच अड़दा काम, मान लो कोई बिल लिआउणा गा ते बिल उत्ते बहस हुंदी ते बिल पास नहीं हो सकिया, सो अंतिम फैसला कौन लऊगा? गवर्नर ही लऊगा। सो मतलब लिआंदा तां गया भी असीं तुहानूं इन्ना हिस्सा दिंदे आगे, ट्रांसफर सब्जैक्ट लिआंदे। ठीक है जी। हिस्सा दिंदे भारतीय नूं, पर की सीगा? केवल दिखावा सीगा। सारे अधिकार फिर भी किहदे लवे सीगे? गवर्नर लवे ही सीगे। किहदे लवे सीगे? गवर्नर कोल ही सीगे। सो इहनूं की कहंदे हैगे? डियारकी कहंदे हैगे। की कहंदे हैगे? डियारकी कहंदे। ठीक है जी। ऑप्शन नंबर बी देखो, औरतों को वोट पाने का अधिकार। सो ये सैशन में लिया गया। ठीक है जी। ये भी प्रश्न आता होंगे गा। वाइसराय एग्जीक्यूटिव काउंसिल में हुण 3 भारतीय मैंबर होंगे। कितने भारतीय मैंबर होंगे? 3। पहला आप 1909 के सैशन में गल की, 1909 के एक्ट में गल की सी भी एक भारतीय होगा, कौन? सतिंदर सिन्हा। ठीक है जी। हुण 8 मैंबर जी वाइसराय की एग्जीक्यूटिव काउंसिल हैगी, वो एक नहीं 3 भारतीय मैंबर होया करन। किन्ने होया करनगे? 3 भारतीय मैंबर होया करनगे। ठीक है जी। 2 सदनी विशेषता,
दो सदन मतलब जिवें अपनी राज सभा गई, ठीक है जी, लोक सभा, तो इस तरह दो सदन बन गए। ये एक अपर कोर्ट होगा अपना, एक लोअर होगा, ठीक है जी, एक अपनी अपर होगा, एक अपना की होगा लोअर होगा, ठीक है जी। सो ये भी किहड़ा लिआंदा गया सी 1919 के सैशन में लिआंदा गया सीगा। ऑप्शन अपना की आ जाऊगा ई, बिल्कुल राइट आंसर आ जाऊगा, ठीक है, की आ जाऊगा ई, बिल्कुल राइट आंसर आ जाऊगा ऑप्शन नंबर ई, उपरोक्त सारे। चलो अगला प्रश्न देखो, प्रश्न नंबर 49 देखो, महात्मा गांधी की माता का नाम की सी? हाँ जी, माता का नाम की सी पुतली बाई, की नाम सी पुतली बाई। पिता नाम की सी? करमचंद, की नाम सीगा? करमचंद, ठीक है जी, पिता नाम करमचंद सीगा, माता नाम की सी पुतली बाई। जन्म कदों होया सीगा? 2 अक्तूबर कितना होया सी 1869 विच, कित्थे होया सीगा? पोरबंदर, पोरबंदर गुजरात विखे, ठीक है जी, कित्थे होया सीगा? पोरबंदर गुजरात विखे। ये सारियां गल्लां नूं की कर लेना गा तुसीं नोट कर लेना गा। चलो अगला प्रश्न देखो, प्रश्न 50 देखो, महात्मा गांधी साउथ अफ्रीका कदों गए? तो देखो जी, महात्मा गांधी इंग्लैंड रह के वकालत की पढ़ाई करते सीगे। इन्हां दा एक दोस्त सीगा दादा अब्दुल्ला। ये भी प्रश्न आया होएगा, तुहानूं याद रखने की लोड़ नहीं हैगी, PPSC विच आया होया। सो दादा अब्दुल्ला ने की किया? साउथ अफ्रीका सद्दिया महात्मा गांधी नूं, ठीक है जी। ये कदों गए? 1898 विच गए, 1898 विच गए तो कितना चिर रहे? 1914 तक, ठीक है जी। सो अफ्रीका विच इन्होंने देखा भी भारतीयों ने काफ़ी धक्का हो रहा गा, सो इन्होंने सत्याग्रह भी चलाया सीगा ते कामयाब भी रहे सी उहदे विच 1906 तो लैके 1914 तक, ठीक है जी। सत्याग्रह चलाया सी काफ़ी चीज़ों खिलाफ, जिवें उन्होंने साउथ अफ्रीका विच अंग्रेज़ सरकार ने ये करता सीगा भी उत्थे केवल जिहड़ी ईसाई धर्म के रीति रिवाज नाल जिहड़ी मैरिज हुई आ उही वैलिड मनी जाऊगी, जिहड़ी बाकी सारियां मैरिज नेगियां वो इनवैलिड मनी जाणगी, ठीक है जी। सो ये विरुद्ध भी सत्याग्रह चलाया सीगा ते बाकी उत्ते एक कंपलसरी रजिस्ट्रेशन सर्टिफिकेट लाजमी करता सी, जिहदे वो नहीं हुंदा सीगा उहनूं मतलब बेदखल करता था, उहनूं जेल विच पा दित्ता जांदा सी, ठीक है जी। सो उहदे विरुद्ध भी की कीता सीगा महात्मा गांधी ने सत्याग्रह चलाया सीगा। बाकी इन्हां ने अफ्रीका विच एक प्रश्न आउंदा हुंदा गा नटल इंडिया ऑर्गेनाइजेशन, ठीक है जी। नटल इंडिया ऑर्गेनाइजेशन की शुरुआत इन्होंने कित्थे कीती सी? साउथ अफ्रीका विच ही कीती, ठीक है जी। इंडियन ओपीनियन इन्होंने साउथ अफ्रीका विच रह के अखबार चलाया, ठीक है जी, किहड़ा? इंडियन ओपीनियन, ठीक है जी। सो सारियां चीज़ों की कर लेना गा नोट कर लेना गा। बाकी ये कदों भारत कदों आ गए सीगे? 9 जनवरी 1915 नूं। 9 जनवरी नूं की मनाया जांदा? फिर प्रवासी भारती दिवस मनाया जांदा। की मनाया जांदा गा? प्रवासी भारती दिवस मनाया जांदा, ठीक है जी। ये सारियां गल्लां नूं नोट कर लिओ। चलो अगला प्रश्न देखो, प्रश्न 51 देखो, महात्मा गांधी के राजनीतिक गुरु कौन सन? हाँ जी, कौन सन? राइट ऑप्शन क्या आ जाऊगा? ऑप्शन नंबर अपना बी, बिल्कुल राइट आंसर आ जाऊगा गोपाल कृष्ण गोखले, गोपाल कृष्ण गोखले। जे गोपाल कृष्ण गोखले के पुछ लैन फिर आ जाऊगा MG राणाडे, ठीक है जी। तो देखो एक प्रश्न ये भी आता होंगे, महात्मा गांधी किहदे कहण ते अपने साउथ अफ्रीका तो इंडिया है? गोपाल कृष्ण गोखले के कहण ते। जिवें मैं तुहानूं दस्सिया भी महात्मा गांधी काफ़ी मशहूर हो गए सीगे, उन्होंने काफ़ी सत्याग्रह चलाए सीगे उत्थे अपने साउथ अफ्रीका विच, ठीक है जी। सो उन्होंने देखते हुए इत्थे गोपाल कृष्ण गोखले ने इन्होंने सੱਦਾ ਦਿੱਤਾ भी तुसीं भारत विच आओ ते कहा सीगा भी 1 साल तुसीं कोई भी जिहड़ी पार्टी उहनूं ज्वाइन ना करो, केवल देखो भी तुहानूं किहड़ी पार्टी ज्वाइन करनी चाहिदी है, किहड़े रास्ते तुहानूं जाना चाहिदा, ठीक है जी। सो ये भी किन्हां ने कहा सी? गोपाल कृष्ण गोखले ने कहा सी। इस करके गोपाल कृष्ण गोखले की बन गए सीगे? महात्मा गांधी के राजनीतिक गुरु बन गए सीगे ते MG राणाडे गोपाल कृष्ण गोखले राजनीतिक गुरु, ठीक है जी। सो सारी चीज़ों की कर लेना गा नोट कर लेना गा। चलो अगला प्रश्न देखो, प्रश्न 52 देखो, प्रवासी भारत दिवस कदों मनाया जाता? आप ऊपर ही गल करके हटे हैं, 9 जनवरी को मनाया जाता, ठीक है जी। क्यों मनाया जाता? क्योंकि महात्मा गांधी साउथ अफ्रीका तो भारत वापस आए सीगे। प्रश्न 53 देखो, चंपारण सत्याग्रह सी की सीगा? ये किसान अंदोलन सी, ठीक है जी। इनू होर की कहा जाता है? फस्ट सिविल डिसओबीडियंस भी कहा जाता, ठीक है जी। तो ऑप्शन अपना ए आ जाऊगा। महात्मा गांधी ने एक बंदा मिला से कि नाम की सीगा? राजकुमार शुक्ला, ठीक है जी। सो राजकुमार शुक्ला ने महात्मा गांधी चौपार 9 लिखा ते उन्होंने दस्सिया भी सानू इत्थे भी धक्के नाल सातों की कराया जांदा भी 3/20 हिस्से ते काहदी खेती कराई जांदी हैगी? इंडीगो दी। इंडीगो मतलब नील की खेती, ठीक है जी। नील की खेती कराई जाती हैगी सातों, सो असीं करनी नहीं हैगी। सो ये विरुद्ध महात्मा गांधी ने की किया सीगा? सत्याग्रह लॉन्च किया, ठीक है जी। सत्याग्रह चलाया सीगा। सो सत्याग्रह विच की हो गया सीगा? कामयाब रहे सीगे ते अंग्रेज़ सरकार नूं 25% मुआवजा भी देना पिया सी किसानां नूं, ठीक है जी। ये प्रश्न आउंदा हुंदा भी किन्ने % मुआवजा देना पिया सीगा? 25% मुआवजा देना पिया सी, ठीक है जी। सो सारी गल्लां नोट कर लेना गा। ते बाकी जिहड़ा अंग्रेज़ सरकार ने 3/20 हिस्से ते भी इंडीगो की खेती करनी हैगी, लाजमी कीता सी नील की खेती। इन्हूं एक होर भी कुछ कहा जाता, की कहा जाता है? 3 कथिया सिस्टम। की कहा जाता है? 3 कथिया सिस्टम कहा जाता, ठीक है जी। 3 कथिया सिस्टम। ये भी प्रश्न आता, 3 कथिया सिस्टम किसने बंद कराया सीगा? महात्मा गांधी ने बंद करवाया, ठीक है जी। ये सारियां गल्लां की कर लेना गा नोट कर लेना गा। चलो अगला प्रश्न देखो, प्रश्न 54 देखो, चंपारण सत्याग्रह हेठ लिखियां विचों किसदी खेती नाल संबंधित सी? उपर ही गल करके हटियाँगे। ऑप्शन नंबर ए बिल्कुल राइट आंसर आ जाऊगा नील।
प्रश्न 55 देखो, चंपारण सत्याग्रह हेठ लिखियां विचों किहड़े नेता शामिल सन? तो देखो जी, राजेंद्र प्रसाद शामिल सी, ठीक है जी। मोहनदेव देसाई शामिल सी, ठीक है जी। नरहरी पारख ये भी शामिल थे। ऑप्शन अपना की आ जाऊगा डी, बिल्कुल राइट आंसर आ जाऊगा आल ऑफ अबव। ये प्रश्न अक्सर कई बार पेपरों में देखने मिल जाता गा भी महात्मा गांधी नाल होर किहड़े-किहड़े नेता शामिल सी। सो आज तुसीं याद रख लो, ठीक है जी। ये तीनों नेता भी चंपारण सत्याग्रह विच शामिल सीगे। चलो अगला प्रश्न देखो, प्रश्न 56 देखो, चंपारण सत्याग्रह के संबंध में अंग्रेज सरकार ने किसानों लिए किन्ने मुआवजे की घोषणा की? हाँ जी, उपर आप गल करके हटे हैं 25%। ऑप्शन नंबर अपना बी, बिल्कुल राइट आंसर आ जाऊगा 25%। एक तो मैं गल दसा, जो अपना रिवोल्ट 8057 हैगा वो तो मैं दस एक वीडियो बनी हुई है, जब आप प्लेलिस्ट में वो देख लो जाके, नहीं मैं की कर दाँगा ये वीडियो के नाल हो की कर दूँगा जोड़ दूँगा, ठीक है जी। वो जरूर देख लियो क्योंकि उत्थों ही अपनी शुरू होती हैगी। ये अंदर ही तुहानूं प्रश्न देखने मिल जाएंगे PSSSB के पेपरों में, खासकर जो हुण सिलेबस आउट होएगा वो अकॉर्डिंग ये अंदर ही तुहाडे पेपर प्रश्न देखने को मिलूगा, इस तो बाहर नहीं आऊगा, ठीक है जी। तो इस करके मैं वो नाल जोड़ दूँगा, इस करके वीडियो पूरा जरूर देख लियो। जिन्हों का भी रिवोल्ट 8057 रहिंदा है पढ़ना, इस करके वीडियो पूरा देख लो, वो थोड़ा सारा क्लीयर हो जाएगा। इस तो बाहर पढ़ने की कुछ भी जरूरत नहीं हैगी। प्रश्न 57 देखो, महात्मा गांधी द्वारा पहली भुख हड़ताल कदों की गई? तो देखो जी, कदों की गई? प्रश्न इस तरह भी आ सकता, अहमदाबाद मिल स्ट्राइक कदों हुई? 1918 में हुई। साल अक्सर पूछ लेंदा भी किहड़े साल में किहड़ा सत्याग्रह होया। हुण नोट करो, एक प्रश्न आया होयागा इस तरह भी पूछ लेंदे हुंदा है भी रिवोल्ट सत्याग्रह तो पहला महात्मा गांधी ने किन्ने सत्याग्रह कीते? 3 कीते। किहड़े-किहड़े? एक तो उपर पढ़ के हटेंगे 1917 में चंपारण सत्याग्रह, 1918 में पहली भुख हड़ताल, ठीक है जी, जा कह सकते हो अहमदाबाद मिल स्ट्राइक, तो 1918 में ही किहड़ा खेड़ा सत्याग्रह, ठीक है जी। तो की कर लो, तिन्ने तुसीं साल याद रख लेने हैगे। हुण भुख हड़ताल की क्यों सी? तो देखो पहला विश्व युद्ध चल रहा सीगा, महंगाई काफ़ी, ठीक है जी। सो अहमदाबाद मिल स्ट्राइक सी, उहदे जिहड़े वर्कर सीगे उन्होंने की कीता, उहदे मालक कोलों 50% बोनस की मंग की। किन्ने दी? 50% बोनस की मंग की। उहदा मालक का नाम की सीगा? अंबा लाल साराभाई। की नाम सीगा? अंबा लाल साराभाई। है तो गांधी के फ्रेंड ही सी, ठीक है जी, गांधी का दोस्त सीगा। सो ये तो 50% मंग की। अपना की मिल का ओनर सीगा, वर्करां ने 50% की कीता बोनस की मंग की। पर अंबा लाल साराभाई कहता भी मैं तो केवल की ना दे सकदा गा, 20% ही दे सकदा, ठीक है जी। 50% ही मैं दे सकदा, मैं केवल 20% ही दे सकदा गा। सो गांधी ने अपने दोस्त विरुद्ध भी की कीता सत्याग्रह चलाया, ठीक है जी। मतलब भुख हड़ताल की कदों तक भी, जो तक मेरी मौत नहीं हो जाती। भुख हड़ताल किते बह गए, ठीक है जी। सो बह गए जो भुख हड़ताल से, सो मान ली मंगा किन्ने ते मन्निया गया? 35%, ठीक है जी। ये प्रश्न आया होगा भी किन्ने % मुआवजा दे अपनी बोनस देने लिए राजी होया? मैं अहमदाबाद मिल स्ट्राइक का ओनर 35% बोनस देने लिए, ठीक है जी। तो अपना की आ जाऊगा? ऑप्शन नंबर जिते बी आ जाऊगा। ये सारी गल्लां की कर लेना गा, तुसीं नोट कर लेना गा। चलो अगला प्रश्न देखो, हाँ जी, प्रश्न 58 देखो, खेड़ा सत्याग्रह कदों होया? हाँ जी, कदों होया? राइट ऑप्शन क्या आ जाऊगा? ऑप्शन नंबर अपना उपरी गल करके हटेंगे सी आ जाऊगा 1918, ठीक है जी। हुण क्यों होया सीगा? तो देखो जी, उदों खेड़ा जिहड़ी जगह गई है गुजरात विच आ गई, खेड़ा विच सोका पै गया सी, ठीक है जी। सोका पै गया सीगा, लोगों की जिहड़ी फसलां सीगियां सारियां मर गईयां सीगियां। पर अंग्रेज सरकार कहती भी सानू पूरा टैक्स ही देना पऊगा इस साल भी सानू भावें सोका पवे भावें कुछ भी होवे, सानू पूरा टैक्स ही देना पऊगा। भी लोग कहते भी असीं टैक्स दे नहीं सकते। सो गांधी कोल गए, ठीक है जी। सो गांधी कोल गए, गांधी की कहता? गांधी कहता भी मैं सत्याग्रह करूँगा भी टैक्स माफ़ कर दो, की कर दो? टैक्स माफ़ कर दो। सो गांधी ने सत्याग्रह किया, ठीक है जी। सत्याग्रह से बैठे काफ़ी समा। सो गांधी का की करता उस साल का अंग्रेज़ों ने टैक्स माफ़ करता सारा, तो बाकी जिन्हों की प्रॉपर्टी जब्त की सी वो प्रॉपर्टी वापस दे दी, ठीक है जी। सो कदों होया सी? 1918 में होया सीगा। चलो अगला प्रश्न देखो, प्रश्न नंबर 59 देखो, खेड़ा सत्याग्रह विच हेठ लिखियां विचों होर किहड़े नेता शामिल हैं? प्रश्न इस तरह भी आ सकता गा भी गांधी नाल और किहड़ा एक मुख्य नेता शामिल सीगा? मुख्य नेता किहड़ा गा? सरदार वल्लभ भाई पटेल। किहड़ा? सरदार वल्लभ भाई पटेल, ठीक है जी। वैसे सारे उपरोक्त सारे शामिल सीगे। जे गांधी ना दिखे तो खेड़ा सत्याग्रह विच गांधी लिखा ना दिखे तो किते टिक ला के आओगे? सरदार वल्लभ भाई पटेल से ला के आओगे, ठीक है जी। जे गांधी ना दिखे, सरदार वल्लभ भाई पटेल मुख्य सीगे गांधी दे नाल, ठीक है जी। तो अपना की आ जाऊगा? ऑप्शन नंबर डी, बिल्कुल राइट आंसर आ जाऊगा। प्रश्न 60 देखो, गांधी हेठ लिखियां विचों किहड़े अखबार के संपादक हैं? तो देखो जिवें तुहानूं मैं दस्सिया जी, इंडियन ओपीनियन ये साउथ अफ्रीका में चलाया सी, ठीक है जी। हरिजन भी गांधी ने अखबार चलाया सीगा, यंग इंडिया भी गांधी ने चलाया सी। ऑप्शन नंबर अपना डी, बिल्कुल राइट आंसर आ जाऊगा उपरोक्त सारे, ठीक है जी, उपरोक्त सारे। प्रश्न नंबर 61 देखो, माई एक्सपेरिमेंट विद ट्रुथ किसकी ऑटोबायोग्राफी है? हाँ जी, किसकी ऑटोबायोग्राफी है? ये महात्मा गांधी, ठीक है जी। किहदी हैगी? महात्मा गांधी जी। ऑप्शन नंबर अपना ए, बिल्कुल राइट आंसर आ जाऊगा। एक इन्हां दा होर एक लिटरेसी इन्हां दी बुक सीगी की सी? हिंद स्वराज, ठीक है जी। की नाम सी उहदा? हिंद स्वराज। ये भी तुसीं याद रख लियो, ठीक है जी। चलो अगला प्रश्न देखो,
ਪ੍ਰਸ਼ਨ ਨੰਬਰ 62 ਦੇਖੋ, ਮਹਾਤਮਾ ਗਾਂਧੀ ਨੂੰ ਅਧਨੰਗਾ ਫਕੀਰ ਕਿਸ ਨੇ ਕਿਹਾ ਸੀ? ਹਾਂਜੀ, ਕਿਸ ਨੇ ਕਿਹਾ ਸੀ? ਆਪਸ਼ਨ ਨੰਬਰ ਸੀ ਆ ਜਾਊਗਾ, ਵਿੰਸਟਨ ਚਰਚਿਲ ਨੇ ਕਿਹਾ ਸੀ। ਸੁਭਾਸ਼ ਚੰਦਰ ਬੋਸ ਨੇ ਕੀ ਕਿਹਾ ਸੀਗਾ? ਫਾਦਰ ਆਫ ਨੇਸ਼ਨ ਕਿਹਾ ਸੀਗਾ। ਤੇ ਮਹਾਤਮਾ ਕਿਸ ਨੇ ਕਿਹਾ ਸੀ? ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ। ਠੀਕ ਆ ਜੀ, ਸੋ ਤਿੰਨੇ ਤੁਸੀਂ ਯਾਦ ਰੱਖ ਲਿਓ। ਚਲੋ ਅਗਲਾ ਪ੍ਰਸ਼ਨ ਦੇਖੋ, ਪ੍ਰਸ਼ਨ ਨੰਬਰ 63 ਦੇਖੋ, ਮਹਾਤਮਾ ਗਾਂਧੀ ਨੇ ਨੇਟਲ ਇੰਡੀਆ ਕਾਂਗਰਸ ਦੀ ਸਥਾਪਨਾ ਕਿੱਥੇ ਕੀਤੀ? ਹਾਂਜੀ, ਕਿੱਥੇ ਕੀਤੀ? ਰਾਈਟ ਆਪਸ਼ਨ ਕੀ ਆ ਜਾਊਗਾ? ਆਪਸ਼ਨ ਨੰਬਰ ਆਪਣਾ ਸੀ ਬਿਲਕੁਲ ਰਾਈਟ ਆਂਸਰ ਆ ਜਾਊਗਾ, ਅਫਰੀਕਾ ਵਿੱਚ। ਠੀਕ ਆ ਜੀ, ਇੱਕ ਅਫਰੀਕਾ ਵਿੱਚ ਮਹਾਤਮਾ ਗਾਂਧੀ ਨੇ ਕੀ ਚਲਾਇਆ ਸੀਗਾ? ਟੋਲਸਟੋਏ ਫਾਰਮ ਚਲਾਇਆ ਸੀ। ਠੀਕ ਆ ਜੀ, ਇੱਕ ਇਹਨਾਂ ਨੇ ਚਲਾਇਆ ਸੀ ਫੋਨੈਕਸ ਫਾਰਮ। ਕਿਹੜਾ? ਫੋਨੈਕਸ ਫਾਰਮ। ਠੀਕ ਆ ਜੀ, ਫੋਨੈਕਸ ਫਾਰਮ ਚਲਾਇਆ ਸੀਗਾ, ਇੱਕ ਟੋਲਸਟੋਏ ਫਾਰਮ ਚਲਾਇਆ ਸੀਗਾ। ਸੋ ਇਹ ਪ੍ਰਸ਼ਨ ਆ ਸਕਦਾ, ਇਹ ਵੀ ਤੁਸੀਂ ਯਾਦ ਰੱਖ ਲਿਓ, ਟੋਲਸਟੋਏ ਫਾਰਮ, ਫੋਨੈਕਸ ਫਾਰਮ। ਲਿਖਾਈ ਵੈਸੇ ਮੇਰੀ ਐਸੀ ਵੈਸੀ ਠੀਕ ਹੈ ਜੀ, ਮੈਂ ਤੇਜ਼ ਲਿਖ ਦਿੰਦਾ, ਤੁਸੀਂ ਬਸ ਮੇਰੇ ਬਾਜ਼ 'ਤੇ ਧਿਆਨ ਦਿਆ ਕਰੋ, ਆਪਣੇ ਕੰਨ ਵਿੱਚ ਵਸਾ ਲਿਆ ਕਰੋ ਬਾਜ਼। ਠੀਕ ਆ ਜੀ, ਕੰਨ ਵਿੱਚ ਰਾਹੀਂ ਆਪਣੇ ਦਿਮਾਗ ਵਿੱਚ ਵਸਾ ਲਿਆ ਕਰੋ, ਸੋ ਉੱਥੇ ਹੀ ਤੁਸੀਂ ਯਾਦ ਰਹਿ ਜਾਓ ਕਰੋ। ਟੋਲਸਟੋਏ ਫਾਰਮ ਅਫਰੀਕਾ ਵਿੱਚ ਲਾਇਆ ਸੀਗਾ ਤੇ ਫੋਨੈਕਸ ਫਾਰਮ ਅਫਰੀਕਾ ਵਿੱਚ ਲਾਇਆ ਸੀਗਾ ਮਹਾਤਮਾ ਗਾਂਧੀ ਨੇ। ਤੇ ਨੇਟਲ ਇੰਡੀਆ ਕਾਂਗਰਸ, ਇਹ ਇੰਪੋਰਟੈਂਟ ਆ, ਇਹਦੀ ਸਥਾਪਨਾ ਕਿੱਥੇ ਕੀਤੀ? ਅਫਰੀਕਾ ਵਿੱਚ ਕੀਤੀ ਮਹਾਤਮਾ ਗਾਂਧੀ ਨੇ। ਠੀਕ ਆ ਜੀ, ਸੋ ਬਾਕੀ ਆਪਣੇ ਕਾਫੀ ਪਈ ਆ। ਠੀਕ ਆ ਜੀ, ਹਜੇ ਅੱਧੀ ਰਹਿ ਗਈ, ਮਤਲਬ ਅੱਧੇ ਤੋਂ ਜ਼ਿਆਦਾ ਪਈ ਹੈਗੀ ਇੰਡੀਅਨ ਹਿਸਟਰੀ। 1947 ਤੱਕ ਆਪਾਂ ਸਾਰਾ ਕੰਪਲੀਟ ਕਰਾਂਗੇ, ਜਿੰਨੇ ਵੀ ਇੰਪੋਰਟੈਂਟ ਪ੍ਰਸ਼ਨ ਬਣ ਸਕਦੇ ਆ। ਠੀਕ ਆ, ਜਿਹੜੇ ਪਹਿਲਾਂ ਆਏ ਹੋਏ ਹੈਗੇ ਸਾਰਾ ਆਪਾਂ ਕੰਪਲੀਟ ਕਰਾਂਗੇ। ਪਰ ਅੱਜ ਆਪਾਂ ਵੀਡੀਓ ਇੱਥੇ ਸਮਾਪਤ ਕਰ ਦਿਆਂਗੇ, ਥੋੜ੍ਹਾ ਜਿਹਾ ਕੰਮ ਆ ਗਿਆ। ਠੀਕ ਆ ਜੀ, ਸੋ ਅਗਲੀ ਵੀਡੀਓ ਵਿੱਚ ਆਪਾਂ ਕੀ ਕਰਾਂਗੇ, ਕੰਟੀਨਿਊ ਰੱਖਾਂਗੇ ਅਗਲੀ ਵੀਡੀਓ ਵਿੱਚ। ਫਿਲਹਾਲ ਮੈਂ ਕੀ ਕਰੂੰਗਾ, 1857 ਜਿਹੜਾ ਰਿਵੋਲਟ ਹੈਗਾ ਉਹ ਮੈਂ ਇਹਦੇ ਨਾਲ ਜੋੜ ਦੂੰਗਾ, ਉਹ ਜ਼ਰੂਰ ਪੜ੍ਹ ਲਿਓ। ਠੀਕ ਆ ਜੀ, ਸੋ 1857 ਤੋਂ ਲੈ ਕੇ ਤੁਹਾਡਾ ਜਿਹੜਾ ਆਪਣਾ ਮਹਾਤਮਾ ਗਾਂਧੀ ਤੱਕ ਦਾ ਜਿਹੜਾ ਸਾਰਾ ਕਲੀਅਰ ਹੋ ਜਾਊਗਾ। ਇਸ ਤੋਂ ਬਾਅਦ ਜਿੰਨੀਆਂ ਵੀ ਗੱਲਾਂ ਰਹਿ ਗਈਆਂ, ਠੀਕ, ਭਾਵੇਂ ਹੁਣ ਸਾਮਿਨ ਕਮਿਸ਼ਨ ਦਾ, ਖਿਲਾਫਤ ਅੰਦੋਲਨਾਂ ਗਾ, ਕੁਛ ਵੀ ਆਪਣਾ ਰੌਲਟ ਐਕਟ ਆ। ਠੀਕ ਹੈ, ਆਪਾਂ ਸਾਰਾ ਪੜਾਂਗੇ, ਆਪਾਂ ਸਾਰੇ A to Z ਪੜਾਂਗੇ, ਕੁਛ ਨਹੀਂ ਛੱਡਦੇ ਹੈਗੇ। ਜਿੰਨਾ ਪੜਿਆ ਹੈਗਾ ਇਹਦੇ ਵਿੱਚੋਂ ਵੀ ਪ੍ਰਸ਼ਨ ਬਣਨ ਦੇ ਲਗਭਗ ਤੁਸੀਂ ਕਹਿ ਸਕਦੇ ਹੋ 90% ਚਾਂਸ ਨੇਗੇ। ਸੋ ਕੁਛ ਨਹੀਂ ਛੱਡਣਾ ਹੈਗਾ, ਸਾਰਾ ਕੰਪਲੀਟ ਕਰੋ। ਠੀਕ ਆ ਜੀ, ਹੁਣ ਅੱਗੇ ਮੈਂ ਕੀ ਜੋੜ ਦੂੰਗਾ, ਰਿਵੋਲਟ 1857 ਜੋੜ ਦੂੰਗਾ, ਉਹ ਜ਼ਰੂਰ ਪੜ੍ਹ ਲਿਓ। ਠੀਕ ਆ ਜੀ, ਸੋ ਗੁੱਡ ਲੱਕ ਸਾਰੇ ਵਿਦਿਆਰਥੀਆਂ ਨੂੰ। ਤਾਂ ਚਲੋ ਜੀ, ਫਿਰ ਆਪਾਂ ਸਟਾਰਟ ਕਰ ਦਿਆਂਗੇ। ਹਾਂਜੀ, ਪਹਿਲਾਂ ਆਪਾਂ ਕੀ ਪੜਾਂਗੇ, ਰਿਵੋਲਟ ਆਫ 1857, 1857 ਵਿਦਰੋਹ। ਤਾਂ ਦੇਖੋ ਜੀ, 1857 ਵਿਦਰੋਹ ਦੇ ਕਾਫੀ ਕਾਰਨ ਸੀਗੇ, ਰਾਜਨੀਤਿਕ ਕਾਰਨ, ਧਾਰਮਿਕ ਕਾਰਨ, ਆਰਥਿਕ ਕਾਰਨ ਤੇ ਪਲੱਸ ਆਪਣੇ ਮਿਲਟਰੀ ਕਾਰਨ। ਆਪਾਂ ਪੜ੍ਹਨੇ ਸਾਰੇ ਨੇ, ਯਾਦ ਸਾਰੇ ਰੱਖਣ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ, ਮੈਂ ਤੁਹਾਨੂੰ ਦੱਸ ਦੂੰਗਾ ਵੀ ਕਿਹੜੀ ਚੀਜ਼ਾਂ ਯਾਦ ਰੱਖਣੀਆਂ ਨੇਗੀਆਂ, ਕਿਹੜੀਆਂ ਚੀਜ਼ਾਂ ਯਾਦ ਨਹੀਂ ਰੱਖਣੀਆਂ। ਵਿਰੋਧ ਦੀ ਜੇ ਆਪਾਂ ਕਾਰਨਾਂ ਦੀ ਗੱਲ ਕਰੀਏ, ਰਾਜਨੀਤਿਕ ਕਾਰਨ, ਨਾਨਾ ਸਾਹਿਬ ਨੂੰ ਅੰਗਰੇਜ਼ ਸਰਕਾਰ ਵੱਲੋਂ ਪੈਨਸ਼ਨ ਨਾ ਦੇਣਾ। ਨਾਨਾ ਸਾਹਿਬ ਪੇਸ਼ਵਾ ਬਾਜੀਰਾਓ II ਦਾ ਗੋਦ ਲਿਆ ਪੁੱਤਰ ਸੀ। ਪੇਸ਼ਵਾ ਬਾਜੀਰਾਓ II ਕੌਣ ਸੀ, ਕੌਣ ਨਹੀਂ, ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਬਸ ਇੰਨੀ ਯਾਦ ਰੱਖ ਲਓ ਵੀ ਜਿਹੜਾ ਨਾਨਾ ਸਾਹਿਬ ਸੀਗਾ ਉਹ ਪੇਸ਼ਵਾ ਬਾਜੀਰਾਓ II ਦਾ ਗੋਦ ਲਿਆ ਪੁੱਤਰ ਸੀ। ਠੀਕ ਆ ਜੀ, ਤੇ ਜਿਹੜਾ ਪੇਸ਼ਵਾ ਬਾਜੀਰਾਓ II ਸੀਗਾ ਇਹਨੂੰ ਅੰਗਰੇਜ਼ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਹੁੰਦੀ ਸੀਗੀ। ਜਦੋਂ ਮਰ ਗਿਆ ਤੇ ਜਿਹੜਾ ਪੁੱਤਰ ਸੀ ਗੋਦ ਲਿਆ ਨਾਨਾ ਸਾਹਿਬ, ਉਹ ਕਹਿੰਦਾ ਮੈਨੂੰ ਵੀ ਪੈਨਸ਼ਨ ਦੇਵੋ। ਤੇ ਅੰਗਰੇਜ਼ ਜੀ ਕਹਿੰਦੇ ਅਸੀਂ ਤਾਂ ਗੋਦ ਲਿਆ ਪੁੱਤਰ ਨੂੰ ਰਾਜ ਨਹੀਂ ਦਿੰਦੇ ਹੈਗੇ, ਤੈਨੂੰ ਪੈਨਸ਼ਨ ਕਿੱਥੋਂ ਦੇ ਦਈਏ। ਸੋ ਇਸ ਕਰਕੇ ਕੀ ਹੋ ਗਿਆ ਸੀ, ਗੁੱਸਾ ਹੋ ਗਿਆ ਸੀਗਾ। ਇਹਨੇ ਕੀ ਕੀਤਾ ਸੀਗਾ, ਵਿਦਰੋਹ ਵਿੱਚ ਹਿੱਸਾ ਲੈਤਾ ਸੀ। ਠੀਕ ਆ ਜੀ, ਕਿੱਥੋਂ ਲੈਤਾ ਸੀਗਾ, ਕਾਨਪੁਰ ਤੋਂ। ਇਹ ਯਾਦ ਰੱਖ ਲਓ, ਅੱਗੇ ਵੈਸੇ ਆਪਾਂ ਪੜ੍ਹਨ ਵਾਲੇ ਆਂਗੇ ਅੱਗੇ। ਸੋ ਇਹਨੇ ਵਿਦਰੋਹ ਵਿੱਚ ਇਸ ਕਰਕੇ ਹਿੱਸਾ ਲੈਤਾ ਸੀ। ਠੀਕ ਆ ਜੀ, ਸੋ ਇਹ ਕਾਰਨ ਸੀ ਇੱਕ ਰਾਜਨੀਤਿਕ ਕਾਰਨ। ਨੰਬਰ 2 ਦੇਖੋ, ਆਪਦੇ ਉੱਪਰ ਅੰਗਰੇਜ਼ ਸਰਕਾਰ ਦਾ ਕਬਜ਼ਾ। ਆਪਦਾ ਕਿਹੜਾ ਇਲਾਕਾ ਅੱਜ ਕੱਲ੍ਹ ਜਿਹੜਾ ਯੂਪੀ ਵਾਲਾ ਇਲਾਕਾ, ਠੀਕ ਆ ਜੀ, ਇਹਨੂੰ ਆਪਦਾ ਵਾਲਾ ਇਲਾਕਾ ਕਹਿੰਦੇ ਹੁੰਦੇ ਸੀਗੇ। ਸੋ ਆਪਦੇ ਉੱਪਰ ਅੰਗਰੇਜ਼ ਸਰਕਾਰ ਦਾ ਕਬਜ਼ਾ। ਸੋ ਇਹ ਕਬਜ਼ਾ ਕਿਹਨੇ ਕਰਵਾਇਆ ਸੀਗਾ, ਲਾਰਡ ਡਲਹੌਜੀ ਨੇ। ਠੀਕ ਆ ਜੀ, ਕਿਹਨੇ ਕਰਵਾਇਆ ਸੀਗਾ, ਲਾਰਡ ਡਲਹੌਜੀ ਨੇ ਕਰਵਾਇਆ ਸੀਗਾ। ਲਾਰਡ ਡਲਹੌਜੀ ਨੇ ਟੋਟਲ 8 ਸਟੇਟਾਂ ਉੱਪਰ ਕਬਜ਼ਾ ਕੀਤਾ ਸੀਗਾ। ਠੀਕ ਆ ਜੀ, 8 ਸਟੇਟਾਂ ਨੂੰ ਨੈਕਸ ਕੀਤਾ ਸੀਗਾ। ਤੇ ਉਹਨਾਂ ਵਿੱਚੋਂ ਜਿਹੜੇ 7 ਸਟੇਟ ਸੀਗੇ ਉਹਨਾਂ ਨੂੰ ਕਿਵੇਂ ਨੈਕਸ ਕੀਤਾ ਸੀਗਾ, ਡਾਕਟਰਨ ਆਫ ਲੇਵਸ ਦੇ ਥਰੂ। ਠੀਕ ਹੈ ਜੀ, ਹੜੱਪ ਦੀ ਨੀਤੀ ਦੇ ਥਰੂ ਜਿਹੜੇ 7 ਸਟੇਟ ਸੀਗੇ। ਤੇ ਜਿਹੜਾ ਇੱਕ ਸਟੇਟ ਸੀਗਾ, ਕਿਹੜਾ ਸਟੇਟ ਸੀਗਾ, ਆਪਦੇ ਉੱਪਰ ਕਬਜ਼ਾ ਕਿਵੇਂ ਕੀਤਾ ਸੀਗਾ, ਲਾਰਡ ਡਲਹੌਜੀ ਕਹਿੰਦਾ ਥੋੜੀ ਜਿਹੜੀ ਗਵਰਨਮੈਂਟ ਆ ਉਹੀ ਨਹੀਂ ਸਹੀ ਚੱਲ ਰਹੀ ਹੈਗੀ, ਇਹਦੇ ਵਿੱਚ ਜਿਹੜਾ ਰਾਜ ਭਾਗ ਆ ਉਹ ਸਹੀ ਨਹੀਂ ਚੱਲ ਰਿਹਾ, ਤੁਹਾਡੇ ਲੋਕ ਨਹੀਂ ਸਾਂਭੇ ਜਾ ਰਹੇ, ਅਸੀਂ ਇਸ ਕਰਕੇ ਅਸੀਂ ਕੀ ਕਰ ਰਹੇ ਹਾਂਗੇ, ਆਪਦ ਨੂੰ ਆਪਣੇ ਅੰਡਰ ਲੈ ਰਹੇ ਹਾਂ। ਠੀਕ ਆ ਜੀ, ਆਪਦ ਨੂੰ ਅਨੈਕਸ ਕਰ ਰਹੇ ਹਾਂਗੇ। ਤਾਂ ਦੇਖੋ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਜਿਹੜਾ ਆਪਦਾ ਵਾਲਾ ਇਲਾਕਾ ਅੱਜ ਕੱਲ੍ਹ ਯੂਪੀ ਵਾਲਾ ਇਲਾਕਾ ਜਿਹੜੀ, ਠੀਕ ਆ ਜੀ, ਤਾਂ ਜਿਹੜੇ ਬਹੁਤ ਸਾਰੇ ਫੌਜੀ ਸੀਗੇ ਉਹ ਕਿੱਥੋਂ ਆਉਂਦੇ ਸੀਗੇ, ਉਹ ਆਪਦਾ ਵਾਲੇ ਏਰੀਏ ਵਿੱਚੋਂ ਹੀ ਆਉਂਦੇ ਸੀਗੇ। ਬਹੁਤ ਸਾਰੇ ਫੌਜੀ ਆਪਦਾ ਵਾਲੇ ਏਰੀਏ ਵਿੱਚੋਂ ਹੀ ਆਉਂਦੇ ਸੀਗੇ। ਸੋ ਇਸ ਕਰਕੇ ਫੌਜੀਆਂ ਵਿੱਚ ਕੀ ਹੋ ਗਿਆ ਵੀ ਤੁਸੀਂ ਤਾਂ ਸਾਡੇ ਸਟੇਟ ਉੱਪਰ ਹੀ ਕਬਜ਼ਾ ਕਰ ਲਿਆ, ਜਿੱਥੋਂ ਅਸੀਂ ਆਉਣੇ ਆਗੇ। ਠੀਕ ਆ ਜੀ, ਉਹਨੂੰ ਹੀ ਨੈਕਸਟ ਕਰ ਲਿਆ। ਸੋ ਫੌਜੀ ਕੀ ਹੋ ਗਏ, ਗੁੱਸਾ ਹੋ ਗਏ। ਠੀਕ ਆ ਜੀ, ਸੋ ਇਹ ਵੀ ਇੱਕ ਕਾਰਨ ਕੀ ਬਣਿਆ ਸੀਗਾ ਵੀ ਵਿਦਰੋਹ ਵਿੱਚ ਹਿੱਸਾ ਲੈਣ ਦਾ ਕਾਰਨ ਬਣਿਆ ਸੀਗਾ ਫੌਜੀਆਂ ਦਾ। ਠੀਕ ਆ ਜੀ, ਕਿਉਂਕਿ ਕੀ ਹੋ ਗਿਆ ਸੀਗਾ, ਆਪਦੇ ਉੱਪਰ ਕਬਜ਼ਾ ਕਰ ਲਿਆ ਸੀਗਾ ਕਿਹਨੇ, ਅੰਗਰੇਜ਼ ਸਰਕਾਰ ਨੇ। ਠੀਕ ਆ ਜੀ, ਇਹ ਨੋਟ ਕਰ ਰਿਓ। ਅੱਗੇ ਜੇ ਆਪਾਂ ਗੱਲ ਕਰੀਏ ਮਿਲਟਰੀ ਕਾਰਨਾਂ ਦੀ, ਹਾਂਜੀ, ਜਰਨਲ ਸਰਵਿਸ ਰੀਲੀਸਮੈਂਟ ਐਕਟ 1850। ਹਾਂਜੀ, ਇਹ ਕੀ ਹੈਗਾ,
ਤਾਂ ਦੇਖੋ ਉਸ ਵਕਤ ਕਈ ਜਾਤਾਂ ਵਿੱਚ ਇੱਕ ਵਹਿਮ ਪਾਇਆ ਜਾਂਦਾ ਸੀਗਾ ਵੀ ਜੇ ਕਿਸੇ ਜਾਤ ਦਾ ਫੌਜੀ ਸਮੁੰਦਰ ਪਾਰ ਕਰਦਾ, ਠੀਕ ਆ ਜੀ, ਸਮੁੰਦਰ ਨੂੰ ਪਾਰ ਕਰਦਾ ਗਾ, ਤਾਂ ਉਹਨੂੰ ਕੀ ਕਰ ਦਿੱਤਾ ਜਾਂਦਾ ਸੀਗਾ, ਉਸ ਜਾਤ ਵਿੱਚੋਂ ਬਾਹਰੇ ਕੱਢ ਦਿੱਤਾ ਜਾਂਦਾ, ਠੀਕ ਆ ਵੀ ਸਮੁੰਦਰ ਪਾਰ ਕਰਨ ਦੀ ਮਨਾਹੀ ਸੀਗੀ। ਇੱਕ ਵਹਿਮ ਪਾਇਆ ਜਾਂਦਾ ਸੀਗਾ, ਇਸ ਕਰਕੇ ਬਹੁਤ ਸਾਰੇ ਫੌਜੀ ਸਮੁੰਦਰ ਪਾਰ ਕਰਨ ਤੋਂ ਮਨਾ ਕਰ ਦਿੰਦੇ ਸੀਗੇ। ਤਾਂ ਦੇਖੋ ਲੜਾਈਆਂ ਤਾਂ ਇੰਡੋਨੇਸ਼ੀਆ ਵਿੱਚ ਹੋ ਗਈ, ਬਰਮਾ ਵਿੱਚ ਹੋ ਗਈ, ਠੀਕ ਆ ਜੀ, ਸਮੁੰਦਰ ਪਾਰ ਕਰਕੇ ਜਾਣਾ ਪੈਂਦਾ ਸੀਗਾ। ਸੋ ਇਸ ਕਰਕੇ ਬਹੁਤ ਸਾਰੇ ਫੌਜੀ ਕੀ ਕਰ ਦਿੰਦੇ ਸੀ, ਮਨਾ ਕਰ ਦਿੰਦੇ ਸੀ ਅੰਗਰੇਜ਼ ਸਰਕਾਰ ਨੂੰ। ਸੋ ਇਸ ਕਰਕੇ ਅੰਗਰੇਜ਼ ਸਰਕਾਰ ਨੇ ਕੀ ਲਿਆਂਦਾ ਸੀਗਾ, ਜਨਰਲ ਸਰਵਿਸ ਅਲੀਸ਼ਮੈਂਟ ਐਕਟ 1856 ਲਿਆਂਦਾ ਸੀ, ਠੀਕ ਆ ਜੀ। ਇਹਦੇ ਵਿੱਚ ਕੀ ਸੀਗਾ ਵੀ ਜਿਹੜਾ ਵੀ ਜੇ ਕੋਈ ਫੌਜ ਵਿੱਚ ਭਰਤੀ ਹੋਊਗਾ ਉਹਨੂੰ ਸਮੁੰਦਰ ਪਾਰ ਕਰਨਾ ਲਾਜ਼ਮੀ ਹੈ, ਠੀਕ ਆ ਜੀ। ਇਸ ਕਰਕੇ ਵੀ ਫੌਜੀਆਂ ਵਿੱਚ ਕੀ ਹੋ ਗਿਆ ਸੀਗਾ, ਗੁੱਸਾ ਆ ਗਿਆ ਸੀਗਾ, ਲੋਕਾਂ ਵਿੱਚ ਗੁੱਸਾ ਆ ਗਿਆ ਸੀਗਾ। ਸੋ ਇਹ ਵੀ ਇੱਕ ਕਾਰਨ ਬਣਿਆ ਸੀ ਆਪਣਾ ਮਿਲਟਰੀ ਕਾਰਨ। ਘੱਟ ਤਨਖਾਹ, ਭਾਰਤੀ ਫੌਜੀਆਂ ਨੂੰ ਅੰਗਰੇਜ਼ ਸਿਪਾਹੀਆਂ ਮੁਕਾਬਲੇ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ, ਠੀਕ ਆ ਜੀ। ਬਹੁਤ ਉਹਨਾਂ ਨਾਲ ਭੇਦਭਾਵ ਕੀਤਾ ਜਾਂਦਾ ਸੀਗਾ ਅਤੇ ਉਹਨਾਂ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ ਜਾਂਦੀ ਸੀਗੀ ਅਤੇ ਉਹਨਾਂ ਨੂੰ ਸੁਵਿਧਾਵਾਂ ਵੀ ਬਹੁਤ ਘੱਟ ਦਿੱਤੀਆਂ ਜਾਂਦੀਆਂ ਸੀ, ਠੀਕ ਆ ਜੀ। ਸੋ ਇਹ ਵੀ ਮਿਲਟਰੀ ਕਾਰਨ ਸੀ ਆਪਣੇ। ਇਸ ਕਰਕੇ ਫੌਜੀਆਂ ਨੇ ਕੀ ਕੀਤਾ ਸੀ, ਵਿਦਰੋਹ ਕੀਤਾ ਸੀ, ਠੀਕ ਆ ਜੀ। ਅੱਗੇ ਦੇਖੋ ਧਾਰਮਿਕ ਕਾਰਨ ਸਭ ਤੋਂ ਜ਼ਿਆਦਾ ਇੰਪੋਰਟੈਂਟ, ਹਾਂਜੀ, ਵਿਡੋਰ ਮੈਰਿਜ ਐਕਟ 1853। ਹਾਂਜੀ, ਇਹ ਕੀ ਸੀਗਾ, ਇਹ ਲਿਆਂਦਾ ਸੀਗਾ ਲਾਰਡ ਡਲਹੌਜੀ ਨੇ, ਲਾਰਡ ਡਲਹੌਜੀ ਨੇ ਲਿਆਂਦਾ ਸੀ, ਠੀਕ ਆ ਜੀ। ਇਹ ਇੱਕ ਵਧੀਆ ਐਕਟ ਸੀਗਾ ਵਿਡੋਰ ਮੈਰਿਜ ਐਕਟ, ਮਤਲਬ ਜਿਹੜੀ ਵਿਧਵਾ ਔਰਤ ਆ ਗਈ ਉਹ ਦੁਬਾਰੇ ਵਿਆਹ ਕਰਾ ਸਕਦੀ ਆ। ਪਰ ਤੁਹਾਨੂੰ ਆਪਣੇ ਭਾਰਤ ਦੇ ਲੋਕਾਂ ਦਾ ਉਸ ਵਕਤ ਪਤਾ ਸੀ, ਠੀਕ ਆ ਜੀ, ਬਹੁਤ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਸੀਗੇ। ਤਾਂ ਕੀ ਕਹਿੰਦੇ ਵੀ ਅੰਗਰੇਜ਼ ਸਰਕਾਰ ਨੂੰ ਸਾਡੇ ਧਾਰਮਿਕ ਅਤੇ ਸਾਡੇ ਸਮਾਜਿਕ ਜਿਹੜੇ ਰੀਤੀ ਰਿਵਾਜ ਨੇਗੇ ਉਹਨਾਂ ਵਿੱਚ ਹਿੱਸਾ ਲੈਣ ਦਾ ਕੋਈ ਮਤਲਬ ਨਹੀਂ ਹੈਗਾ, ਠੀਕ ਆ ਜੀ। ਸੋ ਇਹ ਇੱਕ ਵਧੀਆ ਐਕਟ ਸੀਗਾ, ਪਰ ਲੋਕਾਂ ਵਿੱਚ ਕੀ ਹੋ ਗਿਆ ਸੀਗਾ, ਗੁੱਸਾ ਆ ਗਿਆ ਸੀਗਾ। ਸੋ ਇਹ ਵੀ ਇੱਕ ਕਾਰਨ ਬਣਿਆ ਸੀਗਾ, ਲੋਕਾਂ ਨੇ ਵਿਦਰੋਹ ਵਿੱਚ ਹਿੱਸਾ ਲਿਆ ਸੀ, ਠੀਕ ਆ ਜੀ। ਅਤੇ ਸਭ ਤੋਂ ਇੰਪੋਰਟੈਂਟ, ਆਪਾਂ ਕਹਿੰਦੇ ਨਹੀਂ ਹੁੰਦੇ ਵੀ ਘੜਾ ਭਰਨ ਵਾਲਾ ਗਾ, ਘੜਾ ਕਿਹਦੇ ਕਰਕੇ ਭਰਿਆ, ਇਹਦੇ ਕਰਕੇ ਭਰਿਆ, ਠੀਕ ਆ ਜੀ। ਇਹ ਇੱਕ ਅਖੀਰ ਸੀਗਾ ਵੀ, ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਤਕਾਲ ਕਾਰਨ ਇਹ ਆਪਰੇਸ਼ਨ ਵੀ ਆਉਂਦਾ ਹੁੰਦਾ ਗਾ। ਇਹ ਸਟੋਰੀ ਸਮਝ ਲਓ ਹੁਣ। ਤਾਂ ਦੇਖੋ ਐਨਫੀਲਡ ਰਾਈਫਲ ਦਾ ਇਸਤੇਮਾਲ ਕਰਨ ਤੋਂ ਇਨਕਾਰ। 1856 ਵਿੱਚ ਅੰਗਰੇਜ਼ ਫੌਜ ਵਿੱਚ ਇੱਕ ਨਵੀਂ ਬੰਦੂਕ ਲੈ ਕੇ ਆਏ ਸੀਗੇ ਜਿਹਦਾ ਨਾਮ ਕੀ ਸੀਗਾ, ਐਨਫੀਲਡ ਰਾਈਫਲ, ਠੀਕ ਆ ਜੀ। ਉਹ ਬੰਦੂਕ ਵਿੱਚ ਗਾਂ ਦੀ ਚਰਬੀ ਅਤੇ ਸੂਰ ਦੀ ਚਰਬੀ ਨਾਲ ਬਣੇ ਹੋਏ ਕਾਰਤੂਸਾਂ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ। ਹੁਣ ਕਈ ਇਸ ਨੂੰ ਅਫਵਾਹ ਵੀ ਕਹਿੰਦੇ ਆ, ਕਈ ਸੱਚ ਵੀ ਕਹਿੰਦੇ ਆ ਵੀ ਉਹ ਕਾਰਤੂਸਾਂ ਨੂੰ ਮੂੰਹ ਨਾਲ ਛਿੱਲਣਾ ਪੈਂਦਾ ਸੀ, ਠੀਕ ਆ ਜੀ। ਮੂੰਹ ਨਾਲ ਛਿੱਲ ਕੇ ਜਿਹੜੀ ਨਲੀ ਹੁੰਦੀ ਹੈ ਉਹਦੇ ਵਿੱਚ ਭਰਨਾ ਪੈਂਦਾ ਸੀਗਾ। ਸੋ ਇਸ ਕਰਕੇ ਵੀ ਕੀ ਹੋਇਆ ਸੀਗਾ, ਜਿਹੜੇ ਆਪਣੇ ਹਿੰਦੂ ਅਤੇ ਆਪਣੇ ਮੁਸਲਿਮ ਨੇਗੇ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ, ਠੀਕ ਆ ਜੀ। ਕੀ ਪਹੁੰਚੀ ਸੀਗੀ, ਠੇਸ ਪਹੁੰਚੀ ਸੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ। ਸੋ ਇਹ ਸਭ ਤੋਂ ਇੰਪੋਰਟੈਂਟ ਕਾਰਨ ਮੰਨਿਆ ਜਾਂਦਾ, ਠੀਕ ਹੈ। ਯਾਦ ਰੱਖਣਾ ਸਾਰਿਆਂ ਨੇ, ਐਨਫੀਲਡ ਰਾਈਫਲ ਦਾ ਇਸਤੇਮਾਲ ਕਰਨ ਤੋਂ ਮਨਾ, ਠੀਕ ਆ ਜੀ। ਕਿਉਂ ਮਨਾ ਕਰਤਾ ਸੀਗਾ, ਕਿਉਂਕਿ ਗਾਂ ਦੀ ਚਰਬੀ ਅਤੇ ਸੂਰ ਦੀ ਚਰਬੀ ਨਾਲ ਬਣੇ ਹੋਏ ਕਾਰਤੂਸਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਠੀਕ ਆ ਜੀ। ਇੰਪੋਰਟੈਂਟ ਹੈਗਾ, ਸਭ ਤੋਂ ਇਹ ਪ੍ਰਸ਼ਨ ਆਉਂਦਾ ਹੁੰਦਾ ਗਾ ਵੀ ਤਤਕਾਲ ਕਾਰਨ ਕੀ ਸੀਗਾ, ਇੰਸਟੈਂਟ ਕਾਰਨ ਕੀ ਸੀਗਾ, ਐਨਫੀਲਡ ਰਾਈਫਲ ਇਸਤੇਮਾਲ ਕਰਨ ਤੋਂ ਮਨਾ ਕਰਤਾ ਸੀ, ਠੀਕ ਆ ਜੀ। ਇਹ ਕਾਰਨ ਸੀਗਾ, ਇਹ ਨੋਟ ਕਰ ਲਿਓ। ਹੁਣ ਸ਼ੁਰੂਆਤ ਕਿਹਨੇ ਕੀਤੀ ਸੀ, ਸਭ ਤੋਂ ਪਹਿਲਾਂ ਮਨਾ ਕਿਹਨੇ ਕੀਤਾ ਸਭ ਤੋਂ ਪਹਿਲਾਂ, ਯਾਦ ਰੱਖੋ 13 ਫੋਰ ਨੇਟਿਵ ਇਨਫੈਂਟਰੀ, ਠੀਕ ਆ ਜੀ। 30 ਫੋਰ ਨੇਟਿਵ ਇਨਫੈਂਟਰੀ ਯਾਦ ਰੱਖ ਲਿਓ। ਦੇ ਇੱਕ ਸਿਪਾਹੀ ਮੰਗਲ ਪਾਂਡੇ ਨੇ ਐਨਫੀਲਡ ਰਾਈਫਲ ਦਾ ਇਸਤੇਮਾਲ ਕਰਨ ਤੋਂ ਮਨਾ ਕਰ ਦਿੱਤਾ ਅਤੇ ਬੈਰਕਪੁਰ ਵਿੱਚ, ਯਾਦ ਰੱਖ ਲਿਓ, ਬੈਰਕਪੁਰ ਵਿੱਚ ਆਪਣੇ 2 ਕਮਾਂਡਰ ਉੱਪਰ ਗੋਲੀ ਚਲਾਤੀ, ਠੀਕ ਆ ਜੀ। ਜਿਸ ਕਰਕੇ ਉਸਨੂੰ 8 ਅਪ੍ਰੈਲ 1857 ਨੂੰ ਫਾਂਸੀ ਦੇ ਦਿੱਤੀ ਗਈ, ਠੀਕ ਆ ਜੀ। ਹੁਣ ਕਈ ਫੌਜੀ ਨੇ ਮਨਾ ਕਰ ਦਿੱਤਾ ਸੀਗਾ, ਪਰ ਜਿਹੜਾ ਮੇਨ ਆਪਾਂ ਕਹਿਣੀ ਹੁੰਦੀ ਸ਼ੁਰੂਆਤ ਕਿੱਥੋਂ ਹੋਈ, ਤਾਂ 34 ਫੋਰ ਨੇਟਿਵ ਇਨਫੈਂਟਰੀ, ਠੀਕ ਆ। ਯਾਦ ਰੱਖ ਲਿਓ, ਪੁੱਛਦੇ ਹੁੰਦਾ ਮੰਗਲ ਪਾਂਡੇ ਦੀ ਇਨਫੈਂਟਰੀ ਕਿਹੜੀ ਸੀ, 34 ਨੇਟਿਵ ਇਨਫੈਂਟਰੀ, ਠੀਕ ਆ ਜੀ। ਦੇ ਕੇ ਸਿਪਾਹੀ ਮੰਗਲ ਪਾਂਡੇ ਨੇ, ਠੀਕ ਆ ਜੀ। ਮੰਗਲ ਪਾਂਡੇ ਇਸ ਮਨਾ ਕਰਦਾ ਸੀ ਵੀ ਮੈਂ ਨਹੀਂ ਇਸਤੇਮਾਲ ਕਰਦਾ, ਇਹਦੇ ਵਿੱਚ ਗਾਂ ਦੀ ਚਰਬੀ ਨਾਲ ਬਣੇ ਹੋਏ ਕਾਰਤੂਸ ਦਾ ਇਸਤੇਮਾਲ ਕੀਤਾ ਜਾਂਦਾ ਗਾ, ਮੈਂ ਨਹੀਂ ਇਹਦਾ ਇਸਤੇਮਾਲ ਕਰਦਾ। ਅਤੇ ਆਪਣੇ ਜਿਹੜੇ 2 ਕਮਾਂਡਰ ਸੀਗੇ ਉਹਨਾਂ ਉੱਪਰ ਗੋਲੀ ਵੀ ਚਲਾਤੀ ਸੀ, ਕਿੱਥੇ, ਬੈਰਕਪੁਰ ਵਿੱਚ, ਠੀਕ ਆ ਜੀ। ਕਿਹੜੀ ਥਾਂ, ਬੈਰਕਪੁਰ ਵਿੱਚ, ਇਹ ਯਾਦ ਰੱਖ ਲਿਓ। ਜਿਸ ਕਰਕੇ ਉਸਨੂੰ 8 ਅਪ੍ਰੈਲ 1857 ਨੂੰ ਕੀ ਦੇ ਦਿੱਤੀ ਗਈ, ਫਾਂਸੀ ਦੇ ਦਿੱਤੀ ਗਈ, ਠੀਕ ਹੈ ਜੀ। ਡੇਟ ਯਾਦ ਰੱਖ ਲਿਓ। ਤਾਂ ਇੱਥੋਂ ਹੀ ਹੁਣ ਕਹਿ ਸਕਦੇ ਹੋ ਵੀ ਲੋਕ ਤਾਂ ਅੱਕੇ ਬੈਠੇ ਸੀ ਪਹਿਲਾਂ, ਹੁਣ ਇਹਨੂੰ ਫਾਂਸੀ ਦੇ ਦਿੱਤੀ, ਠੀਕ ਹੈ ਜੀ। ਮੰਗਲ ਪਾਂਡੇ ਨੂੰ ਫਾਂਸੀ ਦੇ ਦਿੱਤੀ, ਲੋਕਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਭਰ ਗਿਆ। ਹੁਣ 8 ਅਪ੍ਰੈਲ ਤੋਂ ਬਾਅਦ ਜਿਹੜੇ ਅਲੱਗ-ਅਲੱਗ ਥਾਵਾਂ ਸੀ ਆਪਣੇ ਦੇਸ਼ ਵਿੱਚ, ਉਹਨਾਂ ਵਿੱਚ ਅਲੱਗ-ਅਲੱਗ ਥਾਵਾਂ 'ਤੇ ਫੌਜੀ ਛਾਉਣੀ ਵਿੱਚ ਵਿਦਰੋਹ ਹੋਣਾ ਸ਼ੁਰੂ ਹੋ ਗਿਆ। ਕਿਤੇ ਕਈ ਫੌਜੀ ਨੇ ਵਿਦਰੋਹ ਕਰਤਾ, ਕਿਸੇ ਕਿਹੜੀ ਛਾਉਣੀ ਵਿੱਚ ਫੌਜੀ ਨੇ ਵਿਦਰੋਹ ਕਰਤਾ, ਜਿਹੜੀ 34 ਨੇਟਿਵ ਇਨਫੈਂਟਰੀ ਜਿਵੇਂ ਹੋ ਗਿਆ। ਇਸ ਤਰ੍ਹਾਂ 3rd ਇਨਫੈਂਟਰੀ ਦੇ ਜਿਹੜੇ ਫੌਜੀ ਸੀ ਉਹਨਾਂ ਨੇ ਵਿਦਰੋਹ ਕੀਤਾ ਸੀ, ਠੀਕ ਹੈ ਜੀ। 13 ਇਨਫੈਂਟਰੀ ਦੇ ਜਿਹੜੇ ਫੌਜੀ ਸੀ ਉਹਨਾਂ ਨੇ ਵੀ ਕਈ ਥਾਵਾਂ 'ਤੇ ਵਿਦਰੋਹ ਕਰਤਾ, ਠੀਕ ਹੈ ਜੀ। ਸੋ ਇਸ ਕਰਕੇ ਕਈ ਥਾਵਾਂ 'ਤੇ ਵਿਦਰੋਹ ਹੋਣ ਲੱਗ ਗਏ। ਪਰ ਜਿਹੜੀ ਅਸਲ ਸ਼ੁਰੂਆਤ ਕਿੱਥੋਂ ਮੰਨੀ ਜਾਂਦੀ ਹੈਗੀ, ਉਹ ਕਿੱਥੋਂ ਹੋਈ ਸੀਗੀ, ਉਹ ਹੋਈ ਸੀ 10 ਮਈ 1857 ਨੂੰ ਮੇਰਠ ਤੋਂ, ਠੀਕ ਹੈ। ਯਾਦ ਰੱਖ ਲਓ, ਬਹੁਤ ਜ਼ਿਆਦਾ ਇੰਪੋਰਟੈਂਟ ਆ ਗਈ। ਹੁਣ ਇਹ ਕਿਵੇਂ ਹੋਈ, ਦੇਖੋ ਵਿਦਰੋਹ ਤਾਂ ਕਾਫੀ ਥਾਵਾਂ 'ਤੇ ਹੋਈ ਜਾਂਦੇ ਸੀ, ਠੀਕ ਹੈ ਜੀ। ਮੰਗਲ ਪਾਂਡੇ ਨੂੰ ਜਦੋਂ ਫਾਂਸੀ ਦਿੱਤੀ, ਹੋਰ ਵੀ ਜ਼ਿਆਦਾ ਭੜਕ ਗਏ ਲੋਕ, ਠੀਕ ਹੈ ਜੀ। ਫੌਜੀ ਹੋਰ ਵੀ ਜ਼ਿਆਦਾ ਭੜਕ ਗਏ। ਤਾਂ ਕਿੱਥੋਂ ਸ਼ੁਰੂਆਤ ਹੋਈ, 10 ਮਈ 1857 ਨੂੰ ਕੁਝ ਮਤਲਬ ਇਨਫੈਂਟਰੀ ਦੇ ਫੌਜੀ ਇਕੱਠੇ ਹੋ ਗਏ, ਠੀਕ ਹੈ ਜੀ। ਮੇਰਠ ਤੋਂ ਉਹਨਾਂ ਨਾਲ ਕੁਝ ਲੋਕ ਵੀ ਮਿਲ ਗਏ ਸੀਗੇ। ਮੇਰਠ ਤੋਂ ਚੱਲ ਕੇ ਕਿੱਥੇ ਜਾਣ ਲੱਗੇ, ਦਿੱਲੀ ਜਾਵਾਂਗੇ, ਠੀਕ ਹੈ ਜੀ। ਦਿੱਲੀ ਕਿਹਦੇ ਕੋਲ ਜਾਣ ਲੱਗੇ, ਬਹਾਦਰ ਸ਼ਾਹ ਜ਼ਫਰ II ਕੋਲ, ਠੀਕ ਹੈ ਜੀ। ਬਹਾਦਰ ਸ਼ਾਹ ਜ਼ਫਰ II ਕੌਣ ਸੀਗਾ, ਆਖਰੀ ਮੁਗਲ ਸ਼ਾਸਕ ਸੀ, ਠੀਕ ਹੈ ਜੀ। ਹਾਂਜੀ, ਬਹਾਦਰ ਸ਼ਾਹ ਕੋਲ ਕਿਉਂ ਗਏ ਸੀਗੇ, ਇਹ ਇਸ ਕਰਕੇ ਗਏ ਸੀਗੇ, ਬਹਾਦਰ ਸ਼ਾਹ ਨੂੰ ਕਹਿੰਦੇ ਸੀ ਵੀ ਅਸੀਂ ਤੁਹਾਡੇ ਅੰਡਰ ਲੜਨਾ, ਹੁਣ ਅੰਗਰੇਜ਼ਾਂ ਦੀ ਆਪਾਂ ਬਹੁਤ ਬਰਦਾਸ਼ਤ ਕਰ ਲਿਆ, ਹੁਣ ਤੁਹਾਡੇ ਅੰਦਰ ਆਪਾਂ ਅੰਗਰੇਜ਼ਾਂ ਨਾਲ ਯੁੱਧ ਕਰਨਾ ਗਾ। ਇਸ ਕਰਕੇ ਕੀ ਗਏ ਸੀ, ਬਹਾਦਰ ਸ਼ਾਹ II ਕੋਲ ਗਏ ਸੀਗੇ। ਅਤੇ ਬਹਾਦਰ ਸ਼ਾਹ ਉਸ ਵਕਤ ਕਾਫੀ ਉਮਰ ਹੋ ਗਈ ਸੀ ਉਹਦੀ,
ਲਗਭਗ 80-82 ਸਾਲ ਦਾ ਸੀਗਾ, ਠੀਕ ਆ ਜੀ। ਸੋ ਕਾਫੀ ਬੁੜਾ ਸੀਗਾ, ਉਹਨੂੰ ਪਤਾ ਸੀ ਵੀ ਅੰਗਰੇਜ਼ਾਂ ਨਾਲ ਸਿੱਧਾ ਪੰਗਾ ਲੈਣ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਸੋ ਉਹਨੇ ਆਪਣੇ ਕੀ ਕਿਹਾ ਸੀਗਾ ਵੀ ਮੇਰੇ ਵੱਲੋਂ ਮੇਰਾ ਇੱਕ ਕਮਾਂਡਰ ਲੜੂਗਾ, ਕੀ ਨਾਮ ਸੀ ਉਹਦਾ, ਜਨਰਲ ਬਖਤ ਖਾਨ, ਠੀਕ ਆ ਜੀ। ਉਹਦੇ ਬਾਰੇ ਅੱਗੇ ਪੜਾਂਗੇ, ਜਨਰਲ ਬਖਤ ਖਾਨ ਲੜੂਗਾ। ਤੇ ਬਾਕੀ ਉਹਨੇ ਕੀ ਕੀਤਾ ਸੀਗਾ, ਅਲੱਗ-ਅਲੱਗ ਜਿਹੜੇ ਆਪਣੇ ਇੰਡੀਆ ਵਿੱਚ ਰਾਜ ਸੀਗੇ ਉਹਨਾਂ ਨੂੰ ਚਿੱਠੀ ਲਿਖ ਕੇ ਭੇਜਤਾ ਸੀਗਾ ਵੀ ਅਸੀਂ ਅੰਗਰੇਜ਼ਾਂ ਦੇ ਖਿਲਾਫ ਇੱਕ ਵਿਦਰੋਹ ਸਟਾਰਟ ਕਰ ਰਹੇ ਹਾਂਗੇ, ਇੱਕ ਜੰਗ ਸਟਾਰਟ ਕਰ ਰਹੇ ਹਾਂਗੇ, ਜਿਹਨੇ ਵੀ ਹਿੱਸਾ ਲੈਣਾ ਗਾ ਉਹ ਲੈ ਸਕਦਾ, ਠੀਕ ਆ ਜੀ। ਸੋ ਇਸ ਤਰ੍ਹਾਂ ਕੀ ਹੋਇਆ ਸੀਗਾ, ਆਪਣਾ ਜਿਹੜਾ ਵਿਦਰੋਹ ਸੀਗਾ ਫੈਲ ਗਿਆ ਸੀਗਾ, ਸਪਰੈਡ ਹੋ ਗਿਆ ਸੀ, ਠੀਕ ਆ ਜੀ। ਸੋ ਇਹ ਮੁੱਖ ਕਾਰਨ ਸੀ ਵਿਰੋਧ ਦੇ ਸਪਰੈਡ ਹੋਣ ਦਾ। ਸੋ ਯਾਦ ਰੱਖ ਲਿਓ 10 ਮਈ 1857 ਨੂੰ ਮੇਰਠ ਤੋਂ ਕੁਝ ਫੌਜੀ ਇਕੱਠੇ ਹੋ ਕੇ ਤੇ ਕੁਝ ਲੋਕ ਇਕੱਠੇ ਹੋ ਕੇ ਕਿੱਥੇ ਪਹੁੰਚੇ, ਦਿੱਲੀ ਪਹੁੰਚੇ ਸੀਗੇ। ਤੇ ਉਹਨਾਂ ਦੇ ਰਾਹ ਵਿੱਚ ਜਿਹੜੇ ਵੀ ਆਪਣਾ ਅੰਗਰੇਜ਼ ਅਧਿਕਾਰੀ ਆਏ ਸੀ ਉਹਨਾਂ ਨੂੰ ਮਾਰ ਗਏ ਸੀ, ਠੀਕ ਆ ਜੀ। ਕਈ ਆਪਣੇ ਜਿਹੜੇ ਠਿਕਾਣੇ ਸੀ ਉਹਨਾਂ ਨੂੰ ਅੱਗ ਲਾ ਗਏ ਸੀਗੇ। ਤੇ ਦਿੱਲੀ ਕਿਹਦੇ ਕੋਲ ਪਹੁੰਚੇ ਸੀਗੇ, ਬਹਾਦਰ ਸ਼ਾਹ ਜ਼ਫਰ ਟੂ ਕੋਲ ਪਹੁੰਚੇ ਸੀਗੇ। ਤੇ ਉਹਨੂੰ ਕਿਹਾ ਸੀਗਾ ਵੀ ਅਸੀਂ ਤੁਹਾਡੇ ਅੰਡਰ ਲੜਨਾ, ਠੀਕ ਆ ਜੀ। ਸੋ ਬਹਾਦਰ ਸ਼ਾਹ ਜ਼ਫਰ ਕਾਫੀ ਬੁੜਾ ਹੋ ਗਿਆ ਸੀਗਾ, ਠੀਕ ਹੈ ਜੀ। ਉਹਨੇ ਕੀ ਕਿਹਾ ਵੀ ਮੇਰੇ ਵੱਲੋਂ ਮੇਰਾ ਕਮਾਂਡਰ ਲੜੂਗਾ, ਜਨਰਲ ਬਖਤ ਖਾਨ ਲੜੂਗਾ, ਠੀਕ ਹੈ ਜੀ। ਤੇ ਉਹਨੇ ਬਾਕੀ ਕੀ ਕੀਤਾ ਸੀਗਾ, ਚਿੱਠੀ ਲਿਖ ਕੇ ਭੇਜਤੀ ਸੀਗੀ ਜਿਹੜੇ ਵੀ ਅਲੱਗ-ਅਲੱਗ ਜਿਹੜੇ ਰਾਜ ਸੀਗੇ ਆਪਣੇ ਇੰਡੀਆ ਵਿੱਚ, ਠੀਕ ਆ ਜੀ। ਸੋ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਹਿੱਸਾ ਲੈ ਸਕਦੇ ਹੋ, ਬਾਕੀ ਅਸੀਂ ਅੰਗਰੇਜ਼ਾਂ ਖਿਲਾਫ ਜੰਗ ਸਟਾਰਟ ਕਰ ਰਹੇ ਹਾਂ, ਠੀਕ ਆ ਜੀ। ਸੋ ਬਹਾਦਰ ਸ਼ਾਹ ਜ਼ਫਰ ਟੂ ਕੋਲ ਗਏ ਸੀਗੇ। ਇਹ ਯਾਦ ਰੱਖ ਲਿਓ, ਇੰਪੋਰਟੈਂਟ ਹੈਗਾ। 10 ਮਈ 1857 ਨੂੰ ਮੇਰਠ ਤੋਂ ਸ਼ੁਰੂਆਤ ਹੋਈ ਸੀ, ਠੀਕ ਆ ਜੀ। ਅੱਗੇ ਦੇਖੋ, ਸੈਂਟਰਸ ਐਂਡ ਲੀਡਰਸ ਆਫ ਰਿਵੋਲਟ 1857, ਠੀਕ ਆ ਜੀ। ਹੁਣ ਦੇਖੋ ਤੁਹਾਨੂੰ ਮੈਂ ਕਿਹਾ ਸੀਗਾ ਵੀ ਬਹਾਦਰ ਸ਼ਾਹ ਜ਼ਫਰ ਟੂ ਨੇ ਚਿੱਠੀ ਲਿਖ ਕੇ ਭੇਜੀ ਸੀ ਵੀ ਕਿਹਨੇ ਹਿੱਸਾ ਲੈਣਾ ਗਾ। ਚਿੱਠੀ ਲਿਖ ਕੇ ਤਾਂ ਭੇਜ ਸੀ ਪਰ ਅਲੱਗ-ਅਲੱਗ ਕਾਰਨ ਸੀਗੇ। ਹੁਣ ਆਪਾਂ ਦੇਖਦੇ ਹਾਂ ਵੀ ਕਿਹਨੇ ਕਿੱਥੋਂ ਹਿੱਸਾ ਲੈਤਾ ਸੀਗਾ ਤੇ ਉਹਦਾ ਕਾਰਨ ਕੀ ਸੀ ਵੀ ਕਿਉਂ ਹਿੱਸਾ ਲੈਤਾ ਸੀਗਾ। ਤਾਂ ਦਿੱਲੀ ਤੋਂ ਦੇਖੋ, ਬਹਾਦਰ ਸ਼ਾਹ ਜ਼ਫਰ ਟੂ ਜਨਰਲ ਬਖਤ ਖਾਨ। ਹੁਣ ਪ੍ਰਸ਼ਨ ਆ ਜਾਏ ਵੀ ਦਿੱਲੀ ਤੋਂ ਕਿਹਨੇ ਹਿੱਸਾ ਲੈਤਾ ਸੀਗਾ ਤੇ ਆਪਸ਼ਨ ਵਿੱਚ ਤੁਹਾਨੂੰ ਦੋਨੇ ਦੇਖਣ ਨੂੰ ਮਿਲ ਜਾਣ। ਕਿਹਦੇ ਟਿਕ ਲਾਉਂਗੇ, ਬਹਾਦਰ ਸ਼ਾਹ ਜ਼ਫਰ ਟੂ ਤੇ ਲਾਉਂਗੇ, ਠੀਕ ਆ ਜੀ। ਕਿਉਂਕਿ ਜਨਰਲ ਬਖਤ ਖਾਨ ਆਖਿਰਕਾਰ ਅੰਡਰ ਹੀ ਸੀਗਾ, ਉਹਦੇ ਹੁਕਮ ਤਾਂ ਇਹ ਨਹੀਂ ਦਿੱਤਾ ਸੀ, ਠੀਕ ਆ ਜੀ। ਬਹਾਦਰ ਸ਼ਾਹ ਟੂ ਨੇ ਦਿੱਤਾ ਸੀਗਾ। ਸੋ ਕਿਹਦੇ ਟਿਕ ਲਾਉਂਗੇ, ਬਹਾਦਰ ਸ਼ਾਹ ਟੂ ਤੇ ਲਾਉਂਗੇ, ਠੀਕ ਆ ਜੀ। ਜੇ ਮਤਲਬ ਨਹੀਂ ਮਿਲਦਾ ਫਿਰ ਜਨਰਲ ਬਖਤ ਖਾਨ ਲਿਖਿਆ ਹੋਇਆ ਇਕੱਲਾ, ਫਿਰ ਉਹਦੇ ਟਿਕ ਲਾ ਦੂੰਗੇ। ਕਲੀਅਰ ਹੋ ਗਈ ਗੱਲ। ਸੋ ਦਿੱਲੀ ਤੋਂ ਕਿਹਨੇ ਕੀਤਾ ਸੀਗਾ, ਬਹਾਦਰ ਸ਼ਾਹ ਜ਼ਫਰ ਟੂ ਨੇ। ਯਾਦ ਰੱਖ ਲਿਓ। ਕਾਨਪੁਰ ਤੋਂ ਕੌਣ ਸੀ, ਨਾਨਾ ਸਾਹਿਬ। ਨਾਨਾ ਸਾਹਿਬ ਨੇ ਹਿੱਸਾ ਕਿਉਂ ਲਿੱਤਾ ਸੀ, ਆਪਾਂ ਉੱਪਰ ਗੱਲ ਕਰਕੇ ਹਟਾਂਗੇ। ਪੈਨਸ਼ਨ, ਠੀਕ ਆ ਜੀ, ਪੈਨਸ਼ਨ ਕਰਕੇ ਹਿੱਸਾ ਲਿੱਤਾ ਸੀ ਨਾਨਾ ਸਾਹਿਬ ਨੇ, ਯਾਦ ਰੱਖ ਲਓ। ਲਖਨਊ, ਹੁਣ ਆਪਾਂ ਉੱਪਰ ਪੜ੍ਹਿਆ ਸੀ ਜਿਹੜਾ ਆਪਣਾ ਅਵਧ ਵਾਲਾ ਇਲਾਕਾ ਸੀਗਾ, ਆਹ ਲਖਨਊ ਉਹਦੇ ਵਿੱਚ ਹੀ ਆਉਂਦਾ, ਠੀਕ ਆ ਜੀ। ਤਾਂ ਉਹਦੇ ਵਿੱਚ ਕੀ ਕਰ ਲਿਆ ਸੀ, ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀਗਾ। ਤੋ ਇੱਥੇ ਜਿਹੜੀ ਬੇਗਮ ਸੀ, ਬੇਗਮ ਹਜ਼ਰਤ ਮਹਿਲ, ਇੱਥੇ ਕੋਈ ਰਾਜਾ ਤਾਂ ਹੈ ਨਹੀਂ ਸੀਗਾ ਤੇ ਉਹਦੇ ਇੱਕ ਪੁੱਤਰ ਸੀਗਾ। ਉਹ ਬੇਗਮ ਕੀ ਕਹਿੰਦੀ ਸੀ ਵੀ ਮੇਰੇ ਪੁੱਤਰ ਨੂੰ ਬਿਠਾਇਆ ਜਾਵੇ, ਆਪਦੇ ਦੇ ਤਖਤ ਉੱਪਰ ਮੇਰੇ ਪੁੱਤਰ ਨੂੰ ਬਿਠਾਇਆ ਜਾਵੇ। ਇਸ ਕਰਕੇ ਕੀ ਕੀਤਾ ਸੀਗਾ, ਬੇਗਮ ਹਜ਼ਰਤ ਮਹਿਲ ਨੇ ਵਿਦਰੋਹ ਵਿੱਚ ਹਿੱਸਾ ਲੈਤਾ ਸੀ, ਠੀਕ ਆ ਜੀ। ਕਿੱਥੋਂ ਲੈਤਾ ਸੀਗਾ, ਲਖਨਊ ਤੋਂ ਲੈਤਾ ਸੀਗਾ। ਇਹ ਸਾਰੀਆਂ ਗੱਲਾਂ ਯਾਦ ਰੱਖੀ ਹੋਈ ਆਊ, ਠੀਕ ਆ ਜੀ। ਲਖਨਊ ਤੋਂ ਕਿਹਨੇ ਲੈਤਾ ਸੀ, ਬੇਗਮ ਹਜ਼ਰਤ ਮਹਿਲ। ਇਹਦਾ ਇੱਕ ਪੁੱਤਰ ਸੀਗਾ ਬਿਰਜਿਸ਼ ਕਾਦਰ। ਹੁਣ ਮੰਨ ਲਓ ਬੇਗਮ ਹਜ਼ਰਤ ਮਹਿਲ ਤੁਹਾਨੂੰ ਅਫਸਰਾਂ ਵਿੱਚ ਨਹੀਂ ਦੇਖਣ ਨੂੰ ਮਿਲਦਾ, ਤੁਸੀਂ ਬਿਰਜਿਸ਼ ਕਾਦਰ ਤੇ ਰਾਈਟ ਟਿਕ ਲਾ ਕੇ ਆਓਗੇ, ਠੀਕ ਆ ਜੀ। ਝਾਂਸੀ ਤੋਂ ਕਿਹਨੇ ਹਿੱਸਾ ਲੈਤਾ ਸੀਗਾ, ਰਾਣੀ ਲక్ష్ਮੀ ਬਾਈ ਨੇ। ਰਾਣੀ ਲక్ష్ਮੀ ਬਾਈ ਨੇ ਕਿਉਂ ਹਿੱਸਾ ਲੈਤਾ ਸੀ ਵਿਦਰੋਹ ਵਿੱਚ, ਡਾਕਟਰਾਈਨ ਆਫ ਲੇਫਟ ਕਰਕੇ, ਠੀਕ ਆ ਜੀ, ਹੜਪ ਦੀ ਨੀਤੀ ਕਰਕੇ। ਇਹ ਪ੍ਰਸ਼ਨ ਆ ਜਾਂਦਾ ਹੁੰਦਾ ਕਈ ਵਾਰੀ, ਇਹ ਯਾਦ ਰੱਖ ਲਿਓ। ਤੇ ਇੱਕ ਬਿਹਾਰ ਤੋਂ ਕਿਹਨੇ ਲੈਤਾ ਹਿੱਸਾ, ਕੁੰਵਰ ਸਿੰਘ ਨੇ, ਬਹੁਤ ਬਹਾਦਰੀ ਨਾਲ ਲੜੇ ਸੀ, ਠੀਕ ਆ ਜੀ। ਬਰੇਲੀ ਤੋਂ ਕਿਹਨੇ ਹਿੱਸਾ ਲੈਤਾ ਸੀਗਾ, ਖਾਨ ਬਹਾਦਰ ਖਾਨ ਨੇ ਹਿੱਸਾ ਲੈਤਾ ਸੀ, ਠੀਕ ਆ ਜੀ, ਨੋਟ ਕਰਿਓ। ਤੇ ਅੱਗੇ ਦੇਖੋ, ਫੈਜ਼ਾਬਾਦ ਤੋਂ ਕਿਹਨੇ ਹਿੱਸਾ ਲੈਤਾ ਸੀਗਾ, ਮੌਲਵੀ ਅਹਿਮਦੁੱਲਾ। ਇਲਾਹਾਬਾਦ ਤੋਂ ਕਿਹਨੇ ਹਿੱਸਾ ਲੈਤਾ ਸੀਗਾ, ਮੌਲਵੀ ਲਿਆਕਤ ਅਲੀ, ਠੀਕ ਆ ਜੀ। ਇਹ ਸਾਰੇ ਯਾਦ ਰੱਖਣੇ ਆਗੇ, ਇਹ ਸਾਰੇ ਯਾਦ ਰੱਖਣੇ। ਬਹੁਤ ਵਾਰੀ ਪੇਪਰਾਂ ਵਿੱਚ ਪੁੱਛਿਆ ਗਿਆ, ਭਾਵੇਂ ਕੋਈ ਵੀ ਪੇਪਰ ਆਗਾ ਇਹ ਤਾਂ ਉਹਨੂੰ ਪੁੱਛੇ ਜਾਣਗੇ, ਠੀਕ ਆ ਜੀ। ਦਿੱਲੀ ਵਿੱਚ ਬਹਾਦਰ ਸ਼ਾਹ ਜ਼ਫਰ ਟੂ ਨੇ, ਠੀਕ ਆ ਜੀ। ਜਿਹੜਾ ਜਨਰਲ ਸੀ ਜਨਰਲ ਬਖਤ ਖਾਨ। ਕਾਨਪੁਰ 'ਚ ਨਾਨਾ ਸਾਹਿਬ ਨੇ ਕਿਉਂ ਹਿੱਸਾ ਲੈਤਾ, ਤੁਹਾਨੂੰ ਮੈਂ ਉੱਪਰ ਦੱਸਤਾ, ਪੈਨਸ਼ਨ ਕਰਕੇ। ਲਖਨਊ ਵਿੱਚ ਬੇਗਮ ਹਜ਼ਰਤ ਮਹਿਲ, ਠੀਕ ਆ ਜੀ। ਬਿਰਜਿਸ਼ ਕਾਦਰ ਕਿਉਂ ਹਿੱਸਾ ਲੈਤਾ ਸੀਗਾ, ਆਪਦੇ ਪੁੱਤਰ ਨੂੰ ਤਖਤ ਉੱਪਰ ਬਿਠਾਉਣਾ ਚਾਹੁੰਦੀ ਸੀ। ਕੌਣ ਸੀ ਇਹਦਾ ਪੁੱਤਰ, ਬਿਰਜਿਸ਼ ਕਾਦਰ ਸੀ, ਠੀਕ ਆ ਜੀ। ਝਾਂਸੀ ਵਿੱਚ ਰਾਣੀ ਲక్ష్ਮੀ ਬਾਈ ਨੇ ਕਿਉਂ ਹਿੱਸਾ ਲੈਤਾ ਸੀਗਾ, ਡਾਕਟਰਾਈਨ ਆਫ ਲੇਫਟ ਕਰਕੇ ਲੈਤਾ ਸੀਗਾ। ਬਿਹਾਰ ਵਿੱਚ ਕਿਹਨੇ ਹਿੱਸਾ ਲੈਤਾ ਸੀ, ਕੁੰਵਰ ਸਿੰਘ ਨੇ, ਇੰਪੋਰਟੈਂਟ ਆ, ਠੀਕ ਆ ਜੀ, ਯਾਦ ਰੱਖ ਲਿਓ। ਬਰੇਲੀ ਵਿੱਚ ਕਿਹਨੇ ਹਿੱਸਾ ਲੈਤਾ ਸੀ, ਖਾਨ ਬਹਾਦਰ ਖਾਨ ਨੇ। ਫੈਜ਼ਾਬਾਦ ਵਿੱਚ ਕੌਣ ਸੀਗਾ, ਮੌਲਵੀ ਅਹਿਮਦੁੱਲਾ। ਇਲਾਹਾਬਾਦ ਵਿੱਚ ਕੌਣ ਸੀਗਾ, ਮੌਲਵੀ ਲਿਆਕਤ ਅਲੀ ਸੀਗਾ, ਠੀਕ ਆ ਜੀ। ਇਹ ਸਾਰੇ ਯਾਦ ਰੱਖ ਲਿਓ। ਹੁਣ ਆਪਾਂ ਦੇਖਦੇ ਹਾਂਗੇ ਵੀ ਅਲੱਗ-ਅਲੱਗ ਥਾਵਾਂ 'ਤੇ ਕਿਹੜੇ ਬ੍ਰਿਟਿਸ਼ ਆਫੀਸਰ ਨੇ ਵਿਦਰੋਹ ਨੂੰ ਦਬਾਇਆ। ਦਿੱਲੀ ਵਿੱਚ ਆਪਾਂ ਲੀਡਰ ਦੀ ਗੱਲ ਕਰੀ, ਕੌਣ ਸੀਗਾ, ਉਹ ਆਪਣਾ ਬਹਾਦਰ ਸ਼ਾਹ ਜ਼ਫਰ ਟੂ ਸੀਗਾ ਤੇ ਜਨਰਲ ਬਖਤ ਖਾਨ ਸੀ, ਠੀਕ ਆ ਜੀ। ਹੁਣ ਉਹਨਾਂ ਨੂੰ ਦਬਾਉਣ ਲਈ ਇੱਕ ਅੰਗਰੇਜ਼ ਸਰਕਾਰ ਨੇ ਕੌਣ ਆਫੀਸਰ ਰੱਖਿਆ ਸੀ, ਉਹਦਾ ਨਾਮ ਕੀ ਸੀਗਾ ਆਫੀਸਰ ਦਾ, ਜੌਨ ਨਿਕੋਲਸਨ, ਠੀਕ ਆ ਜੀ। ਜੌਨ ਨਿਕੋਲਸਨ। ਇਹ ਪ੍ਰਸ਼ਨ ਆਉਂਦਾ ਹੁੰਦਾ ਕਈ ਵਾਰ ਮੈਚ ਦਾ ਵਰਡ ਪੁੱਛ ਲੈਂਦੇ ਹੁੰਦੇ ਆਗੇ। ਇਸ ਵਾਰ ਤੁਹਾਨੂੰ ਸ਼ਾਇਦ ਸਟੇਟਮੈਂਟ ਵਾਈਜ਼ ਪ੍ਰਸ਼ਨ ਵੀ ਪੁੱਛ ਸਕਦੇ ਆਗੇ। ਜਿਸ ਤਰ੍ਹਾਂ ਤੁਹਾਨੂੰ ਜਿਹੜਾ ਤੁਹਾਡਾ ਸਿਲੇਬਸ ਦੱਸਿਆ ਗਾ ਉਹਦੇ ਵਿੱਚ ਤੁਹਾਨੂੰ ਸਟੇਟਮੈਂਟ ਬਾਈ ਪ੍ਰਸ਼ਨ ਵੀ 1-2 ਆ ਸਕਦੇ ਆ, ਠੀਕ ਆ ਜੀ। ਜ਼ਿਆਦਾ ਚਾਂਸ ਨਹੀਂ ਹੈਗੇ ਪਰ ਆ ਸਕਦੇ ਹੈਗੇ। ਕਾਨਪੁਰ ਵਿੱਚ ਕੌਣ ਸੀਗਾ, ਕੋਲਿਨ ਕੈਂਪਬੈਲ ਸੀ, ਠੀਕ ਆ ਜੀ, ਯਾਦ ਰੱਖ ਲਿਓ। ਝਾਂਸੀ ਵਿੱਚ ਕੌਣ ਸੀ, ਹਿਊ ਰੋਜ਼, ਸਭ ਤੋਂ ਜ਼ਿਆਦਾ ਇੰਪੋਰਟੈਂਟ, ਯਾਦ ਰੱਖ ਲਓ, ਬਹੁਤ ਵਾਰੀ ਪ੍ਰਸ਼ਨ ਪੁੱਛਿਆ ਗਿਆ। ਝਾਂਸੀ ਤੋਂ ਕਿਹਨੇ ਵਿਦਰੋਹ ਨੂੰ ਦਬਾਇਆ ਸੀਗਾ, ਹਿਊ ਰੋਜ਼ ਨੇ ਦਬਾਇਆ, ਠੀਕ ਆ ਜੀ, ਇਹ ਯਾਦ ਰੱਖ ਲਿਓ। ਤੇ ਹਿਊ ਰੋਜ਼ ਨੇ ਇੱਕ ਸਟੇਟਮੈਂਟ ਪਾਸ ਕੀਤੀ ਸੀਗੀ ਝਾਂਸੀ ਦੀ ਰਾਣੀ ਲਈ। ਕੀ ਸਟੇਟਮੈਂਟ ਸੀਗਾ, ਓਨਲੀ ਮੈਨ ਅਮੰਗ ਦਾ ਰੇਬਲਸ। ਕੀ ਕਿਹਾ ਸੀਗਾ, ਇਹ ਪ੍ਰਸ਼ਨ ਆਉਂਦਾ ਹੁੰਦਾ ਗਾ ਵੀ ਹਿਊ ਰੋਜ਼ ਨੇ ਓਨਲੀ ਮੈਨ ਅਮੰਗ ਦਾ ਰੇਬਲ ਜਿਹੜੀ ਸਟੇਟਮੈਂਟ ਹੈਗੀ ਉਹ ਕਿਹਦੇ ਲਈ ਕਹੀ,
ਝਾਂਸੀ ਦੀ ਰਾਣੀ ਲਈ ਕੇਸ। ਠੀਕ ਹੈ ਜੀ, ਇਹਦਾ ਮਤਲਬ ਕੀ ਹੋਇਆ ਵੀ ਕੱਲੀ ਮਰਦ ਆ ਗਈ ਸਾਰੇ ਬਾਗੀਆਂ ਵਿੱਚ, ਕੱਲੀ ਮਰਦ ਆ ਗਈ, ਮਤਲਬ ਤਾਰੀਫ ਕੀਤੀ ਸੀਗੀ, ਤਾਰੀਫ ਕੀਤੀ ਸੀ ਹਿਊ ਰੋਜ਼ ਨੇ। ਠੀਕ ਹੈ ਜੀ, ਯਾਦ ਰੱਖ ਲਿਓ, ਇੰਪੋਰਟੈਂਟ ਹੈਗਾ। ਝਾਂਸੀ ਦੀ ਰਾਣੀ ਦੀ ਤਾਰੀਫ ਕੀਤੀ। ਠੀਕ ਹੈ ਜੀ, ਕੀ ਕਿਹਾ ਸੀਗਾ? ਓਨਲੀ ਮੈਨ ਅਮੰਗ ਦਾ ਰੇਬਲਸ, ਸਾਰੇ ਮਤਲਬ ਕੱਲੀ ਮਰਦ ਆ ਗਈ ਸਾਰੇ ਬਾਗੀਆਂ ਵਿੱਚੋਂ। ਬਰੇਲੀ ਵਿੱਚ ਕਿਹਨੇ ਹਿੱਸਾ ਲੈਤਾ ਸੀਗਾ? ਕੌਲਿਨ ਕੈਂਪਬੈਲ ਨੇ ਲੈਤਾ ਸੀ। ਠੀਕ ਹੈ ਜੀ, ਲਖਨਊ ਵਿੱਚ ਕਿਹਨੇ ਹਿੱਸਾ ਲੈਤਾ? ਹਿੱਸਾ ਨਹੀਂ ਮਤਲਬ ਦਬਾਇਆ ਕਿਹਨੇ ਸੀਗਾ? ਕੌਲਿਨ ਕੈਂਪਬੈਲ ਨੇ ਦਬਾਇਆ ਸੀਗਾ। ਲਖਨਊ ਵਿੱਚ ਕਿਹਨੇ ਦਬਾਇਆ ਸੀਗਾ? ਹੈਨਰੀ ਲਾਰੈਂਸ ਨੇ ਦਬਾਇਆ ਸੀ। ਠੀਕ ਹੈ ਜੀ, ਇਹ ਵੀ ਸਾਰੇ ਯਾਦ ਰੱਖ ਲਿਓ, ਸਕਰੀਨਸ਼ਾਟ ਲੈ ਲਓ, ਭਾਵੇਂ ਤੁਹਾਨੂੰ 24 ਘੰਟੇ ਬਾਅਦ PDF ਮਿਲ ਜੂਗੀ, ਸਕਰੀਨਸ਼ਾਟ ਵੀ ਲੈ ਸਕਦੇ ਹੋਗੇ। ਦਿੱਲੀ ਵਿੱਚ ਕਿਹਨੇ ਹਿੱਸਾ ਲੈਤਾ ਸੀਗਾ? ਜੌਨ ਨਿਕੋਲਸਨ। ਠੀਕ ਹੈ ਜੀ, ਕਾਨਪੁਰ ਵਿੱਚ ਕਿਹਨੇ ਦਬਾਇਆ ਸੀਗਾ? ਕੌਲਿਨ ਕੈਂਪਬੈਲ ਨੇ। ਝਾਂਸੀ ਤੋਂ ਕਿਹਨੇ ਦਬਾਇਆ ਸੀਗਾ? ਹਿਊ ਰੋਜ਼ ਨੇ। ਹਿਊ ਰੋਜ਼ ਨੇ ਇੱਕ ਸਟੇਟਮੈਂਟ ਵੀ ਪਾਸ ਕੀਤੀ ਸੀਗੀ, ਓਨਲੀ ਮੈਨ ਅਮੰਗ ਦਾ ਰੇਬਲਸ, ਕਿਹਦੇ ਲਈ? ਝਾਂਸੀ ਦੀ ਰਾਣੀ ਲਈ। ਠੀਕ ਹੈ ਜੀ, ਇਹ ਨੋਟ ਕਰਿਓ। ਬਰੇਲੀ ਤੋਂ ਕਿਹਨੇ ਵਿਦਰੋਹ ਨੂੰ ਦਬਾਇਆ ਸੀਗਾ? ਕੌਲਿਨ ਕੈਂਪਬੈਲ ਨੇ। ਠੀਕ ਹੈ ਜੀ, ਆਹ ਸੇਮ ਹੀ ਹੈਗਾ ਆਪਣਾ, ਕਾਰਮਪੁਰ ਤੇ ਬਰੇਲੀ ਇਕੱਠੀ ਯਾਦ ਕਰ ਲਿਓ। ਲਖਨਊ ਤੋਂ ਕਿਹਨੇ ਦਬਾਇਆ ਸੀਗਾ? ਹੈਨਰੀ ਲਾਰੈਂਸ ਨੇ ਦਬਾਇਆ ਸੀਗਾ। ਬਾਕੀ ਜਿਹੜੇ ਵੀ ਆਪਣੇ ਸੈਂਟਰ ਰਹਿ ਗਏ ਉਹ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਬਸ ਆਹੀ ਯਾਦ ਰੱਖ ਲਿਓ। ਕਲੀਅਰ ਹੋ ਗਈ ਗੱਲ? ਇਹ ਦੇਖੋ ਵਿਦਰੋਹ ਨੂੰ ਦਬਾਤਾ ਸੀਗਾ, ਆਪਾਂ ਪੜ੍ਹ ਲਿਆ। ਠੀਕ ਹੈ ਜੀ, ਆਫਿਸਰ ਨੇ ਦਬਾਤਾ ਸੀ, ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਆਫਿਸਰ ਸੀ ਜਿਹੜੇ ਬ੍ਰਿਟਿਸ਼ ਦੇ, ਉਹਨਾਂ ਨੇ ਦਬਾਤਾ ਸੀਗਾ। ਹੁਣ ਅਸਫਲ ਹੋਣ ਦੇ ਕਾਰਨ ਪੜ੍ਹਦੇ ਆਪਾਂ ਕੀ ਸੀ। ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ, ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ ਸੀਗਾ। ਹਾਂਜੀ ਬਿਲਕੁਲ ਸਹੀ ਹੈ, ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ ਸੀਗਾ। ਅਤੇ ਜਿੰਨਾ ਵੀ ਲੋਕਾਂ ਨੇ ਹਿੱਸਾ ਲਿਆ ਸੀਗਾ ਉਹ ਵੀ ਆਪਣੇ ਮਤਲਬ ਕਾਰਨ ਲਿਆ ਸੀਗਾ। ਜਿਵੇਂ ਨਾਨਾ ਸਾਹਿਬ ਨੇ ਹਿੱਸਾ ਲਿਆ ਸੀਗਾ, ਉਹਨੂੰ ਭਾਈ ਪੈਨਸ਼ਨ ਬੰਦ ਕਰਤੀ ਸੀ ਅੰਗਰੇਜ਼ਾਂ ਨੇ। ਝਾਂਸੀ ਦੀ ਰਾਣੀ ਨੇ ਹਿੱਸਾ ਕਿਉਂ ਲਿਆ ਸੀਗਾ? ਡਾਕਟਰੀਨ ਆਫ ਲੇਵ ਕਰਕੇ। ਹੁਣ ਡਾਕਟਰੀਨ ਆਫ ਲੇਵ ਹੈ ਕੀ ਸੀ? ਸਿੰਪਲ ਵਿੱਚ ਸਮਝ ਲਓ। ਵੈਸੇ ਆਪਾਂ ਜਿਹੜੀ ਨੀਤੀਆਂ ਸੀਗੀਆਂ ਸਾਰੀਆਂ ਅੰਗਰੇਜ਼ਾਂ ਦੀਆਂ, ਐਕਟ ਸੀਗੇ, ਪੈਕਟ ਹੋ ਗਏ, ਸਮਝੌਤੇ ਹੋ ਗਏ, ਇਹਨਾਂ ਬਾਰੇ ਇੱਕ ਅਲੱਗ ਹੀ ਵੀਡੀਓ ਬਣਾਵਾਂਗੇ। ਠੀਕ ਹੈ ਜੀ, ਬਸ ਇੰਨੀ ਸਮਝ ਲਓ ਵੀ ਡਾਕਟਰੀਨ ਆਫ ਲੇਵ ਸੀ ਕੀ ਸੀਗੀ, ਵੀ ਜੇ ਕਿਸੇ ਰਾਜੇ ਦਾ ਕੋਈ ਪੁੱਤਰ ਨਹੀਂ ਹੈਗਾ ਉਹਦਾ ਆਪਦਾ, ਤਾਂ ਉਹਦਾ ਜਿਹੜਾ ਸਾਰਾ ਰਾਜ ਭਾਗ ਆ ਉਹ ਕਿਹਦੇ ਅੰਦਰ ਆਊਗਾ? ਅੰਗਰੇਜ਼ ਸਰਕਾਰ ਦੇ ਅੰਡਰ ਆ ਜਾਊਗਾ। ਠੀਕ ਹੈ ਜੀ, ਇਹ ਬਸ ਇੰਨੀ ਯਾਦ ਰੱਖ ਲਓ। ਜਿਹੜਾ ਉਹਦਾ ਗੋਦ ਲੈਤਾ ਪੁੱਤਰ ਹੈਗਾ ਉਹਨੂੰ ਅਸਲੀ ਵਾਰਸ ਨਹੀਂ ਸਮਝਿਆ ਜਾਊਗਾ। ਠੀਕ ਹੈ ਜੀ, ਇਹਨੂੰ ਕੀ ਕਿਹਾ ਜਾਂਦਾ ਸੀ? ਡਾਕਟਰੀਨ ਆਫ ਲੇਵਸ ਕਿਹਾ ਜਾਂਦਾ ਸੀ, ਲਾਰਡ ਡਲਹੌਜ਼ੀ ਲੈ ਕੇ ਆਇਆ ਸੀਗਾ, ਇਹ ਯਾਦ ਰੱਖ ਲਿਓ। ਅਤੇ ਬਾਕੀ ਅਗਵਾਈ ਦੀ ਘਾਟ ਹੋਣਾ, ਅਗਵਾਈ ਦੀ ਘਾਟ ਸੀ। ਠੀਕ ਹੈ ਜੀ, ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਲੋਕਾਂ ਨੇ ਅਗਵਾਈ ਕੀਤੀ ਸੀ, ਉਹ ਵੀ ਆਪਣੇ ਮਤਲਬ ਲਈ ਕੀਤੀ ਸੀ। ਠੀਕ ਹੈ ਜੀ, ਅਗਵਾਈ ਦੀ ਘਾਟ ਸੀ, ਇੱਕ ਪੱਕਾ ਲੀਡਰ ਨਹੀਂ ਹੈਗਾ ਸੀਗਾ ਜੋ ਸਾਰੇ ਵਿਦਰੋਹ ਨੂੰ ਲੀਡ ਕਰ ਸਕੇ। ਸੋ ਇਹ ਵੀ ਕੀ ਕਾਰਨ ਸੀਗਾ ਵੀ ਆਪਣਾ ਵਿਦਰੋਹ ਜਿਹੜਾ ਸੀਗਾ ਅਸਫਲ ਹੋ ਗਿਆ ਸੀਗਾ। ਹਥਿਆਰਾਂ ਦੀ ਘਾਟ, ਬਿਲਕੁਲ ਸਹੀ ਹੈ। ਠੀਕ ਹੈ ਜੀ, ਹੁਣ ਅੰਗਰੇਜ਼ ਸਰਕਾਰ ਕਾਫੀ ਉਸ ਵਕਤ ਤਾਕਤਵਰ ਹੋ ਚੁੱਕੀ ਸੀਗੀ, ਅਤੇ ਜਿਹੜੇ ਭਾਰਤੀ ਆਪਣੇ ਰਾਜੇ ਸੀਗੇ, ਠੀਕ ਹੈ ਜੀ, ਇਹਨਾਂ ਲਵੇ ਇਹੋ ਜਿਹੇ ਹਥਿਆਰ ਹੈ ਨਹੀਂ ਸੀਗੇ, ਹਥਿਆਰਾਂ ਦੀ ਘਾਟ ਸੀਗੀ ਅਤੇ ਕਮਜ਼ੋਰ ਹਥਿਆਰ ਸੀਗੇ। ਇਹ ਵੀ ਇੱਕ ਇੰਪੋਰਟੈਂਟ ਕਾਰਨ ਹੈਗਾ ਕੀ ਹੋਇਆ ਸੀਗਾ, ਜਿਹੜਾ ਆਪਣਾ ਵਿਦਰੋਹ ਸੀਗਾ ਅਸਫਲ ਹੋ ਗਿਆ ਸੀ। ਠੀਕ ਹੈ ਜੀ, ਹੁਣ ਵਿਦਰੋਹ ਦਾ ਪ੍ਰਭਾਵ ਕੀ ਪਿਆ ਸੀਗਾ? ਵਿਦਰੋਹ ਹੋ ਗਿਆ ਆਪਣਾ, ਵਿਦਰੋਹ ਦਬਾਤਾ, ਅਸਫਲ ਹੋ ਗਿਆ, ਇਹਦਾ ਪ੍ਰਭਾਵ ਕੀ ਪਿਆ? ਇਹਦਾ ਪ੍ਰਭਾਵ ਕੀ ਪਿਆ? ਗੌਰਮੈਂਟ ਆਫ ਇੰਡੀਆ ਐਕਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ ਹੈ ਜੀ, ਵੈਰੀ ਵੈਰੀ ਇੰਪੋਰਟੈਂਟ ਹੈਗਾ ਆਪਣਾ, ਇਹ ਯਾਦ ਰੱਖ ਲਿਓ। ਇਹ ਲਿਆਂਦਾ ਗਿਆ ਸੀ 1858 ਵਿੱਚ। ਠੀਕ ਹੈ ਜੀ, ਇਹ ਲਿਆਂਦਾ ਗਿਆ ਸੀਗਾ। ਇਹਦੇ ਵਿੱਚ ਕੀ ਹੋਇਆ ਸੀਗਾ? ਤਾਂ ਦੇਖੋ ਹੁਣ ਵਿਦਰੋਹ ਕਾਰਨ ਅੰਗਰੇਜ਼ਾਂ ਵਿੱਚ ਡਰ ਫੈਲ ਗਿਆ ਸੀਗਾ, ਇਸ ਕਰਕੇ ਅੰਗਰੇਜ਼ਾਂ ਨੇ ਕੀ ਲਿਆਂਦਾ? ਗੌਰਮੈਂਟ ਆਫ ਇੰਡੀਆ ਐਕਟ ਲਿਆਂਦਾ। ਠੀਕ ਹੈ ਜੀ, ਪਹਿਲਾਂ ਜਿਹੜੀ ਈਸਟ ਇੰਡੀਆ ਕੰਪਨੀ ਕੋਲ ਪਾਵਰ ਹੁੰਦੀ ਸੀਗੀ ਉਹ ਕਿਹਦੇ ਕੋਲ ਚਲੀ ਗਈ? ਉਹ ਬ੍ਰਿਟਿਸ਼ ਕੁਈਨ ਕੋਲ ਚਲੀ ਗਈ। ਠੀਕ ਹੈ ਜੀ, ਬ੍ਰਿਟਿਸ਼ ਕਰਾਊਨ ਲਾ ਲਓ ਭਾਵੇਂ ਕੁਈਨ ਲਾ ਲਓ। ਠੀਕ ਹੈ ਜੀ, ਕੁਈਨ ਦੇ ਉੱਪਰ ਹੀ ਹੁੰਦਾ ਗਾ ਤਾਜ ਕਰਾਊਨ, ਤਾਂ ਕੁਈਨ ਕੋਲੇ ਪਾਵਰ ਸਾਰੀ ਚਲੀ ਗਈ। ਠੀਕ ਹੈ ਜੀ, ਕਲੀਅਰ ਹੋ ਗਈ ਗੱਲ? ਤਾਂ ਕੁਈਨ ਕੀ ਕਹਿੰਦੀ ਵੀ ਪਹਿਲਾਂ ਜੋ ਕੁਝ ਹੋ ਗਿਆ, ਹੁਣ ਅਸੀਂ ਤੁਹਾਡੇ ਕਿਸੇ ਵੀ ਰਾਜ ਨੂੰ ਨਹੀਂ ਦੱਬਦੇ, ਹੁਣ ਤੁਹਾਡਾ ਜਿਹੜਾ ਸੁਚਾਰੂ ਢੰਗ ਨਾਲ ਆਪਾਂ ਸਾਰਾ ਚਲਾਵਾਂਗੇ। ਠੀਕ ਹੈ ਜੀ, ਤਾਂ ਇਹਦੇ ਵਿੱਚ ਕੁਝ ਲਿਆਂਦੇ ਗਏ। ਦੇਖੋ ਗੌਰਮੈਂਟ ਆਫ ਇੰਡੀਆ 1858 ਵਿੱਚ ਕੁਝ ਚੀਜ਼ਾਂ ਲਿਆਂਦੀਆਂ ਗਈਆਂ। ਕੀ ਲਿਆਂਦੀਆਂ ਗਈਆਂ? ਜਿਹੜਾ ਗਵਰਨਰ ਜਨਰਲ ਸੀਗਾ ਉਹਨੂੰ ਵਾਇਸਰਾਏ ਵਿੱਚ ਬਦਲ ਦਿੱਤਾ ਗਿਆ। ਠੀਕ ਹੈ ਜੀ, ਹੁਣ ਬਹੁਤ ਇੰਪੋਰਟੈਂਟ ਹੈਗਾ। ਪਹਿਲਾਂ ਕੀ ਹੁੰਦਾ ਸੀਗਾ? 1858 ਤੋਂ ਪਹਿਲਾਂ ਗੌਰਮੈਂਟ ਆਫ ਇੰਡੀਆ ਐਕਟ ਤੋਂ ਪਹਿਲਾਂ ਭਾਰਤ ਵਿੱਚ ਗਵਰਨਰ ਜਨਰਲ ਹੁੰਦਾ ਸੀਗਾ। ਠੀਕ ਹੈ ਜੀ, ਤਾਂ ਹੁਣ ਉਹਦੇ ਨੂੰ ਕਿਹਦੇ ਵਿੱਚ ਬਦਲਤਾ? ਵਾਇਸਰਾਏ ਵਿੱਚ ਬਦਲਤਾ। ਹੁਣ ਪ੍ਰਸ਼ਨ ਇਹ ਵੀ ਆ ਸਕਦਾ, ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਸੀਗਾ? ਲਾਰਡ ਕੈਨਿੰਗ ਸੀ। ਠੀਕ ਹੈ ਜੀ, ਇੰਪੋਰਟੈਂਟ ਆ, ਯਾਦ ਰੱਖ ਲਿਓ। ਆਖਰੀ ਗਵਰਨਰ ਜਨਰਲ ਕੌਣ ਸੀਗਾ? ਲਾਰਡ ਕੈਨਿੰਗ ਸੀਗਾ। ਤਾਂ ਉਹਦੇ ਨੂੰ ਕਿਹਦੇ ਵਿੱਚ ਬਦਲਤਾ? ਉਹਦੇ ਵਿੱਚ ਵਾਇਸਰਾਏ ਵਿੱਚ ਬਦਲਤਾ। ਠੀਕ ਹੈ ਜੀ, ਸੋ ਕੀ ਬਣ ਗਿਆ? ਲਾਰਡ ਕੈਨਿੰਗ ਵਾਇਸਰਾਏ ਵੀ ਬਣ ਗਿਆ। ਹੁਣ ਪ੍ਰਸ਼ਨ ਇਸ ਤਰ੍ਹਾਂ ਵੀ ਆ ਸਕਦਾ ਗਾ, ਭਾਰਤ ਦਾ ਪਹਿਲਾ ਵਾਇਸਰਾਏ ਕੌਣ ਬਣਿਆ? ਠੀਕ ਹੈ ਜੀ, ਕੌਣ ਬਣਿਆ? ਲਾਰਡ ਕੈਨਿੰਗ ਬਣਿਆ। ਠੀਕ ਹੈ ਜੀ, ਦੋ ਪ੍ਰਸ਼ਨ ਪੁੱਛ ਸਕਦੇ ਹੈਗੇ, ਆਖਰੀ ਗਵਰਨਰ ਜਨਰਲ ਕੌਣ ਬਣਿਆ ਅਤੇ ਪਹਿਲਾ ਵਾਇਸਰਾਏ ਕੌਣ ਬਣਿਆ? ਇੱਕੋ ਹੀ ਸੀ, ਲਾਰਡ ਕੈਨਿੰਗ ਬਣਿਆ। ਠੀਕ ਹੈ ਜੀ, ਕਿਉਂਕਿ ਕੀ ਹੋ ਗਿਆ ਸੀਗਾ, ਗੌਰਮੈਂਟ ਆਫ ਇੰਡੀਆ ਐਕਟ ਤੋਂ ਬਾਅਦ ਜਿਹੜਾ ਆਪਣਾ ਗਵਰਨਰ ਜਨਰਲ ਦਾ ਅਹੁਦਾ ਸੀਗਾ ਉਹਨੂੰ ਵਾਇਸਰਾਏ ਵਿੱਚ ਬਦਲ ਦਿੱਤਾ ਗਿਆ ਸੀ। ਠੀਕ ਹੈ ਜੀ, ਨੰਬਰ 3 ਦੇਖੋ, ਡਾਕਟਰੀਨ ਆਫ ਲੇਵਸ ਨੂੰ ਖਤਮ ਕਰ ਦਿੱਤਾ ਗਿਆ। ਤਾਂ ਕੁਈਨ ਨੇ ਕਿਹਾ ਭਾਈ ਹੁਣ ਬਹੁਤ ਹੋ ਗਿਆ, ਜਿਹੜੀ ਉਹ ਕੰਪਨੀ ਸੀਗੀ ਹੁਣ ਤੁਹਾਨੂੰ ਸਰਕਾਰ ਅਸੀਂ ਚਲਾਵਾਂਗੇ, ਇੰਗਲੈਂਡ ਤੋਂ ਚੱਲਦੀ ਸੀ। ਠੀਕ ਹੈ, ਫਿਰ ਸਰਕਾਰ 1858 ਤੋਂ ਬਾਅਦ ਵੀ ਹੁਣ ਸਰਕਾਰ ਅਸੀਂ ਚਲਾਵਾਂਗੇ, ਤੁਹਾਡੇ ਕਿਸੇ ਵੀ ਰਾਜ ਭਾਗ ਨੂੰ ਦੱਬਦੇ ਨਹੀਂ ਹੈਗੇ, ਅਤੇ ਜਿਹੜੇ ਆਪਣੀ ਨੀਤੀਆਂ ਨੇਗੀਆਂ ਵਾਧੂ ਦੇ ਬੇਕਾਰ ਉਹਨਾਂ ਨੂੰ ਆਪਾਂ ਖਤਮ ਕਰ ਦਿੰਦੇ ਹਾਂ। ਠੀਕ ਹੈ ਜੀ, ਉਹਨਾਂ ਨੂੰ ਖਤਮ ਕਰ ਦਿੱਤਾ ਸੀਗਾ। ਫੌਜ ਵਿੱਚ ਅੰਗਰੇਜ਼ ਸਿਪਾਹੀਆਂ ਦੀ ਸੰਖਿਆ ਵਿੱਚ ਵਾਧਾ ਕਰ ਦਿੱਤਾ ਗਾ। ਤਾਂ ਦੇਖੋ ਅੰਗਰੇਜ਼ ਡਰ ਗਏ ਸੀਗੇ, ਇੱਕ ਵਾਰੀ ਵਿਦਰੋਹ ਹੋ ਗਿਆ ਤਾਂ ਕੀ ਕੀਤਾ ਵੀ ਅੰਗਰੇਜ਼ਾਂ ਨੇ ਸੋਚਿਆ ਵੀ ਕਿਤੇ ਦੁਬਾਰਾ ਨਾ ਵਿਦਰੋਹ ਕਰ ਦੇਣ, ਤਾਂ ਜਿਹੜੇ ਫੌਜ ਵਿੱਚ ਜਿਹੜੇ ਅੰਗਰੇਜ਼ ਫੌਜ ਸੀਗੇ, ਅੰਗਰੇਜ਼ ਸਿਪਾਹੀ ਸੀਗੇ, ਵਾਈਟ ਸ਼ੋਲਡਰ ਸੀਗੇ, ਉਹਨਾਂ ਦੀ ਸੰਖਿਆ ਵਿੱਚ ਵਾਧਾ ਕਰ ਦਿੱਤਾ। ਠੀਕ ਹੈ ਜੀ,
ਤੇ ਪਲੱਸ ਜਿਹੜੇ ਆਪਣੇ ਭਾਰਤੀ ਫੌਜੀ ਸੀਗੇ ਉਹਨਾਂ ਨੂੰ ਕਈ ਫੌਜੀਆਂ ਨੂੰ ਕੀ ਕਰਤਾ, ਬੰਦੂਕ ਛੱਡ ਕੇ ਉਹਨੂੰ ਡੰਡੇ ਫੜਾਤੇ ਵੀ ਜੇ ਕਿਤੇ ਵਿਦਰੋਹ ਵੀ ਕਰਨ ਸਾਡੇ ਲਈ ਬੰਦੂਕ ਹੋਵੇ, ਇਹਨਾਂ ਲਈ ਡੰਡਾ ਹੋਵੇ ਤੇ ਸਾਡੇ ਉੱਪਰ ਵਾਰ ਨਾ ਕਰ ਸਕਣ। ਠੀਕ ਆ ਜੀ। ਸੋ ਕਾਫੀ ਚੇਂਜ ਹੋਏ ਸੀਗੇ 1858 ਦੇ ਐਕਟ ਤੋਂ ਬਾਅਦ। ਠੀਕ ਆ ਜੀ, ਯਾਦ ਰੱਖ ਲਿਓ ਕੀ ਸੀਗੇ। ਭਾਰਤ ਦਾ ਜਿਹੜਾ ਸਾਰਾ ਬ੍ਰਿਟਿਸ਼ ਰਾਜ ਭਾਗ, ਬ੍ਰਿਟਿਸ਼ ਭਾਰਤ ਦਾ ਉਸ ਤੋਂ ਬਾਅਦ ਤਾਂ ਬ੍ਰਿਟਿਸ਼ ਭਾਰਤ ਕਹਿੰਦੇ ਸੀ। ਠੀਕ ਆ ਜੀ। ਬ੍ਰਿਟਿਸ਼ ਭਾਰਤ ਸਾਰਾ ਦਾ ਭਾਗ ਈਸਟ ਇੰਡੀਆ ਕੰਪਨੀ ਤੋਂ ਕਿੱਥੇ ਵਗ ਗਿਆ, ਬ੍ਰਿਟਿਸ਼ ਕੁਈਨ ਕੋਲ ਵਗ ਗਿਆ। ਠੀਕ ਆ ਜੀ। ਤੇ ਉਸ ਤੋਂ ਬਾਅਦ ਗਵਰਨਰ ਜਨਰਲ ਦੇ ਅਹੁਦੇ ਨੂੰ ਵਾਇਸਰਾਏ ਵਿੱਚ ਬਦਲਤਾ। ਪਹਿਲਾਂ ਕੌਣ ਸੀ, ਆਖਰੀ ਗਵਰਨਰ ਜਨਰਲ ਕੌਣ ਸੀਗਾ, ਲਾਰਡ ਕੈਨਿੰਗ। ਠੀਕ ਹੈ ਜੀ। ਠੀਕ ਹੈ ਜੀ, ਯਾਦ ਰੱਖ ਲਿਓ। ਤੇ ਪਹਿਲਾ ਵਾਇਸਰਾਏ ਕੌਣ ਸੀਗਾ, ਉਹ ਵੀ ਲਾਰਡ ਕੈਨਿੰਗ ਸੀਗਾ। ਠੀਕ ਹੈ ਜੀ। ਡਾਕਟਰੀਨ ਆਫ ਲੇਬਸ ਨੂੰ ਖਤਮ ਕਰ ਦਿੱਤਾ ਗਿਆ। ਫੌਜ ਵਿੱਚ ਅੰਗਰੇਜ਼ ਸਿਪਾਹੀਆਂ ਦੀ ਸੰਖਿਆ ਵਿੱਚ ਵਾਧਾ ਕਰ ਦਿੱਤਾ ਗਿਆ। ਠੀਕ ਹੈ ਜੀ, ਇਹ ਯਾਦ ਰੱਖ ਲਿਓ, ਇਹ ਪ੍ਰਭਾਵ ਸੀ ਕੋਈ। ਹੁਣ ਆਪਾਂ ਦੇਖ ਲੈਂਦੇ ਹਾਂ ਪੱਖ ਕਿਹੜੇ ਕਿਹੜੇ ਸੀਗੇ। ਬਸ ਪੱਖ ਇੱਕ ਯਾਦ ਰੱਖ ਲਿਓ। ਡਾਕਟਰ R.C. ਮੌਜੂਦਾ ਨੇ ਕਿਹਾ ਸੀਗਾ, ਇਟਸ ਨੈਦਰ ਫਸਟ ਨੌਰ ਨੈਸ਼ਨਲ ਨੌਰ ਵਾਰ ਫॉर ਇੰਡੀਪੈਂਡੈਂਸ। ਇਹ ਨਾ ਤਾਂ ਪਹਿਲੀ ਸੀ। ਠੀਕ ਆ ਜੀ, ਬਿਲਕੁਲ ਸੱਚ ਸੀਗਾ, ਪਹਿਲੀ ਵਾਰ ਤਾਂ ਹੈ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕਾਫੀ ਮਤਲਬ ਵਿਦਰੋਹ ਹੋਏ ਸੀਗੇ। ਨੌਰ ਨੈਸ਼ਨਲ ਨਹੀਂ ਹੈਗੀ ਸੀਗੀ। ਜਿਵੇਂ ਤੁਹਾਨੂੰ ਦੱਸਿਆ, ਖਾਸ ਕਰ ਭਾਰਤ ਦੇ ਜਿਹੜੇ ਸੈਂਟਰ ਸੀ, ਖਾਸ ਕਰ ਜਿਹੜਾ ਆਪਾਂ ਕਹਿੰਦੇ ਹਾਂ ਆਪਦਾ ਵਾਲਾ ਇਲਾਕਾ ਹੋ, ਜਿਵੇਂ ਯੂਪੀ ਬਿਹਾਰ ਵਾਲਾ ਇਲਾਕਾ ਹੋ ਗਿਆ, ਉੱਥੇ ਫੈਲੀ ਹੋਈ ਸੀਗੀ। ਆਪਣੇ ਪੰਜਾਬ ਵਿੱਚ ਨਹੀਂ ਫੈਲੀ ਹੈਗੀ। ਠੀਕ ਆ ਜੀ। ਆਪਣੇ ਸਾਊਥ ਵਿੱਚ ਹੋ ਗਿਆ ਜਾਂ ਆਪਣੇ ਜਿਹੜਾ ਨਾਰਥ ਈਸਟ ਵਾਲਾ ਇਲਾਕਾ ਹੋ ਗਿਆ, ਉੱਥੇ ਵੀ ਇਹ ਕੀ ਸੀ, ਵਿਦਰੋਹ ਫੈਲਿਆ ਨਹੀਂ ਹੈਗਾ ਸੀਗਾ। ਸੋ ਇੱਕ ਰਾਸ਼ਟਰੀ ਨਹੀਂ ਬਣਿਆ ਸੀਗਾ। ਨੌਰ ਵਾਰ ਫॉर ਇੰਡੀਪੈਂਡੈਂਸ, ਬਿਲਕੁਲ ਸਹੀ ਕਿਹਾ। ਠੀਕ ਆ ਜੀ। ਇਹ ਵੀ ਜਿਹੜੀ ਵਾਰ ਸੀਗੀ ਇੰਡੀਪੈਂਡੈਂਸ ਲਈ ਨਹੀਂ ਹੈਗੀ ਸੀਗੀ। ਤੁਹਾਨੂੰ ਮੈਂ ਦੱਸਿਆ ਵੀ ਆਪਦੇ ਮਤਲਬ ਵੀ ਕੀ ਹੋਇਆ ਸੀਗਾ, ਲੋਕਾਂ ਨੇ ਭਾਗ ਲੈਤਾ ਸੀ। ਠੀਕ ਆ, ਵਿਦਰੋਹ ਵਿੱਚ। ਜਿਵੇਂ ਨਾਨਾ ਸਾਹਿਬ ਨੇ ਪੈਨਸ਼ਨ ਕਰਕੇ ਲੈਤਾ ਸੀਗਾ, ਅਤੇ ਬਾਕੀ ਆਪਣਾ ਉਹ ਝਾਂਸੀ ਰਾਣੀ ਡਾਕਟਰ ਆਫ ਲੇਬਸ ਕਰਕੇ ਲੈਤਾ ਸੀਗਾ। ਬਹਾਦਰ ਸ਼ਾਹ ਨੇ ਕਿਉਂ ਲੈਤਾ ਸੀਗਾ, ਵੀ ਮੇਰਾ ਨਾਮ ਬਣ ਜੂਗਾ, ਮੈਂ ਹੋਰ ਰਾਜਾ ਰਹਿ ਜੂਗਾ, ਮੈਂ ਬੁੜਾ ਤਾਂ ਹੋ ਗਿਆ, ਹੁਣ ਮਰਨਾ ਤਾਂ ਹੈਗੀ ਹੈਗਾ, ਵੀ ਜੋ ਵੀ ਆਪਣਾ ਨਾਮ ਨੂੰ ਬਣਾ ਕੇ ਮਰਾਂ। ਠੀਕ ਹੈ ਜੀ। ਉਹਨੇ ਇਸ ਕਰਕੇ ਹਿੱਸਾ ਲੈਤਾ ਸੀਗਾ, ਤੇ ਲੋਕਾਂ ਨੇ ਆਪਣੇ ਮਤਲਬ ਨਾਲ ਹਿੱਸਾ ਲਿੱਤਾ ਸੀਗਾ। ਸੋ ਕੀ ਸੀਗਾ, ਨੌਰ ਵਾਰ ਫॉर ਇੰਡੀਪੈਂਡੈਂਸ। ਆਜ਼ਾਦੀ ਦੀ ਲੜਾਈ ਨਹੀਂ ਕਹਿ ਸਕਦੇ ਆਪਾਂ ਇਹਨੂੰ। ਸੋ ਇਹ ਇੱਕ ਪੱਖ ਸੀਗਾ, ਮਸ਼ਹੂਰ ਪੱਖ ਕਿਹਾ ਜਾਂਦਾ ਹੈਗਾ। ਕਈ ਵਾਰੀ ਪੁੱਛ ਲੈਂਦੇ ਹੁੰਦੇ ਹੈਗੇ, ਡਾਕਟਰ R.C. ਮੌਜੂਦਦਾਰ ਦਾ ਪੱਖ ਪੁੱਛ ਲੈਂਦੇ ਹੁੰਦੇ ਆ। ਠੀਕ ਆ ਜੀ। ਇਹ ਨੋਟ ਕਰ ਲਈਆਂ ਸਾਰੀਆਂ ਚੀਜ਼ਾਂ, ਬਸ ਇੰਨੇ ਹੀ ਯਾਦ ਰੱਖਣਾ ਤੁਸੀਂ। ਬਾਕੀ ਆਪਾਂ ਤੁਹਾਨੂੰ ਜਦੋਂ ਆਪਾਂ ਟੈਸਟ ਕਰਾਂਗੇ, ਠੀਕ ਆ ਜੀ, ਉਹਦੇ ਵਿੱਚ ਜੇ ਤੋਂ ਇੱਕ ਦੋ ਪ੍ਰਸ਼ਨ ਰਹਿ ਵੀ ਗਏ, ਕੋਈ ਟੌਪਿਕ ਰਹਿ ਵੀ ਗਿਆ, ਆਪਾਂ ਉੱਥੇ ਸਾਰੇ ਕਵਰ ਕਰ ਲਾਂਗੇ। ਠੀਕ ਆ ਜੀ। ਕਲੀਅਰ ਹੋ ਗਈ ਗੱਲ।